ਅੱਜ ਤੁਹਾਨੂੰ ਭੈਣ ਗੁਰਪ੍ਰੀਤ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ। ਇਹ ਸੱਸ ਨੂੰ ਢਾਬਾ ਚਲਾਉਂਦੇ ਨੇ। ਜਦੋਂ ਇਹਨਾਂ ਦੇ ਬੱਚੇ ਛੋਟੇ ਹੁੰਦੇ ਨੇ ਤਾਂ ਇਹਨਾਂ ਦੇ ਪਤੀ ਚਲੇ ਜਾਂਦੇ ਨੇ, ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਉਂਦੇ। ਤਾਂ ਇਹਨਾਂ ਦੇ ਬੇਟਾ ਪਹਿਲਾਂ ਇਹਨਾਂ ਦੇ ਨਾਲ ਕੰਮ ਕਰਵਾਉਂਦੇ ਹੁੰਦੇ ਸੀਗੇ, ਪਰ ਉਹਨਾਂ ਦੀ ਡੈਥ ਹੋ ਜਾਂਦੀ ਹੈ। ਕਰੋਨਾ ਟਾਈਮ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਡੈਥ ਤੋਂ ਬਾਅਦ ਇਹਨਾਂ ਦੀ ਨੂੰਹ ਵੀ ਇਹਨਾਂ ਦੇ ਨਾਲ ਕੰਮ ਕਰਵਾਉਣ ਲੱਗਦੇ ਨੇ। ਮੇਰੀ ਮੈਰਿਜ 1982 ਵਿੱਚ ਹੋਈ ਹੈ। ਨਸ਼ੇ ਪੱਤੇ ਕਰਦਾ ਸੀਗਾ, ਤੰਗ ਵੀ ਕਰਦਾ ਸੀ, ਕੁੱਟਦਾ ਮਾਰਦਾ ਵੀ ਸੀਗਾ। ਮੇਰਾ ਬੇਟਾ ਤੇ ਬੇਟੀ ਦੋਨੇ ਹੋ ਗਏ ਸੀ ਜਦੋਂ ਉਹਨੇ ਮੇਰੇ ਪਹਿਲੀ ਵਾਰ ਸਿਰ ਦੇ ਵਿੱਚ ਮਾਰਿਆ। ਉੱਦਾਂ ਤਾਂ ਮੈਨੂੰ ਮਾਰਦਾ ਮੁਰਦਾ ਰਹਿੰਦਾ ਹੀ ਸੀਗਾ, ਤੇ ਉਹਨੇ ਮੇਰੇ ਮਾਰਿਆ ਸਿਰ ਦੇ ਵਿੱਚ, ਮੇਰੇ 12 ਟਾਂਕੇ ਲੱਗੇ। ਫਿਰ ਕੋਈ ਨਾ ਕੋਈ ਇਸ਼ੂ ਬਣਾ ਕੇ ਫਿਰ ਮੇਰੇ ਸਿਰ 'ਚ ਮਾਰਿਆ। ਪਹਿਲਾਂ ਮੇਰੇ ਮਤਲਬ ਕਿ ਇੱਥੇ ਮੱਥੇ ਇੱਥੇ ਲੱਗੇ ਹੋਏ ਨੇ ਟਾਂਕੇ, ਫਿਰ ਇੱਥੇ ਲੱਗੇ ਹੋਏ ਨੇ। ਬੇਟਾ ਮੇਰਾ ਇੰਨਾ ਡਰਦਾ ਹੁੰਦਾ ਸੀ, ਉਹਨੂੰ ਦੇਖ ਕੇ ਵੀ ਹਾਏ ਉਹ ਡੈਡੀ ਆ ਗਿਆ। ਜੀਤਾ ਹੀ ਕਹਿੰਦਾ ਹੁੰਦਾ ਸੀ ਉਹਨੂੰ, ਜੀਤਾ ਆ ਗਿਆ ਹੈਗਾ, ਮੰਮੀ ਜੀਤਾ ਆ ਗਿਆ ਹੈਗਾ, ਹੁਣ ਕੁੱਟੂਗਾ ਉਹ ਤੁਹਾਨੂੰ। ਬੇਟੇ ਨੂੰ ਇੰਨਾ ਕੁ ਉਹਨੇ ਮਾਰਿਆ ਸੀ ਨਾ, ਉਹ ਸਕੂਲ ਜਾਂਦਾ ਹੁੰਦਾ ਸੀ, ਉਹਦੇ ਬੇਟੇ ਦੇ ਮਾਰ ਕੇ ਉਹਨਾਂ ਨੇ ਫੱਟੀਆਂ, ਜਿਹੜੇ ਸਕੂਲ ਫੱਟੀ ਲੈ ਕੇ ਜਾਂਦੇ ਹੁੰਦੇ ਨੇ ਬੱਚਿਆਂ ਦੇ, ਉਹ ਮਾਰ ਕੇ ਅਤੇ ਉਹਦੇ ਲਾਸ਼ਾਂ ਪੈ ਗਈਆਂ ਸੀਗੀਆਂ। ਫਿਰ ਉਸ ਤੋਂ ਬਾਅਦ ਜਾਣੀ ਮੈਨੂੰ ਬਿਲਕੁਲ ਹੀ ਉਹਦੇ ਨਾਲੋਂ ਉਹ ਹੋ ਗਿਆ ਵੀ ਮੈਨੂੰ ਤਾਂ ਮਾਰਦਾ ਸੀ, ਇਹ ਬੱਚਿਆਂ ਨੂੰ ਵੀ ਮਾਰਨ ਲੱਗ ਗਿਆ ਹੈਗਾ। ਜਦੋਂ ਮੇਰਾ ਮਤਲਬ ਪੂਰਾ ਚਲੇ ਗਿਆ ਘਰ ਵਾਲਾ, ਮੈਂ ਬੇਟੀ ਦਾ ਵਿਆਹ ਕਰਤਾ ਹੈਗਾ। ਸਾਡੇ ਸਿਕਿਉਰਟੀ ਗਾਰਡ ਵਾਲੇ ਨਾ ਸਾਹਮਣੇ ਹੈਗੇ, ਸਿਕਿਉਰਟੀ ਗਾਰਡ ਖੁੱਲ੍ਹੇ ਸੀ, ਉਹ ਆਉਣ ਲੱਗੇ, ਕਹਿੰਦੇ ਤੁਸੀਂ ਚਾਹ ਦਾ ਕੰਮ ਖੋਲ੍ਹ ਲਓ। ਸਾਡੇ ਉਹ ਮਾਤਾ ਜੀ ਕਹਿੰਦੇ ਵੀ ਆਪਾਂ ਵਿਹਲੇ ਬੈਠੇ ਹੈਗੇ ਚਾਹ ਬਣਾਉਣ ਲਈ, ਅਤੇ ਜੇ ਆਪਾਂ ਰੋਟੀ ਵੀ ਆਪਣੀ ਇੱਥੇ ਪਕਾ ਲਈਏ। ਜਿੰਨਾ ਸਿਕਿਉਰਟੀ ਗਾਰਡਾਂ ਸਾਨੂੰ ਚਾਹ ਦਾ ਕੰਮ ਕਿਹਾ ਸੀ, ਉਹਨਾਂ ਨੇ ਸਾਨੂੰ ਆਰਡਰ ਦੇ ਦਿੱਤਾ ਵੀ ਸਾਡੇ 10-15 ਬੰਦਿਆਂ ਦੀ ਰੋਟੀ ਰੋਜ਼ ਦੀ ਲੱਗਿਆ ਕਰੂਗੀ, 7 ਰੁਪਏ ਦੀ ਪਲੇਟ। ਅੱਗੇ ਸਾਡਾ ਵਧੀਆ ਕੰਮ ਚੱਲ ਗਿਆ। ਬੇਟੇ ਨੂੰ ਜੀ ਠੀਕ ਠਾਕ ਸੀ, ਕੁਛ ਨਹੀਂ ਹੋਇਆ ਸੀਗਾ, ਮਾੜੀ ਮੋਟੀ ਖਾਂਸੀ ਸੀ ਜੀ ਉਹਨੂੰ। ਅਤੇ ਪਹਿਲਾਂ ਉਹਨੇ ਦਿਨੇ ਦਵਾਈ ਲੈ ਕੇ ਆਇਆ ਜਾ ਕੇ। ਮੈਨੂੰ ਫੋਨ ਆਇਆ, ਕਹਿੰਦਾ ਮੰਮੀ ਡਾਕਟਰ ਕਹਿੰਦਾ 2-4 ਦਿਨ ਐਡਮਿਟ ਹੋ ਜਾਓ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਹੋ ਜਾ ਬੇਟੇ। 12 ਕੁ ਵਜੇ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਇਹਨਾਂ ਦੇ ਨਾ ਪਲਸ ਘਟਦੀ ਪਈ ਹੈਗੀ ਹੈ, ਅਤੇ ਪਲਸ ਘਟਦੀ ਪਈ, ਨਾਲੇ ਇਹਨਾਂ ਦੀ ਆਕਸੀਜਨ ਦਾ ਮਤਲਬ ਹੋ ਰਿਹਾ ਹੈਗਾ। ਮੈਂ ਕਿਹਾ ਵੀ ਚਲੋ ਆਕਸੀਜਨ ਲਗਾ ਦਿਓ, ਅਗਰ ਜੇ ਤੁਸੀਂ ਆਕਸੀਜਨ ਦਾ ਹੋ ਰਿਹਾ ਹੈਗਾ ਵੀ ਕੋਈ ਗੱਲ ਨਹੀਂ ਹੈਗੀ। ਅਤੇ ਦਵਾਈ ਲਈ ਉਹਨਾਂ ਨੇ। ਰਾਤ ਨੂੰ ਸਾਨੂੰ 2 ਵਜੇ ਡਾਕਟਰ ਨੇ ਜਵਾਬ ਦੇ ਦਿੱਤਾ। 10 ਵੱਜਦੇ ਸਾਨੂੰ, ਉਦੋਂ ਵੀ ਬੋਲਦਾ ਚੱਲਦਾ ਸੀ, ਕੋਈ ਇੱਦਾਂ ਨਹੀਂ ਸੀ, ਕੁਛ ਨਹੀਂ ਸੀਗਾ। ਐਡਮਿਟ ਤੋਂ ਬਾਅਦ ਸਾਨੂੰ ਇਹ ਹੋ ਗਿਆ ਵੀ ਸ਼ਾਇਦ ਕੁਛ ਨਾ ਕੁਛ ਵੀ ਫਰਕ ਪੈ ਜਾਵੇ, ਠੀਕ ਹੋ ਜਾਵੇ। ਅਤੇ ਪਰ ਉਹਦੇ ਸਵਾ 2 ਵਜੇ ਨੂੰ ਡੈਥ ਹੋ ਗਈ ਸੀਗੀ। ਮੇਰਾ ਇੱਕੋ ਇੱਕ ਬੇਟਾ ਸੀਗਾ ਅਤੇ ਇੱਕ ਬੇਟੀ ਹੈ ਮੇਰੀ, ਜਿਹਦੇ ਵਿੱਚ ਮੇਰਾ ਕੋਈ ਪੋਤਾ ਪੋਤੀ ਵੀ ਹੈ ਨਹੀਂ। ਅਸੀਂ ਦੋਨੇ ਜਾਣੀਆਂ, ਮੈਂ ਅਤੇ ਮੇਰੀ ਨੂੰਹ ਹੈਗੇ ਆ। ਹਾਂਜੀ, ਅਤੇ ਅਸੀਂ ਦੋਨੇ ਹੀ ਇੱਧਰ ਆਪਣੇ ਘਰ ਦੇ ਵਿੱਚ ਇਕੱਲੇ ਰਹਿੰਦੇ ਹੈਗੇ ਆ। ਤਾਂ ਮੇਰਾ ਪਰਮਾਤਮਾ ਦੇ ਨਾਲ ਜ਼ਿੰਦਗੀ ਭਰ ਦਾ ਰੋਸ ਰਹਿਣਾ, ਅਗਰ ਵੀ ਕੁਛ ਵੀ ਮੇਰੇ ਕੋਲ, ਮੈਨੂੰ ਨਾ ਬੱਚਾ ਹੁੰਦਾ ਨਾ ਹੁੰਦਾ, ਬੇਸ਼ੱਕ ਦੀ ਮੇਰਾ ਪੋਤਾ ਹੀ ਮੇਰੇ ਕੋਲ ਰਹਿ ਜਾਂਦਾ। ਮੇਰੇ ਨਹੀਂ ਪੋਤਾ ਪੋਤੀ ਹੁੰਦੇ ਕੋਈ ਗੱਲ ਨਹੀਂ, ਅਸੀਂ ਇਸ ਗੱਲ ਦੇ ਵਿੱਚ ਉਹ ਕਰ ਲੈਂਦੇ, ਅਸੀਂ ਗੋਦ ਲੈ ਲੈਂਦੇ, ਬੱਚਾ ਗੋਦ ਲੈ ਲੈਂਦੇ। ਪਰ ਜਿਹੜਾ ਇਹ ਸਭ ਤੋਂ ਬਾਅਦ ਮੈਨੂੰ ਬੱਚੇ ਦਾ ਆਪਣੇ ਦਾ ਧੋਖਾ ਮਿਲਿਆ, ਬਹੁਤ ਜ਼ਿਆਦਾ ਮਿਲਿਆ ਹੈ। ਇੱਕ ਵਾਰ ਸਿਆਣਾ ਮੇਰਾ ਬੰਦਾ ਆਇਆ, ਆ ਕੇ ਅਸੀਂ ਨਾ ਇੱਥੇ ਉਦੋਂ ਪਾਰਟੀਸ਼ਨ ਕੀਤੀ ਸੀ, ਪਰਦਾ ਲਗਾਇਆ ਹੋਇਆ ਸੀਗਾ, ਮਗਰ ਮਤਲਬ ਆਪ ਆਰਾਮ ਰੂਮ ਕਰ ਲੈਂਦੇ ਸੀਗੇ ਪੈ ਕੇ। ਉਹ ਆ ਕੇ ਕਹਿੰਦਾ ਤੁਸੀਂ ਇਹ ਪਰਦਾ ਕਿਉਂ ਲਗਾਇਆ ਹੈਗਾ? ਮੈਂ ਕਿਹਾ ਤੂੰ ਕੌਣ ਹੁੰਦਾ ਹੈਗਾ? ਕਹਿੰਦਾ ਦੱਸੋ ਤੁਸੀਂ ਪਰਦਾ ਕਾਹਤੇ ਲਗਾਇਆ ਹੈਗਾ, ਤੁਸੀਂ ਇੱਥੇ ਬੈਠ ਕੇ ਕੀ ਕਰਦੇ ਹੋ? ਮੈਂ ਕਿਹਾ ਤੈਨੂੰ ਦੱਸਾਂ ਪਤਾ। ਫਿਰ ਉਹਦਾ ਮੈਂ ਘਟਾਪਾ ਚਾੜਿਆ ਇੱਕ ਵਾਰ। ਅਤੇ ਕਈ ਵਾਰ ਲੋਕ ਦਾਰੂ ਅੰਦਰ ਲੈ ਕੇ ਆ ਜਾਂਦੇ ਨੇ, ਅਤੇ ਉਦੋਂ ਪਾਣਗੇ ਅਤੇ ਪਾ ਕੇ ਪੀ ਲੈਣਗੇ। ਕਈ ਵਾਰ ਤਾਂ 1-2 ਜਣੇ ਨੇ ਇੱਦਾਂ ਕੀਤਾ ਵੀ ਆ, ਅਤੇ ਫਿਰ ਮੈਂ ਜੁੱਤੀਆਂ ਵੀ ਲਾ ਲੈਂਦੀ ਹੁੰਦੀ ਆ ਵੀ ਆ ਜਾ ਕੇ ਹੁਣ ਮੈਂ ਤੈਨੂੰ ਦੱਸਾਂ ਪਤਾ। ਇੱਕ ਵਾਰੀ ਭਾਈ ਆਇਆ, ਆ ਕੇ ਕੋਕ ਵਾਲੀ ਬੋਤਲ ਦੇ ਵਿੱਚ ਨਾ ਕੋਕ 'ਚ ਮਿਲਾ ਕੇ ਦਾਰੂ ਲੈ ਆਇਆ। ਲਿਆ ਕੇ ਉਹਨੇ ਬੈਠਾ ਇੱਥੇ ਬੈਠ ਕੇ, ਸਾਨੂੰ ਵੀ ਚਲੋ ਇਹ ਹੋ ਗਿਆ ਵੀ ਕੋਕ ਹੈਗੀ ਆ। ਜਦੋਂ ਪਾਣ ਲੱਗਿਆ ਤਾਂ ਮੈਂ ਕੀ ਕੀਤਾ, ਉਹਨੇ ਨਾ ਕੀਤਾ, ਮੈਨੂੰ ਸਮੈਲ ਆਈ। ਮੈਂ ਉਹਨੂੰ ਕਿਹਾ ਕਾਕੇ ਵੀ ਜਦੋਂ ਨੇ ਖੋਲ੍ਹੀ ਨਾ ਬੋਤਲ, ਮੈਨੂੰ ਤਾਂ ਸਮੈਲ ਆ ਗਈ। ਮੈਂ ਕਾਕੇ ਜਿਹੜੀ ਤੇਰੀ ਜਾ ਕੋਕ ਦੀ ਬੋਤਲ ਆ ਜਾ, ਕਹਿੰਦਾ ਆਂਟੀ ਕੋਕ ਹੈ। ਮੈਂ ਕਿਹਾ ਹੁਣ ਇਹਨੂੰ ਬੰਦਾ ਬਣ ਕੇ ਜਾਂ ਤਾਂ ਇਹਨੂੰ ਕਰ ਲਾ ਬੰਦ, ਜੇ ਤਾਂ ਰੋਟੀ ਖਾਣੀ ਆ, ਅਤੇ ਜੇ ਤੂੰ ਨਹੀਂ ਖਾਣੀ ਹੈਗੀ ਰੋਟੀ ਤਾਂ ਚੁੱਪ ਕਰਕੇ ਉੱਠ ਕੇ ਤੁਰ ਜਾ, ਜੇ ਇੱਜ਼ਤ ਨਾਲ ਤੁਰਨਾ ਹੈਗਾ, ਨਹੀਂ ਤਾਂ ਫਿਰ ਸਾਨੂੰ ਤੈਨੂੰ ਪਤਾ ਤੁਰਨਾ ਆਉਂਦਾ ਹੈਗਾ। ਮੈਂ ਕਿਹਾ ਹੁਣ ਮੇਰੇ ਕੋਲ ਗਰਮ ਤਵਾ ਜਾਂ ਕੁੱਕਰ ਹੈਗਾ, ਮੈਂ ਇਹੀ ਤੇਰੇ ਬੂਥੇ 'ਤੇ ਮਾਰੂ, ਨਹੀਂ ਤਾਂ ਬੰਦਿਆਂ ਵਾਂਗੂ ਤੁਰਨਾ ਤਾਂ ਤੁਰ ਜਾ, ਨਹੀਂ ਤਾਂ ਮੈਂ ਕੁਟਾਪਾ ਵੀ ਚੜ੍ਹ ਰਿਹਾ ਹੈਗਾ 1-2 ਜਾਣੇ ਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਹਾਂਜੀ।
दारू पीती हुई बंदे ਦੀ ਬਹੁਤ ਜ਼ਿਆਦਾ ਉਹਨੇ दारू ਪੀਤੀ ਹੋਈ ਰੋਟੀ ਨਾਲ ਉਹਦੇ ਬੱਚਾ ਸੀਗਾ ਰੋਟੀ ਖਾ ਰਿਹਾ ਖਾ ਲਈ ਰੋਟੀ ਖਾ ਲਈ ਚਲੋ ਸੀਗਾ ਖਾ ਲਈ ਹੈ ਭਰਾਵਾ ਜਾ ਵੀਰੇ ਜਾਵੇ ਹੀ ਨਾ ਫਿਰ ਉਹਦੇ ਜੱਗ ਮੇਰੇ ਕੋਲੇ ਹੱਥ 'ਚ ਆ ਗਿਆ ਮੈਂ ਜੱਗ ਨਾਲ ਲਾਈਆਂ ਉਹਦੇ ਜੱਗ ਚੰਗੇ 5-7 ਸਿੱਟੇ ਉਹਨੂੰ ਮੈਂ ਫੜ ਕੇ ਬਾਹਰ ਛੱਡ ਕੇ ਆਈ ਜਾ ਕੇ ਕਈ ਵਾਰ ਤਾਂ ਫੜ ਕੇ ਛੱਡ ਕੇ ਆਉਣੇ ਪੈਂਦੇ ਹੈਗੇ ਨੇ ਕੋਰੀ ਇੱਕ ਜੈਂਟਸ ਆਇਆ ਗੱਡੀ 'ਚ ਉਤਰਿਆ ਕੇ ਕਹਿੰਦਾ ਪਾਣੀ ਦਿਓ ਤੇ ਮੈਂ ਕਿਹਾ ਵੀ ਤੁਸੀਂ ਕਿਹਨੂੰ ਕਿਹਾ ਹੈਗਾ ਕਹਿੰਦਾ ਤੁਹਾਨੂੰ ਮੈਂ ਕਿਉਂ ਤੂੰ ਕਿਸ ਬੇਸ ਤੇ ਪਾਣੀ ਮੰਗ ਰਿਹਾ ਸਾਡੇ ਕੋਲੋਂ ਕਹਿੰਦਾ ਪਾਣੀ ਮੰਗੇ ਮੈਂ ਕਿਉਂ ਕਹਿੰਦਾ ਅੱਜ ਤੱਕ ਕਹਿੰਦਾ ਮੈਨੂੰ ਕਿਸੇ ਨੇ ਇੰਨੀ ਉਹ ਨਹੀਂ ਮੈਂ ਇੰਨੇ ਸਾਲ ਦੀ ਮੇਰੀ ਉਮਰ ਹੋ ਗਿਆ ਮੈਨੂੰ ਕਿਸੇ ਨੇ ਇੱਦਾਂ ਨਹੀਂ ਬੋਲਿਆ ਤੁਸੀਂ ਮੈਨੂੰ ਇੱਦਾਂ ਬੋਲੇ ਹੈਗੇ ਹੋ ਮੈਂ ਕਿਹਾ ਕਾਕੇ ਮੇਰੀ ਗੱਲ ਸੁਣੋ ਅਸੀਂ ਤਾਂ ਇੱਦਾਂ ਹੀ ਬੋਲਦੇ ਹਾਂ ਤੁਸੀਂ ਸਾਨੂੰ ਕਹੋ ਹਾਂਜੀ ਭੈਣ ਜੀ ਪਾਣੀ ਦਿਓ ਜਾਂ ਮੈਡਮ ਜੀ ਪਾਣੀ ਦਿਓ ਜਾਂ ਆਂਟੀ ਜੀ ਪਾਣੀ ਦਿਓ ਅਸੀਂ ਪਾਣੀ ਗਲੇ ਨੂੰ ਦਿੰਦੇ ਹਾਂ ਹੱਸ ਕੇ ਦਿੰਦੇ ਹੈਗੇ ਹਾਂ ਪਾਣੀ ਦਾ ਕੋਈ ਮੁੱਲ ਨਹੀਂ ਹੈਗਾ ਪਰ ਅਗਰ ਕੋਈ ਰੋਬ ਨਾ ਕਹਿੰਦਾ ਤਾਂ ਅਸੀਂ ਰੋਬ ਨਾਲ ਨਹੀਂ ਪਾਣੀ ਦਿੰਦੇ ਹੈਗੇ ਉਹ ਕਈ ਵਾਰ ਆਣਗੇ ਗਾ ਕੇ ਰੋਟੀ ਲੈਣਗੇ ਕਿਉਂ ਰਸ਼ ਹੁੰਦਾ ਸ਼ਾਮ ਨੂੰ ਸਾਡੀ ਸਕੂਟਰੀ ਦੇ ਅੰਦਰ ਦੇ ਵਿੱਚ ਘੁਸ ਕੇ ਆ ਜਾਣਗੇ ਕੋਈ ਵਾਰ ਪਿੱਛੇ ਜੀ ਆਣਗੇ ਆ ਕੇ ਇੱਥੇ ਪਿੱਛੇ ਆ ਕੇ ਕੀ ਬਣਾਇਆ ਹੈਗਾ ਬਹੁਤ ਤਰ੍ਹਾਂ ਦੇ ਗਾਹਕ ਆਉਂਦੇ ਨੇ ਕਈ ਵਾਰ ਆ ਕੇ ਬੋਲਦੇ ਬੜਾ ਕੱਬਾ ਜਿਹਾ ਨੇ ਹਾਂ ਕੀ ਹੈ ਕਿਵੇਂ ਆ ਆਏ ਨਾ ਇੱਕ ਦੂਜੇ ਨੂੰ ਇਸ਼ਾਰੇ ਨਾਲ ਸਮਝਾਉਣਗੇ ਵੀ ਇੱਕ ਦੂਜੇ ਨੇ ਲਾ ਕੇ ਕਹਿੰਦੇ ਹਾਂ ਤੂੰ ਪੁੱਛ ਮੈਂ ਜਾਣਦਾ ਇਹਨਾਂ ਨੂੰ ਪੁੱਛ ਬੜੇ ਜ਼ਿਆਦਾ ਮੈਂ ਕਿਹਾ ਹੁਣ ਮੇਰੇ ਕੋਲ ਗਰਮ ਤਵਾ ਜਾਂ ਕੁੱਕਰ ਹੈਗਾ ਮੈਂ ਇਹੀ ਤੇਰੇ ਬੂਥੇ ਤੇ ਮਾਰੂ ਨਹੀਂ ਤਾਂ ਬੰਦਿਆਂ ਵਾਂਗੂ ਤੁਰਨਾ ਤਾਂ ਤੁਰ ਜਾ ਕਈ ਵਾਰ ਅਗਲਾ ਕਹਿੰਦਾ ਹੈਗਾ ਅਸੀਂ ਤਾਂ ਦੇਤੇ ਤੁਹਾਨੂੰ ਪੈਸੇ ਮਾੜੀ ਘੁੱਟਕ ਪੀਤੀ ਹੁੰਦੀ ਹੈ ਸਾਨੂੰ ਪੈਸੇ ਵਾਪਸ ਦਿਓ ਬਾਕੀ ਸਾਡੇ ਕਈ ਵਾਰ ਇੱਦਾਂ ਦੇ ਵੀ ਗਾਹਕ ਆਉਂਦੇ ਹੈਗੇ ਨੇ ਬਹੁਤ ਵਾਰੀ ਮਨ 'ਚ ਆਉਂਦਾ ਹੈਗਾ ਵੀ ਮੈਂ ਛੱਡ ਦੇਵਾਂ ਜਦੋਂ ਕਿਸੇ ਗੱਲ ਦੀ ਬੇਇੱਜ਼ਤੀ ਹੁੰਦੀ ਹੈ ਜਾਂ ਕਈ ਵਾਰ ਲੜਾਈ ਲੋਕੀ ਕੀ ਕਰਦੇ ਨੇ ਨਾ ਫਿਰ ਉਦੋਂ ਮਨ 'ਚ ਹੁੰਦਾ ਵੀ ਛੱਡ ਦੋ ਕਿਰਾਂ ਵੀ ਬੇਇੱਜ਼ਤੀ ਹੋ ਰਹੀ ਹੈਗੀ ਹੈ ਮੇਰੀ ਬੇਇੱਜ਼ਤੀ ਹੁੰਦੀ ਪਈ ਹੈਗੀ ਹੈ ਉਹ ਕਈ ਆ ਵੀ ਆ ਕੇ ਲੱਗ ਜਾਂਦੇ ਨੇ ਅਗਲਾ ਰੋਬ ਦੇਣ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਤਾਂ ਤੁਸੀਂ ਇੰਨਾ ਉਹ ਦੇਰ ਸਾਨੂੰ ਖੜਾ ਕੇ ਰੱਖਿਆ ਹੋਇਆ ਸਾਡੀ ਰੋਟੀ ਨਹੀਂ ਪਾਈ ਹੈਗੀ ਸਾਡੇ ਪੈਸੇ ਵਾਪਸ ਦੇ ਦਿਓ ਮੋੜ ਦੀ ਦਿਨ ਕਈਆਂ ਨੂੰ ਤਾਂ ਕਹੀਦਾ ਵੀ ਲੈ ਜਾਓ ਭਾਈ ਮੇਰੇ ਹਸਬੈਂਡ ਦੀ ਕਮੀ ਤਾਂ ਉਹ ਸਾਰੀ ਉਮਰ ਰਹਿਣੀ ਹੈ ਉਹ ਕਦੇ ਪੂਰੀ ਨਹੀਂ ਹੋ ਸਕਦੀ ਹੈਗੀ ਹਰ ਇੱਕ ਪਾਸੇ ਮੈਨੂੰ ਇਹਨਾਂ ਦਾ ਇੰਨਾ ਸਪੋਰਟ ਹੈ ਨਾ ਕਿ ਮੈਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਇਹਨਾਂ ਦੇ ਹੁੰਦੇ ਹੋਏ ਕਿ ਕਹਿ ਲਓ ਮੇਰੇ ਮਾਂ ਪਿਓ ਭੈਣ ਭਰਾ ਮੇਰੇ ਸਭ ਹੈਗੇ ਆ ਪਰ ਉਹਨਾਂ ਤੋਂ ਜ਼ਿਆਦਾ ਮੈਨੂੰ ਇਹਨਾਂ ਦਾ ਸਪੋਰਟ ਹੈ ਕਿ ਨਾ ਇਹ ਮੇਰੇ ਬਿਨਾਂ ਰਹਿ ਸਕਦੇ ਆ ਤੇ ਨਾ ਹੀ ਮੈਂ ਰਹਿ ਸਕਦੀ ਹਾਂ ਮਾਂ ਧੀ ਦੀ ਜਿਹੜੀ ਜੋੜੀ ਹੁੰਦੀ ਹੈ ਨਾ ਕਿ ਮਾਂ ਨਾਲ ਅਟੈਚਮੈਂਟ ਹੁੰਦੀ ਹੈ ਕਹਿੰਦੇ ਉਹਦੇ ਨਾਲ ਕਿ ਸੱਸ ਨਾਲ ਨਹੀਂ ਹੁੰਦੀ ਪਰ ਮੇਰੀ ਇਹਨਾਂ ਨਾਲ ਜ਼ਿਆਦਾ ਅਟੈਚਮੈਂਟ ਆ ਆਪਣੀ ਮਦਰ ਨਾਲ ਮਦਰ ਚਲੋ ਹੈਗੇ ਨੇ ਉਹ ਆਪਣੀ ਜਗ੍ਹਾ ਨੇ ਬਟ ਪਤਾ ਨਹੀਂ ਕਿਉਂ ਇਹਨਾਂ ਨਾਲ ਇੱਕ ਅੰਦਰੋਂ ਇੱਕ ਤਾਰ ਜੁੜੀ ਹੋਈ ਹੈ ਨਾ ਉਹ ਰਹਿ ਸਕਦੇ ਆ ਨਾ ਮੈਂ ਰਹਿ ਸਕਦੀ ਹਾਂ ਬਿਲਕੁਲ ਵੀ ਮੈਂ ਜਿੰਨੀ ਦੇਰ ਸਾਡਾ ਕੰਮ ਕਰਨਾ ਹੈਗਾ ਪ੍ਰਮਾਤਮਾ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਤੇ ਸਾਨੂੰ ਕੰਮ ਕਰਨ ਦੀ ਹਿੰਮਤ ਦੇਵੇ ਤੇ ਜਦੋਂ ਮਾਲਕ ਨੇ ਲੈ ਕੇ ਜਾਣਾ ਸਾਨੂੰ ਤੁਰਦੇ ਫਿਰਦਿਆਂ ਨੂੰ ਇਦਾਂ ਹੀ ਲੈ ਕੇ ਜਾਵੇ ਤੇ ਕਿਉਂਕਿ ਮੇਰਾ ਕੋਈ ਨਹੀਂ ਹੈਗਾ ਸੇਵਾ ਕਰਨ ਲਈ ਮੈਂ ਇੱਕੋ ਹੀ ਅਰਦਾਸ ਕਰਦੀ ਹਾਂ ਪ੍ਰਮਾਤਮਾ ਕਿ ਮੈਂ ਜਦੋਂ ਜਾਵਾਂ ਤੇ ਮੈਂ ਚਲਦੀ ਫਿਰਦੀ ਹੀ ਕੰਮ ਕਰਦੀ ਹੀ ਜਾਵਾਂ ਬਸ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਨੂੰ ਭੈਣ ਗੁਰਪ੍ਰੀਤ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਸੱਸ ਨੂੰ ਢਾਬਾ ਚਲਾਉਂਦੇ ਨੇ ਨਾਲ ਇਹਨਾਂ ਦੀ ਦੋਤੀ ਵੀ ਹੁੰਦੀ ਆ ਭੈਣ ਹੁਣਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਜਦੋਂ ਇਹਨਾਂ ਦੇ ਬੱਚੇ ਛੋਟੇ ਹੁੰਦੇ ਨੇ ਤਾਂ ਇਹਨਾਂ ਦੇ ਪਤੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਆਉਂਦੇ ਭੈਣ ਹੁਣਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਬਹੁਤ ਕੰਮ ਕੀਤਾ ਗੋਲ ਗੱਪੇ ਵੀ ਵੇਚੇ ਮਨਿਆਰੀ ਦੀ ਦੁਕਾਨ ਵੀ ਚਲਾਈ ਇਸ ਤੋਂ ਇਲਾਵਾ ਹੋਰ ਕਈ ਕੰਮ ਕੀਤੇ ਤੇ ਆਖਿਰ 'ਚ ਇਹ ਢਾਬਾ ਚਲਾਉਂਦੇ ਨੇ ਪਹਿਲਾਂ ਚਾਹ ਵੇਚਦੇ ਸੀ ਫਿਰ ਹੌਲੀ ਇਹਨਾਂ ਨੇ ਰੋਟੀ ਦਾ ਕੰਮ ਸ਼ੁਰੂ ਕੀਤਾ ਅੱਜ ਢਾਬਾ ਬਹੁਤ ਸੋਹਣਾ ਚੱਲਦਾ ਆ ਤਾਂ ਇਹਨਾਂ ਦੇ ਬੇਟਾ ਪਹਿਲਾਂ ਇਹਨਾਂ ਦੇ ਨਾਲ ਕੰਮ ਕਰਵਾਉਂਦੇ ਹੁੰਦੇ ਸੀਗੇ ਪਰ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਰੋਨਾ ਟਾਈਮ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਡੈਥ ਤੋਂ ਬਾਅਦ ਇਹਨਾਂ ਦੀ ਨੂੰਹ ਵੀ ਇਹਨਾਂ ਦੇ ਨਾਲ ਕੰਮ ਕਰਵਾਉਣ ਲੱਗਦੇ ਨੇ ਅੱਜ ਇਹਨਾਂ ਦੀ ਕਹਾਣੀ ਅਸੀਂ ਇਹਨਾਂ ਤੋਂ ਸੁਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਮੈਮ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਥੈਂਕ ਯੂ ਜੀ ਕਿਵੇਂ ਠੀਕ ਹੋ ਹਾਂਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਹਾਂਜੀ ਅੱਛਾ ਕਦੋਂ ਤੁਹਾਡੇ ਹਸਬੈਂਡ ਤੁਹਾਨੂੰ ਛੱਡ ਕੇ ਚਲੇ ਜਾਂਦੇ ਨੇ ਇਹ ਤਕਰੀਬਨ ਜੀ 2003-4 ਦੀ ਗੱਲ ਹੈਗੀ ਹੈ ਜੀ ਹਾਂਜੀ ਵੈਸੇ ਤਾਂ ਉਹ ਪਹਿਲਾਂ ਹੀ ਆਪਣੇ ਆਪ ਦੇ ਤੋਂ ਰਿਸਪੌਂਸਿਬਿਲਿਟੀ ਸਮਝਦਾ ਨਹੀਂ ਸੀਗਾ ਸ਼ੁਰੂ ਤੋਂ ਹੀ ਜਦੋਂ ਮੇਰੀ ਮੈਰਿਜ ਹੋਈ ਹੈਗੀ ਹੈ ਨਸ਼ੇ ਪੱਤੇ ਕਰਦਾ ਸੀਗਾ ਤੇ ਪਰ ਫਿਰ ਵੀ ਉਹਦੇ ਨਾਲ ਲਾਈਫ ਕੱਢਣ ਦੇ ਬਾਵਜੂਦ ਵੀ ਤਾਂ ਉਹਨੇ ਆਪਣੇ ਮੈਂ ਸ਼ੁਰੂ ਤੋਂ ਹੀ ਕੰਮ ਕਰ ਰਹੀ ਹੈਗੀ ਹਾਂ ਜੀ ਮੈਨੂੰ ਤਕਰੀਬਨ ਮੇਰੀ ਮੈਰਿਜ 1982 ਵਿੱਚ ਹੋਈ ਹੈ
83 ਦਾ ਬੇਟੇ ਦਾ ਜਨਮ ਹੈ ਤੇ 84 ਦੀ ਬੇਟੀ ਦਾ ਜਨਮ ਹੈ, 84 ਦਾ। ਵਿਆਹ ਤੋਂ ਬਾਅਦ ਪਤਾ ਕਦੋਂ ਤੁਹਾਨੂੰ ਲੱਗਦਾ ਵੀ ਉਹ ਨਸ਼ਾ ਪੱਤਾ ਕਰਦੇ ਨੇ ਜਾਂ ਹੈ ਨਾ ਰਿਸਪੌਂਸਿਬਿਲਟੀ ਨਹੀਂ ਸਮਝਦੇ ਆਪਣੀ? ਹਾਂਜੀ, ਮੈਨੂੰ ਤਕਰੀਬਨ ਜੀ 6 ਮਹੀਨੇ ਬਾਅਦ ਪਤਾ ਲੱਗ ਗਿਆ ਸੀਗਾ। ਹਾਂਜੀ, ਤੇ ਮੇਰੇ ਮੰਮੀ ਡੈਡੀ ਹੁਣਾਂ ਨੇ ਉਦੋਂ ਮੈਨੂੰ ਕਿਹਾ ਵੀ ਤੂੰ ਡਿਵੋਰਸ ਦੇ ਦੇ, ਤੇ ਡਿਵੋਰਸ ਦੇ ਕੇ ਵੀ ਆਪਾਂ ਜੇ ਤੂੰ ਪੜ੍ਹਨਾ ਚਾਹੁੰਦੀ ਤਾਂ ਪੜ੍ਹਾਵਾਂਗੇ, ਅਗਰ ਤੂੰ ਮੈਰਿਜ ਕਰਾਉਣਾ ਚਾਹੁੰਦੀ ਹੈ ਤਾਂ ਮੈਰਿਜ ਕਰਾਂਗੇ ਤੇਰੀ ਅਸੀਂ। ਤੇ ਪਰ ਉਦੋਂ ਪਤਾ ਨਹੀਂ ਬਚਪਨਾ ਸੀਗਾ ਤੇ ਉਮਰ ਛੋਟੀ ਸੀ, 17 ਸਾਲ ਦੀ ਦਾ ਵਿਆਹ ਹੋ ਗਿਆ ਸੀਗਾ, 17। ਤੇ ਉਦੋਂ ਪਤਾ ਇੱਕ ਸਿਰਫ ਇਹ ਸੀ ਹੁੰਦਾ ਸੀ ਵੀ ਨਹੀਂ ਇੱਦਾਂ ਜੇ ਉਸ ਟਾਈਮ ਦੇ ਉੱਤੇ ਕੋਈ ਇੱਦਾਂ ਡਿਵੋਰਸ ਵਾਲੀ ਕੋਈ ਗੱਲ ਵੀ ਹੁੰਦੀ ਨਹੀਂ ਸੀਗੀ, ਕਿਉਂਕਿ ਲੋਕੀ ਬਹੁਤ ਜ਼ਿਆਦਾ ਮਾੜਾ ਸਮਝਦੇ ਸੀਗੇ ਵੀ ਕਿਸੇ ਦੇ ਖਾਨਦਾਨ ਦੀ ਕੁੜੀ ਜਾਂ ਵੀ ਇੱਦਾਂ ਡਿਵੋਰਸ ਹੋਵੇ। ਤੇ ਇਸ ਕਰਕੇ ਮੈਂ ਉਹਨੂੰ ਨਹੀਂ ਡਿਵੋਰਸ ਦੇ ਸਕੀ। ਪਹਿਲਾਂ ਤਾਂ ਮਤਲਬ ਕਿ ਆਪਣੇ ਉਹਦੇ ਵਿੱਚ ਆ ਗਈ ਵੀ ਮੈਨੂੰ ਨਹੀਂ, ਮੇਰਾ ਹੋ ਗਿਆ ਬੱਚਾ ਹੋਣ ਵਾਲਾ ਹੋ ਗਿਆ ਸੀਗਾ, ਬੇਟਾ ਮੇਰਾ ਹੋਣ ਵਾਲਾ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਬੇਟਾ ਹੋ ਗਿਆ, ਬੇਟੇ ਦੇ ਮੋਹ ਪਿਆਰ ਦੇ ਵਿੱਚ ਬੰਦਾ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਸ਼ਾਇਦ ਹੁਣ ਠੀਕ ਹੋ ਜਾਵੇ, ਹੁਣ ਠੀਕ ਹੋ ਜਾਵੇ, ਆਸ ਹੁੰਦੀ ਹੋਈ ਹੈ ਬੰਦੇ ਨੂੰ। ਤੇ ਉਸ ਤੋਂ ਬਾਅਦ ਫਿਰ ਬੇਟੀ ਹੋ ਗਈ ਮੇਰੀ 1.5 ਪੌਣੇ 2 ਸਾਲ ਬਾਅਦ। ਫਿਰ ਬੇਟੀ ਦਾ ਥੋੜ੍ਹਾ ਜਿਹਾ ਹੋ ਗਿਆ, ਚਲੋ ਬੱਚੇ ਹੋ ਗਏ ਨੇ, ਸ਼ਾਇਦ ਸਮਝ ਜਵੇ, ਸੁਧਰ ਜਵੇ ਸ਼ਾਇਦ। ਪਰ ਉਹ ਜਿਵੇਂ ਜਿਵੇਂ ਮੇਰੀ ਲਾਈਫ ਅੱਗੇ ਵੱਧਦੀ ਗਈ ਉਵੇਂ ਉਵੇਂ ਉਹ ਜ਼ਿਆਦਾ ਮੈਨੂੰ ਮਤਲਬ ਕਿ ਤੰਗ ਵੀ ਕਰਦਾ ਸੀ, ਕੁੱਟਦਾ ਮਾਰਦਾ ਵੀ ਸੀਗਾ। ਹਾਂਜੀ, ਤਕਰੀਬਨ ਮੇਰੇ ਸਿਰ ਦੇ ਵਿੱਚ 22 ਟਾਂਕੇ ਲੱਗੇ ਹੋਏ ਨੇ ਜੀ। ਅੱਛਾ। ਹਾਂਜੀ। ਉਹ ਕੀ ਘਟਨਾ ਹੁੰਦੀ ਆ? ਘਟਨਾ ਬਸ ਇੱਦਾਂ ਹੀ ਆ ਵੀ ਹਾਂ ਤੂੰ ਕਿੱਥੇ ਚੱਲੇ ਆ, ਕਿਉਂ ਮੈਂ ਜੇ ਬਿਆਸ ਜਾਂ ਸਤਸੰਗ ਤੇ ਮੇਰੇ ਮੰਮੀ ਡੈਡੀ ਸ਼ੁਰੂ ਤੋਂ ਹੀ ਬਿਆਸ ਜਾਂਦੇ ਸੀ, ਸਤਸੰਗ ਤੇ ਜਾਂਦੇ ਸੀਗੇ। ਅਗਰ ਮੈਂ ਆਪਣੀ ਮੰਮੀ ਹੁਣਾਂ ਨਾਲ ਬਿਆਸ ਵੀ ਚਲੇ ਗਈ ਹੈਗੀ ਆ ਤਾਂ ਇਹਨੇ ਇਸ਼ੂ ਬਣਾਉਂਦਾ ਹੁੰਦਾ ਸੀਗਾ, ਬਸ ਕਿਸੇ ਵੀ ਗੱਲ ਦਾ ਇਸ਼ੂ ਬਣਾਉਂਦਾ ਹੁੰਦਾ ਸੀਗਾ। ਉਦੋਂ ਮੈਨੂੰ ਇੰਨੀ ਨੌਲੇਜ ਨਹੀਂ ਸੀ, ਮੈਂ ਬਿਲਕੁਲ ਬਹੁਤ ਜ਼ਿਆਦਾ ਬੰਦਾ ਕਹਿੰਦੇ ਨਾ ਨਿਆਣੀ ਮੱਤ ਦੇ ਵਿੱਚ ਸੀ, ਕਿਉਂਕਿ ਮੈਂ ਪਿੰਡ ਵਿੱਚ ਹੀ ਪੜ੍ਹੀ ਸੀਗੀ, ਆਪਣੇ ਨਾਨਕੇ ਘਰ ਵਿੱਚ ਰਹਿੰਦੀ ਹੁੰਦੀ ਸੀਗੀ। ਤੇ ਜਦੋਂ ਉਹਨੇ ਮੇਰੇ ਮਾਰੇ, ਮੇਰੇ ਪਹਿਲੀ ਵਾਰ ਉਹਨੇ ਮੇਰੇ ਸਿਰ ਦੇ ਵਿੱਚ ਬੇਟਾ, ਉਦੋਂ ਮੇਰਾ ਤਕਰੀਬਨ ਛੋਟਾ ਜਿਹਾ, ਮੇਰਾ ਬੇਟਾ ਤੇ ਬੇਟੀ ਦੋਨੇ ਹੋ ਗਏ ਸੀ ਜਦੋਂ ਉਹਨੇ ਮੇਰੇ ਪਹਿਲੀ ਵਾਰ ਸਿਰ ਦੇ ਵਿੱਚ ਮਾਰਿਆ। ਉੱਦਾਂ ਤਾਂ ਮੈਨੂੰ ਮਾਰਦਾ ਮੁਰਦਾ ਰਹਿੰਦਾ ਹੀ ਸੀਗਾ, ਤੇ ਉਹਨੇ ਮੇਰੇ ਮਾਰਿਆ ਸਿਰ ਦੇ ਵਿੱਚ, ਮੇਰੇ 12 ਟਾਂਕੇ ਲੱਗੇ। ਹਾਂਜੀ, ਤੇ ਇੱਦਾਂ ਹੀ ਫਿਰ 2-4 ਸਾਲ ਨਿਕਲ ਗਏ। ਤਾਂ ਉਸ ਤੋਂ ਬਾਅਦ ਉਹਨੇ ਫਿਰ ਕੋਈ ਨਾ ਕੋਈ ਇਸ਼ੂ ਬਣਾ ਕੇ ਫਿਰ ਮੇਰੇ ਸਿਰ 'ਚ ਮਾਰਿਆ। ਉਸੇ ਜਗ੍ਹਾ ਤੇ? ਨਹੀਂ ਜੀ, ਪਹਿਲਾਂ ਮੇਰੇ ਮਤਲਬ ਕਿ ਇੱਥੇ ਮੱਥੇ ਇੱਥੇ ਲੱਗੇ ਹੋਏ ਨੇ ਟਾਂਕੇ, ਫਿਰ ਇੱਥੇ ਲੱਗੇ ਹੋਏ ਨੇ। ਫਿਰ ਜਦ ਕਿ ਉੱਥੇ ਦੇ ਨਾ ਪਿੰਡ ਦੇ ਸਰਪੰਚ ਵੀ ਕਹਿ ਰਹੇ ਸੀਗੇ ਵੀ ਤੂੰ ਕੁੜੀ ਛੱਡ ਦੇ ਪਰ ਇਹਨਾਂ ਨੂੰ ਕੀ ਕਰਨਾ। ਉਸ ਪਿੰਡ ਦੇ ਸਰਪੰਚ ਵੀ ਮੈਨੂੰ ਖੁਦ ਕਹਿ ਰਹੇ ਸੀ ਵੀ ਤੂੰ ਆਪਣੇ ਲਾਈਫ ਬਣਾ, ਤੂੰ ਕੀ ਕਰਨਾ ਹੈਗਾ, ਛੱਡ ਪਰੇ। ਮੈਂ ਕਿਹਾ ਨਹੀਂ, ਮੇਰੇ ਬੱਚੇ ਹੈਗੇ ਨੇ, ਮੈਂ ਨਹੀਂ ਛੱਡਣਾ ਹੈਗਾ। ਦੂਜੀ ਵਾਰ ਫਿਰ ਉਹਨੇ ਮੈਨੂੰ ਜਦੋਂ ਮਾਰਿਆ, ਮਤਲਬ 2-3 ਸਾਲ ਬਾਅਦ ਫਿਰ ਮਾਰਿਆ ਉਹਨੇ ਮੇਰੇ, ਫਿਰ ਮੇਰੇ 14-15 ਟਾਂਕੇ ਲੱਗੇ ਫਿਰ ਉਸ। ਹਾਂਜੀ, ਸਿਰ ਦੇ ਵਿੱਚ ਹੀ। ਤੇ ਫਿਰ ਉਸ ਤੋਂ ਬਾਅਦ ਮੈਨੂੰ ਜ਼ਿਆਦਾ ਉਹਦੇ ਨਾਲ ਨਫ਼ਰਤ ਪੈਦਾ ਹੋ ਗਈ, ਮਤਲਬ ਕਿ ਮੈਂ ਆਪਣੇ ਸਟੈਂਡ ਖੁਦ ਲੈਣ ਲੱਗੀ ਵੀ ਮੈਂ ਆਪਣਾ ਕੰਮ ਕਰਕੇ ਬੱਚੇ ਪਾਲੂੰਗੀ। ਪਰ ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਸੀਗਾ ਵੀ ਮੈਨੂੰ ਅੱਜ ਵੀ ਛੱਡ ਦੇਵਾਂ ਤੇ ਮੈਨੂੰ ਤਲਾਕ ਲੈ ਕੇ ਵੀ ਮੈਂ ਆਪਣਾ ਕੰਮ ਕਰਾਂ। ਕਿਉਂਕਿ ਮੇਰੇ ਮੰਮੀ ਹੋਣਾ ਨੇ ਮੈਨੂੰ 1990 ਦੇ ਵਿੱਚ 1988 ਵਿੱਚ ਮੈਨੂੰ ਇੱਥੇ ਮਕਾਨ ਬਣਾ ਕੇ ਦਿੱਤਾ ਸੀਗਾ, 75 ਗਜ਼ ਜਗ੍ਹਾ ਲੈ ਕੇ। ਮੇਰੇ ਪਾਪਾ ਨੇ, ਮੇਰੇ ਮੰਮੀ ਨੇ ਮੈਨੂੰ 75 ਗਜ਼ ਜਗ੍ਹਾ ਲੈ ਕੇ ਤੇ ਮੈਨੂੰ ਮਕਾਨ ਕਿਸ਼ਤਾਂ ਦੀ ਜਗ੍ਹਾ ਲੈ ਕੇ ਦਿੱਤੀ। ਉਹਨਾਂ ਨੇ ਮੈਨੂੰ ਮਕਾਨ ਬਣਾ ਕੇ ਦਿੱਤਾ। ਤੇ ਫਿਰ ਮੈਂ 1990 ਦੇ ਵਿੱਚ ਕਚਹਿਰੀ 'ਚ ਕੰਮ ਕਰਨ ਲੱਗੀ ਸੀਗੀ। ਹਸਬੈਂਡ ਨਾਲ ਰਹਿੰਦੇ ਸੀਗੇ ਤੁਹਾਡੇ? ਬਸ ਉਹ ਆ ਜਾਂਦਾ ਸੀ, ਚਲੇ ਜਾਂਦਾ ਸੀਗਾ। ਹਾਂ, ਇੱਥੇ ਆ ਕੇ ਵੀ ਇੱਦਾਂ ਹੀ ਮਾਰ ਕੁਟਾਈ, ਉਹ ਕਰ ਅਗਲੇ ਆ ਗਿਆ, ਸਮਾਨ ਚੱਕ ਕੇ ਵੇਚਤਾ ਉਹਨੇ। ਅਗਰ ਕੁਛ ਵੀ ਕੋਈ ਵੀ ਚੀਜ਼ ਮਾੜੀ ਮੋਟੀ, ਕੋਈ TV ਬਣਾਉਣਾ, ਕੋਈ ਥੋੜ੍ਹਾ ਬਹੁਤ ਕੋਈ ਵੀ ਕੰਮ ਕਰਨਾ। ਇੱਕ ਵਾਰੀ ਮਕਾਨ ਦਾ ਮੈਂ ਕਿਹਾ ਕਮਰਾ ਬਣਾਉਣਾ ਹੈਗਾ, ਚੱਲ ਮੂਹਰੇ ਲਈ ਮਾੜਾ ਮੋਟਾ ਸਮਾਨ ਲਿਆ ਕੇ ਰੱਖਿਆ ਤੇ ਉਹ ਮੈਂ ਕੰਮ ਤੇ ਗਈ, ਮੇਰੇ ਆਂਦੀ ਨੂੰ ਵੇਚਤਾ ਉਹਨੇ। ਅੱਛਾ। ਹਾਂਜੀ, ਵੀ ਕੋਈ ਵੀ ਚੀਜ਼ ਹੁੰਦੀ ਸੀ ਵੇਚ ਦਿੰਦਾ ਸੀਗਾ। ਤੇ ਤੁਸੀਂ ਕੰਮ ਤੇ ਜਾਂਦੇ ਹੋ, ਮਗਰੋਂ ਸਮਾਨ ਵੇਚ ਦਿੰਦੇ? ਸਮਾਨ ਵੇਚ ਦਿੰਦਾ ਸੀ, ਹਾਂਜੀ ਹਾਂਜੀ। ਤੇ ਕਾਫੀ ਦੇਰ ਫਿਰ ਮੇਰੇ ਮੰਮੀ ਡੈਡੀ ਆਉਂਦੇ, ਜਾਨੂੰ ਉਹ ਮਾਰ ਮੂਰ ਕੇ ਕੁੱਟ ਕੱਟ ਕੇ ਚਲੇ ਜਾਂਦਾ ਸੀ, ਭੱਜ ਜਾਂਦਾ ਸੀਗਾ। ਤੇ ਉਹ ਫਿਰ 2-4 ਮਹੀਨੇ ਆ ਕੇ ਬਾਅਦ ਫਿਰ ਮਾਫੀ ਮੂਫੀ ਮੰਗਣੀ, ਗਲਤੀ ਗੁਲਤੀ ਮੰਗਣੀ, ਨਹੀਂ ਮੈਂ ਇੱਦਾਂ ਕਰਾਂਗਾ, ਮੈਂ ਇੱਦਾਂ ਕਰਾਂਗਾ। ਤੇ ਫਿਰ ਉਸ ਤੋਂ ਬਾਅਦ ਉਹਨੇ ਉਹੀ ਗੱਲ ਕਰਨੀ। ਉਹਦਾ ਜੀ ਇੱਦਾਂ ਹੀ ਕਰਦੇ ਕਰਦੇ ਮੈਂ ਫਿਰ 1995-96 ਵਿੱਚ ਮੇਰੇ ਬੱਚੇ ਵੀ ਕਾਫੀ ਜ਼ਿਆਦਾ ਮਤਲਬ ਕਿ ਹੋ ਗਏ ਸੀ। 5ਵੀਂ-6ਵੀਂ 'ਚ ਬੇਟਾ ਪੜ੍ਹਦਾ ਸੀਗਾ, ਤੀਜੀ 'ਚ ਕੁੜੀ ਪੜ੍ਹਦੀ ਸੀਗੀ। ਤੇ ਉਸ ਤੋਂ ਬਾਅਦ ਮੈਂ ਡਿਵੋਰਸ ਦਾ ਵੀ ਉਹਨੂੰ ਕਿਹਾ ਮੈਂ ਡਿਵੋਰਸ ਲੈਣਾ ਹੈਗਾ, ਮੈਂ ਇੱਦਾਂ ਕਰਨਾ ਹੈਗਾ। ਉਹ ਫਿਰ ਚਲੋ ਕਰਦੇ ਕਰਾਉਂਦੇ ਵੀ ਨਹੀਂ, ਚੱਲ ਬੱਚੇ ਵੱਡੇ ਹੋ ਗਏ ਨੇ, ਹੁਣ ਹੋ ਗਿਆ 12 ਸਾਲ ਦਾ ਹੋ ਗਿਆ ਬੱਚਾ, 13 ਸਾਲ ਦਾ ਹੋ ਗਿਆ, ਕੋਈ ਗੱਲ ਨਹੀਂ 2-4 ਸਾਲ ਹੋਰ ਆ ਵੀ ਬੱਚਾ ਕੰਮ ਕਰੂਗਾ ਨਾਲ ਤੁਹਾਡੇ, ਉਹ ਕਰੂਗਾ। 97-96 ਦੇ ਵਿੱਚ ਜਦੋਂ ਉਸ ਤੋਂ ਬਾਅਦ ਤਕਰੀਬਨ ਮੇਰੇ ਕੋਲ ਬਹੁਤ ਜ਼ਿਆਦਾ ਘੱਟ ਇੱਥੇ ਰਹਿਣ ਲੱਗ ਗਿਆ ਸੀਗਾ।
ਵੀ ਉਦੋਂ ਜੇ ਸਾਲ ਦੇ ਵਿੱਚ ਕਦੇ ਇੱਕ ਅੱਧਾ ਮਹੀਨਾ ਆਉਣਾ 10 ਦਿਨ, ਉਹ ਬੱਚੇ ਵੀ ਇੰਨਾ ਡਰਦੇ ਹੁੰਦੇ ਸੀ ਉਹਨੂੰ ਦੇਖ ਕੇ। ਬੇਟਾ ਮੇਰਾ ਇੰਨਾ ਡਰਦਾ ਹੁੰਦਾ ਸੀ ਉਹਨੂੰ ਦੇਖ ਕੇ ਵੀ ਹਾਏ ਉਹ ਡੈਡੀ ਆ ਗਿਆ, ਜੀਤਾ ਹੀ ਕਹਿੰਦਾ ਹੁੰਦਾ ਸੀ ਉਹਨੂੰ, ਜੀਤਾ ਆ ਗਿਆ ਹੈਗਾ, ਮੰਮੀ ਜੀਤਾ ਆ ਗਿਆ ਹੈਗਾ, ਹੁਣ ਕੁੱਟੂਗਾ ਉਹ ਤੁਹਾਨੂੰ ਹੈ। ਉਹ ਬੱਚੇ ਵੀ ਛੋਟੇ ਬੱਚੇ ਦੇ ਸਾਹਮਣੇ ਕੁੱਟਦੇ ਸੀ? ਹਾਂਜੀ ਹਾਂਜੀ, ਬੱਚੇ ਆ ਸਾਹਮਣੇ। ਜੇ ਇੱਕ ਵਾਰੀ ਬੱਚੇ ਨੂੰ, ਬੇਟੇ ਨੂੰ ਇੰਨਾ ਕੁ ਉਹਨੇ ਮਾਰਿਆ ਸੀ ਨਾ, ਉਹ ਸਕੂਲ ਜਾਂਦਾ ਹੁੰਦਾ ਸੀ, ਉਹਦੇ ਬੇਟੇ ਦੇ ਮਾਰ ਮਾਰ ਕੇ ਉਹਨਾਂ ਨੇ ਫੱਟੀਆਂ, ਜਿਹੜੇ ਸਕੂਲ ਫੱਟੀ ਲੈ ਕੇ ਜਾਂਦੇ ਹੁੰਦੇ ਨੇ ਬੱਚਿਆਂ ਦੇ, ਉਹ ਮਾਰ ਮਾਰ ਕੇ ਤੇ ਉਹਦੇ ਲਾਸ਼ਾਂ ਪੈ ਗਈਆਂ ਸੀਗੀਆਂ। ਹਾਂਜੀ, ਮੈਂ ਉਦੋਂ ਕਿਰਾਏ 'ਤੇ ਰਹਿੰਦੀ ਹੁੰਦੀ ਸੀ। ਮੈਨੂੰ ਸਾਡੇ ਜਿਹੜੇ ਮਾਲਕ ਮਕਾਨ ਨੇ ਉਹ ਮੈਨੂੰ, ਬੇਟੇ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਮੈਨੂੰ ਮਾਰਿਆ ਹੈਗਾ। ਮੈਨੂੰ ਮਾਲਕ ਮਕਾਨਾਂ ਨੇ ਸਵੇਰੇ ਕਿਹਾ ਵੀ ਇਦਾਂ ਕਰਕੇ ਬੱਚੇ ਨੂੰ ਇੰਨਾ ਮਾਰ ਸਕਦਾ ਹੈ ਵੀ ਕੱਲ੍ਹ ਨੂੰ ਤੇਰੇ ਬੇਟੇ ਨੂੰ ਕੁਝ ਹੋ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ। ਫਿਰ ਉਸ ਤੋਂ ਬਾਅਦ ਜਾਣੀ ਮੈਨੂੰ ਬਿਲਕੁਲ ਹੀ ਉਹਦੇ ਨਾਲੋਂ ਉਹ ਹੋ ਗਿਆ ਵੀ ਮੈਨੂੰ ਤਾਂ ਮਾਰਦਾ ਸੀ, ਇਹ ਬੱਚਿਆਂ ਨੂੰ ਵੀ ਮਾਰਨ ਲੱਗ ਗਿਆ ਹੈਗਾ। ਤੇ ਫਿਰ ਵੀ ਚਲੋ ਮੈਂ ਜਾਂਦੀ ਸੀ, ਕੋਈ ਇਹੋ ਜਿਹੀ ਗੱਲ ਨਹੀਂ। ਸਹੁਰੇ ਘਰ ਦੇ ਵਿੱਚ ਮੈਂ ਹੁਣ ਵੀ ਜਾਂਦੀ ਹਾਂ, ਸਹੁਰੇ ਘਰ ਦੇ ਵਿੱਚ ਮੈਂ ਅੱਜ ਵੀ ਜਾਂਦੀ ਹਾਂ। ਮੈਂ ਆਪਣੀ ਨਨਾਣ ਨਾਲ, ਆਪਣੇ ਉਹਨਾਂ ਨਾਲ, ਸਹੁਰੇ ਨਾਲ, ਪਰਿਵਾਰ ਨਾਲ, ਹਾਂਜੀ ਮੈਂ ਸਾਰਿਆਂ ਨਾਲ ਵਰਤਦੀ ਹੈਗੀ ਹਾਂ। ਅੱਜ ਵੀ ਮੈਂ ਜਾਂਦੀ ਹੈਗੀ ਉਹਨਾਂ ਦੇ ਕੋਲੇ। ਉਸ ਤੋਂ ਬਾਅਦ ਜਦੋਂ ਫਿਰ ਮਤਲਬ 1900 ਜਦੋਂ ਅਸੀਂ ਮੈਂ ਇੱਧਰ ਆ ਗਈ ਹੈ ਨਾ, ਉਹਨੇ 1997-98 ਜਦੋਂ ਮੈਂ ਦੁਕਾਨ ਖੋਲ੍ਹੀ ਹੈ, ਦੁਕਾਨ ਖੋਲ੍ਹਣ ਤੋਂ ਬਾਅਦ ਮੈਂ ਕੰਮ ਕਰਦੀ ਸੀਗੀ। ਫਿਰ ਮੈਂ ਮਨਿਆਰੀ ਦੁਕਾਨ ਕੀਤੀ। ਮੈਂ 2000 ਦੇ ਵਿੱਚ ਬੇਟੀ ਦਾ ਵਿਆਹ ਕੀਤਾ, 2001 ਦੇ ਵਿੱਚ ਬੇਟੀ ਦਾ ਵਿਆਹ ਕਰਤਾ ਮੈਂ। ਬੇਟੀ ਵੀ ਮੇਰੇ 18 ਸਾਲ ਦੀ ਸੀ ਜਦੋਂ ਮੈਂ ਵਿਆਹ ਕਰਤਾ ਸੀਗਾ, ਵੀ ਮੈਂ ਇਕੱਲੀ ਹੋਣ ਦੇ ਬਾਵਜੂਦ ਵਿਆਹ ਕਰਤਾ। ਬੇਟਾ ਮੇਰਾ ਸਾਲ ਵੱਡਾ ਹੈਗਾ ਉਦੋਂ ਸੀਗਾ। ਤੇ ਵਿਆਹ ਕਰਨ ਤੋਂ ਬਾਅਦ ਮੈਂ ਬੇਟੀ ਆਪਣੇ ਘਰੇ ਚਲੀ ਗਈ। ਬੇਟੀ ਆਪਣੇ ਘਰੇ ਠੀਕ ਸੀਗੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਤੇ ਵਧੀਆ ਆਪਣੇ ਘਰ ਦੇ ਵਿੱਚ ਹੈ। ਤੇ ਮੈਂ ਉਸ ਤੋਂ ਬਾਅਦ ਜਦੋਂ ਮੇਰਾ ਫਿਰ ਮੇਰਾ ਕੰਮ ਨਾ ਸਾਹਮਣੇ ਮੰਡੀਆਂ ਲੱਗਣ ਲੱਗ ਗਈਆਂ ਸੀਗੀਆਂ। ਉਦੋਂ ਮੰਡੀਆਂ ਲੱਗਣ ਨਾਲ ਸਾਡਾ ਕੰਮ ਮੇਰਾ ਬਹੁਤ ਡਾਊਨ ਹੋ ਗਿਆ। ਪਹਿਲਾਂ ਮਨੇਰੇ ਦੀ ਦੁਕਾਨ ਬਹੁਤ ਵਧੀਆ ਚੱਲਦੀ ਸੀਗੀ। ਮੈਨੂੰ ਉਦੋਂ ਮੇਰਾ ਨਾਮ ਗੁਰਪ੍ਰੀਤ ਕੌਰ ਹੈ, ਤੇ ਮੈਨੂੰ ਉਦੋਂ ਬਸ ਸਾਰੇ ਨਾਮ ਕਹਿਣ ਉਹ ਪ੍ਰੀਤੀ ਦੀ ਦੁਕਾਨ 'ਤੇ ਚੱਲੀਏ, ਪ੍ਰੀਤੀ ਦੀ ਦੁਕਾਨ 'ਤੇ ਚੱਲੀਏ। ਲੋਕਾਂ ਨੇ ਮੇਰਾ ਨਾਮ ਪ੍ਰੀਤੀ ਪਾਇਆ ਹੋਇਆ ਵੀ ਪ੍ਰੀਤੀ ਮਨਿਆਰੀ ਵਾਲੀ, ਪ੍ਰੀਤੀ ਮਨਿਆਰੀ ਵਾਲੀ। ਅੱਜ ਜਦ ਕਿ ਮੈਨੂੰ ਸਾਰੇ ਜਾਣਦੇ ਨੇ, ਅਗਲਾ ਕਹਿੰਦਾ ਪ੍ਰੀਤੀ ਢਾਬੇ ਵਾਲੀ। ਹਾਂਜੀ, ਜਿੰਨੇ ਵੀ ਲੋਕੀ ਨੇ ਸਭ ਮੈਨੂੰ ਜਾਣਦੇ ਨੇ। ਅਗਲਾ ਕਹਿੰਦਾ ਪ੍ਰੀਤੀ ਢਾਬੇ ਵਾਲੀ ਹੈਗੀ ਆ। ਉਹਨਾਂ ਜਿਹਨੂੰ ਮਰਜ਼ੀ ਪੁੱਛ ਲਓ ਜੀ, ਤਕਰੀਬਨ ਗਿੱਲ ਚੌਂਕ ਤੱਕ ਸਾਡੀ ਰੋਟੀ, ਗਿੱਲ ਚੌਂਕ, ਦੁੱਗਰੀ, ਅਤੇ ਬਹੁਤ ਦੂਰੋਂ ਲੋਕੀ ਰੋਟੀ ਲੈਣ ਵਾਸਤੇ ਆਉਂਦੇ ਨੇ ਹੁਣ ਵੀ, ਅੱਜ ਵੀ। ਅਤੇ ਉਸ ਤੋਂ ਬਾਅਦ ਜਦੋਂ ਮੇਰਾ ਮਤਲਬ ਪੂਰਾ ਇਹ ਚਲੇ ਗਿਆ ਘਰ ਵਾਲਾ, ਮੈਂ ਬੇਟੀ ਦਾ ਵਿਆਹ ਕਰਤਾ ਹੈਗਾ, ਮੈਂ 2003 ਵਿੱਚ ਫਿਰ ਮੇਰਾ ਕੰਮ, ਮੈਂ ਦੁਕਾਨ ਜੋ ਛੱਡਤੀ ਤਾਂ ਮੇਰਾ ਕੰਮ ਬਿਲਕੁਲ ਕੋਈ ਵੀ ਮੈਨੂੰ ਸਮਝ ਨਾ ਲੱਗੇ ਮੈਂ ਹੁਣ ਕੰਮ ਕੀ ਕਰਾਂ। ਅੱਛਾ। ਤੇ ਮੈਂ 2-3 ਸਾਲ ਦੀ ਬ੍ਰੇਕ ਮਤਲਬ ਕਿ ਕਰਤੀ ਕੰਮ ਦੀ। ਮੈਂ ਨਾ ਜਦੋਂ ਮਨਿਆਰੀ ਦੁਕਾਨ ਬਹੁਤ ਵਧੀਆ ਚੱਲਦੀ ਸੀ ਸਾਡੀ, ਸਾਡੇ ਸਾਹਮਣੇ ਬਿਲਕੁਲ ਗਰਾਊਂਡ ਸੀਗਾ, ਉਹਦੇ ਵਿੱਚ ਮੰਡੀਆਂ ਲੱਗਣ ਲੱਗ ਗਈਆਂ ਸੀ ਨਵੀਆਂ। ਇਹ 2001 ਦੀ ਗੱਲ ਹੈਗੀ ਹੈ। ਤੇ ਜਦੋਂ ਮੰਡੀਆਂ ਲੱਗਣ ਲੱਗ ਗਈਆਂ, ਮੰਡੀਆਂ ਲੱਗਣ ਦੇ ਨਾਲ ਸਾਡੀ ਦੁਕਾਨ ਬਿਲਕੁਲ ਮਤਲਬ ਕਿ ਕੰਮ ਬਿਲਕੁਲ ਠੱਪ ਹੋ ਗਿਆ ਸਾਡਾ, ਤੇ ਕਿਰਾਇਆ ਦੇਣਾ ਵੀ ਮੁਸ਼ਕਿਲ ਹੋ ਗਿਆ। ਜਦ ਕਿ ਮੇਰਾ ਕਿਰਾਇਆ ਵਧੀਆ ਨਿਕਲਦਾ ਸੀ, ਉਦੋਂ ਮੈਂ ਕਿਰਾਇਆ ਵੀ ਦੇ ਨਾ ਸਕੀ, ਤੇ ਹੋਰ ਮੈਨੂੰ ਕੋਈ ਵੀ ਇਨਕਮ ਹੈ ਨਹੀਂ ਸੀਗੀ। ਠੀਕ ਹੈ, ਮੇਰੇ ਮੰਮੀ ਪਾਪਾ ਸਾਥ ਦਿੰਦੇ ਸੀਗੇ, ਪਰ ਫਿਰ ਵੀ ਇਨਕਮ ਮੇਰੇ ਲਈ ਕੁਛ ਨਹੀਂ ਸੀਗੀ। ਤੇ ਉਸ ਤੋਂ ਬਾਅਦ ਜਦੋਂ ਮੈਂ ਦੁਕਾਨ ਸਮਾਨ ਚੱਕ ਕੇ ਮੈਂ ਆਪਣਾ ਘਰੇ ਲੈ ਕੇ ਆਈ, ਤੇ ਮੈਂ ਫਿਰ ਜਿਹੜਾ ਮੇਰਾ ਸਮਾਨ ਸੀਗਾ ਮੈਂ ਮੰਡੀਆਂ ਵਿੱਚ ਆਪ ਮੰਜੇ ਲੈ ਕੇ, ਮੰਡੇ ਨਾਲ ਮੇਰੇ ਪਾਪਾ ਹੀ ਜਾਂਦੇ ਹੁੰਦੇ ਸੀਗੇ, ਤੇ ਮੈਂ ਮੰਡੀ ਦੇ ਵਿੱਚ ਸਮਾਨ ਵੇਚਦੀ ਹੁੰਦੀ ਸੀਗੀ। ਜਿੰਨਾ ਵੀ ਮੇਰਾ ਸਮਾਨ ਸੀ, ਜਾਂ ਮੈਂ ਹੋਰ ਵੀ ਲਿਆ ਕੇ ਵੇਚਿਆ, ਕੋਈ ਇਹ ਨਹੀਂ ਹੈਗਾ ਵੀ ਮੈਂ ਉਹੀ ਦੁਕਾਨ ਵਾਲੇ ਸਮਾਨ ਵੇਚਿਆ। ਮੈਂ ਬਾਹਰੋਂ ਸਮਾਨ ਲਿਆ ਕੇ ਵੀ ਮੰਡੀਆਂ ਵਿੱਚ 2 ਸਾਲ ਮੈਂ ਮੰਡੀਆਂ ਲਾਈਆਂ, ਮੰਡੀ ਵਿੱਚ ਸਮਾਨ ਰੱਖ ਕੇ ਵੇਚਦੀ ਸੀ। ਫਿਰ ਮੈਂ ਥੋੜ੍ਹੀ ਦੇਰ ਮਤਲਬ ਜਦੋਂ ਕੰਮ ਕਾਰ ਨਹੀਂ ਮੇਰੇ ਕੋਈ ਦਿਮਾਗ 'ਚ ਆਇਆ, ਮੇਰੀ ਸਾਲ ਡੇਢ 2 ਸਾਲ ਦੀ ਬ੍ਰੇਕ ਲੱਗ ਗਈ ਕੰਮ ਦੀ। ਪਰ ਫਿਰ ਰੋਟੀ ਦਾ ਸਾਧਨ, ਬੇਟਾ ਉਦੋਂ ਮਸਾਂ ਮਤਲਬ 20 ਸਾਲ ਦਾ ਸੀਗਾ, ਤੇ ਬੇਟਾ ਵੀ ਕੰਮ ਕਰਦਾ ਸੀ, ਪਰ ਨਹੀਂ ਅਜੇ ਬੱਚਾ ਤਾਂ ਬੱਚਾ ਹੀ ਹੁੰਦਾ ਨਾ, ਇੰਨਾ ਨਹੀਂ ਦਿਮਾਗ 'ਚ ਸੀਗਾ ਉਹਦੇ। ਤੇ ਮੈਂ ਫਿਰ ਅਸੀਂ ਕੀ ਕੀਤਾ, 2 ਸਾਲ ਬ੍ਰੇਕ ਲਾਉਣ ਤੋਂ ਬਾਅਦ ਬਿਲਕੁਲ ਕੰਮ ਕਰਦੇ ਸੀ, ਰੋਟੀ ਬਣ ਤੋਂ ਆਵਾਜ਼ਾਰ ਹੋ ਗਏ। ਫਿਰ ਮੈਂ ਆਪਣਾ ਮਕਾਨ ਵੇਚ ਦਿੱਤਾ ਜੀ। ਮਕਾਨ ਵੇਚ ਕੇ ਫਿਰ ਮੈਂ ਦੁਕਾਨ ਲਈ, ਦੁਕਾਨ ਲੈ ਕੇ, ਤੇ ਇਹ 2003 ਦੀ ਗੱਲ ਹੈ ਜੀ ਜਦੋਂ ਮੈਂ ਦੁਕਾਨ ਲਈ ਹੈਗੀ। ਦੁਕਾਨ ਲੈ ਕੇ ਮੈਂ ਇੱਥੇ ਸਭ ਤੋਂ ਪਹਿਲਾਂ ਮੈਂ PCO ਦਾ ਕੰਮ ਖੋਲ੍ਹਿਆ ਦੁਕਾਨ ਦੇ ਵਿੱਚ। PCO ਉਦੋਂ ਪਹਿਲਾਂ ਤਾਂ ਸਾਡਾ ਕੋਈ ਮਤਲਬ ਜਿਹਨੂੰ ਅਸੀਂ ਪੈਸੇ ਦਿੱਤੇ, ਉਦੋਂ 10-12 ਹਜ਼ਾਰ 15 ਹਜ਼ਾਰ ਲੱਗਦਾ ਸੀ PCO ਦੇ ਉੱਤੇ, ਤੇ PCO ਵਾਲੇ ਨੇ ਪੈਸੇ ਦਿੱਤੇ, ਤੇ PCO ਵਾਲਾ ਉਹ ਪੈਸੇ ਲੈ ਕੇ ਭੱਜ ਗਿਆ ਪਹਿਲਾਂ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਕਾਫੀ ਦੇਰ ਫਿਰ ਕਰ ਕੇ ਜਦੋਂ ਜ਼ਹਿਰ ਨਾਲ, ਤੇ ਫਿਰ ਪੈਸੇ ਪੂਸੇ ਦਾ ਕਰਕੇ ਮੇਰੇ ਪਾਪਾ ਉਹਨਾਂ ਨੇ ਪੈਸੇ ਦਿੱਤੇ ਕੁਛ ਕਰਕੇ, ਫਿਰ PCO ਦਾ ਕੰਮ ਅਸੀਂ ਖੋਲ੍ਹਿਆ। PCO ਦਾ ਕੰਮ ਜਦੋਂ ਅਸੀਂ ਖੋਲ੍ਹੇ ਸਾਨੂੰ ਬਹੁਤ ਘੱਟ ਗਿਆ ਸੀਗਾ। ਇਹ ਮੈਂ 3 ਦੀ ਗੱਲ ਹੈਗੀ ਹੈ, 3-4 ਦੀ ਗੱਲ ਹੈਗੀ ਆ। ਤੇ ਫਿਰ ਅਸੀਂ ਗੋਲ ਗੱਪਿਆਂ ਦਾ ਕੰਮ ਸ਼ੁਰੂ ਕੀਤਾ।
ਗੋਲ ਗੱਪਿਆਂ ਦਾ ਕੰਮ ਸ਼ੁਰੂ ਕਰਨ ਤੋਂ ਬਾਵਜੂਦ ਅਸੀਂ ਬਾਹਰਲੇ ਪਾਸੇ ਮੇਰੇ ਭਾਬੀ ਜੀ ਸੀਗੇ, ਉਹਨਾਂ ਦੇ ਪੇਕੇ ਘਰ ਦੇ ਗੋਲ ਗੱਪੇ ਬਣਾਉਂਦੇ ਸੀਗੇ। ਅਸੀਂ ਘਰੇ ਗੋਲ ਗੱਪੇ ਬਣਾਉਣੇ, ਘਰੇ ਉਹ ਕਰਨਾ, ਸਭ ਪਾਣੀ ਬਣਾਉਣਾ, ਸਾਰਾ ਕੁਝ ਘਰੇ ਬਣਾਉਣਾ। ਗੋਲ ਗੱਪੇ ਦਹੀਂ ਭੱਲੇ ਅਸੀਂ ਬਣਾ ਕੇ ਸ਼ਾਮ ਨੂੰ ਅਸੀਂ ਰੇਹੜੀ ਲਗਾਉਣੀ ਉਹਦੀ। ਅਤੇ ਰੇਹੜੀ ਲਗਾਉਣ ਤੋਂ ਬਾਅਦ ਜਦੋਂ ਅਸੀਂ ਸ਼ਾਮ ਦੇ ਟਾਈਮ ਗੋਲ ਗੱਪੇ ਦਾ ਕਰਨਾ, ਉਦੋਂ ਸਿਰਫ 2 ਰੁਪਏ ਦੇ 4 ਗੋਲ ਗੱਪੇ ਸੀਗੇ ਦਿੰਦੇ, ਅਤੇ 10 ਰੁਪਏ ਦੀ ਦਹੀਂ ਭੱਲਿਆਂ ਦੀ ਪਲੇਟ ਸੀਗੀ। ਪਰ ਫਿਰ ਵੀ ਕੋਈ ਸੰਤੁਸ਼ਟੀ ਨਹੀਂ ਹੋ ਰਹੀ ਸੀਗੀ ਕੰਮ ਦੀ, ਵੀ ਸ਼ਾਮ ਦੇ ਟਾਈਮ ਕੰਮ ਸੀਗਾ। ਜੇ 100 ਰੁਪਏ ਬੱਚਿਆਂ ਦਾ 100 ਰੁਪਏ ਬੱਟਿਆਂ ਦਾ ਵਿੱਚੋਂ ਖਰਚੇ ਹੁੰਦੇ ਸੀਗੇ। ਹਾਂਜੀ, ਅਤੇ ਫਿਰ ਵੀ ਸਾਨੂੰ ਕੋਈ ਉਹ ਨਾ ਹੋਇਆ ਵੀ ਤੇਲ ਲਿਆਉਣਾ, ਉਹ ਕਰਨਾ। ਫਿਰ ਅਸੀਂ ਉਸ ਤੋਂ ਬਾਅਦ ਮਤਲਬ ਕਿ ਦਹੀਂ ਭੱਲੇ ਗੋਲ ਗੱਪੇ ਹੋ ਗਏ, ਅਤੇ ਨਾਲ ਟਿੱਕੀ ਵੀ ਲਾਈ, ਨਾਲ PCO ਦਾ ਵੀ ਹੋ ਗਿਆ। ਫਿਰ ਅਸੀਂ ਬੈਠੇ ਬੈਠੇ ਨਾ, ਸਾਡੇ ਇੱਕ ਮਾਤਾ ਜੀ ਸੀਗੇ, ਸਾਡੇ ਸਿਕਿਉਰਟੀ ਗਾਰਡ ਵਾਲੇ ਨਾ ਸਾਹਮਣੇ ਹੈਗੇ, ਸਿਕਿਉਰਟੀ ਗਾਰਡ ਖੁੱਲ੍ਹੇ ਸੀ, ਉਹ ਆਉਣ ਲੱਗੇ, ਕਹਿੰਦੇ ਤੁਸੀਂ ਚਾਹ ਦਾ ਕੰਮ ਖੋਲ੍ਹ ਲਓ, ਵੀ ਤੁਸੀਂ ਚਾਹ ਦਾ ਜੇ ਕੰਮ ਕਰੋ ਤਾਂ ਤੁਹਾਡੇ ਕੰਮ ਵਧੀਆ ਕੰਮ ਚੱਲੇ। ਮੈਂ ਕਿਹਾ ਠੀਕ ਹੈ। ਅਤੇ ਪਹਿਲਾਂ ਤਾਂ ਮਨ ਨਹੀਂ ਕਰ ਰਿਹਾ ਸੀਗਾ, ਫਿਰ ਸਾਡੇ ਇੱਕ ਹੈਗੇ ਨੇ ਮਾਤਾ, ਉਹਨਾਂ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਕੰਮ ਕਰੋ, ਵੀ ਕੋਈ ਗੱਲ ਨਹੀਂ ਹੈਗੀ, ਵੀ ਵਧੀਆ ਚੱਲੂਗਾ। ਮੈਂ ਸਮਾਨ ਲਿਆਈ ਜਾ ਕੇ ਚਾਹ ਦਾ, ਸਮਾਨ ਲਿਆ ਕੇ ਜਦੋਂ ਮੈਂ ਚਾਹ ਦਾ ਕੰਮ ਕਰਿਆ, ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਅਸੀਂ ਨਹੀਂ ਕਰਾਉਣਾ ਹੈਗਾ, ਸਾਨੂੰ ਤਾਂ ਕਿਤੇ ਕੰਮ ਹੋਰ ਮਿਲ ਗਿਆ। ਮੈਂ ਕਿਹਾ ਵੀ ਇਹ ਤਾਂ ਗਲਤ ਗੱਲ ਹੈ, ਵੀ ਸਾਨੂੰ ਤਾਂ, ਅਸੀਂ ਤਾਂ ਕਦੇ ਇਹੋ ਜਿਹਾ ਕੰਮ ਹੀ ਨਹੀਂ ਕੀਤਾ। ਫਿਰ ਜਦੋਂ ਮੈਂ ਮਤਲਬ ਦੁਕਾਨ ਖੋਲ੍ਹੀ, ਇੱਧਰ PCO ਰੋਟੀ ਚਾਹ ਦਾ ਕੰਮ ਖੋਲ੍ਹ ਲਿਆ। ਚਾਹ ਦਾ ਕੰਮ ਖੋਲ੍ਹਣ ਤੋਂ ਬਾਅਦ ਜੀ ਸਾਡੇ ਉਹ ਮਾਤਾ ਜੀ ਕਹਿੰਦੇ ਵੀ ਆਪਾਂ ਵਿਹਲੇ ਬੈਠੇ ਹੈਗੇ ਚਾਹ ਬਣਾਉਣ ਲਈ, ਅਤੇ ਜੇ ਆਪਾਂ ਰੋਟੀ ਵੀ ਆਪਣੀ ਇੱਥੇ ਪਕਾ ਲਈਏ, ਵੀ ਆਪਾਂ ਇੱਥੇ ਉਰੇ ਪਕਾਵਾਂਗੇ ਰੋਟੀ, ਤਾਂ ਕਮ ਸੇ ਕਮ ਕੋਈ ਨਾ ਕੋਈ ਰੋਟੀ ਲੈਣ ਵਾਸਤੇ ਆ ਹੀ ਜਾਂਦਾ ਹੈਗਾ। ਮੈਂ ਕਿਹਾ ਵੀ ਠੀਕ ਆ, ਚਲੋ ਦੇਖ ਲੈਂਦੇ ਹਾਂ। ਅਤੇ ਅਸੀਂ ਮੇਜ਼ ਡਾਇਆ ਬਾਹਰ, ਮੇਜ਼ ਡਾ ਕੇ ਮਤਲਬ ਮੇਜ਼ ਲਾਇਆ ਹੋਇਆ ਸੀ, ਇਕੱਲੇ 2 ਮੇਜ਼ ਲਾਏ ਹੋਏ ਸੀ, ਅਸੀਂ ਲਾ ਕੇ ਅਸੀਂ ਰੋਟੀ ਬਣਾਉਣ ਲੱਗ ਗਏ। ਰੋਟੀ ਬਣਾਈ ਤਾਂ ਜਿਵੇਂ ਅਸੀਂ ਵੀ 1 ਰੁਪਏ ਦਾ ਫੁਲਕਾ ਦਿੰਦੇ ਹੁੰਦੇ ਸੀਗੇ, ਕੋਈ 4 ਫੁਲਕੇ ਲੈਣ ਆ ਗਿਆ ਪਹਿਲੇ ਦਿਨ। ਹਾਂਜੀ, ਉਹਨਾਂ 10 ਰੁਪਏ ਦੇ 1 ਰੁਪਏ ਦਾ 4 ਰੁਪਏ ਦੇ ਫੁਲਕੇ ਸੀਗੇ, ਨਾਲ 5 ਰੁਪਏ ਦੀ ਦਾਲ ਸੀ ਉਦੋਂ, ਮਤਲਬ ਕਿ 9-10 ਰੁਪਏ ਦੇ ਵਿੱਚ 5 ਫੁਲਕੇ, ਅਤੇ ਨਾਲ ਰੋਟੀ ਅਤੇ ਨਾਲ ਦਾਲ, ਦੋਨੇ ਚੀਜ਼ਾਂ ਨਾਲ ਵਧੀਆ ਅਗਲਾ ਰੋਟੀ ਖਾਂਦਾ ਸੀ 10 ਰੁਪਏ 'ਚ। ਅਤੇ ਇੱਕ ਦਿਨ ਖਾਧਾ, 2 ਦਿਨ ਥੋੜ੍ਹੇ ਦਿਨ ਸ਼ਰਮ ਤਾਂ ਲੱਗੀ, ਪਰ ਜਦੋਂ 2-4 ਦਿਨਾਂ ਬਾਅਦ ਸਾਡੀ ਰੋਟੀ ਦਾ ਖਰਚਾ ਨਿਕਲਣ ਲੱਗ ਗਿਆ, ਵੀ ਅਸੀਂ ਕਿਲੋ ਆਟਾ ਲੈ ਕੇ ਆਉਂਦੇ ਹੁੰਦੇ ਸੀਗੇ। 1 ਕਿਲੋ ਆਟਾ ਲਿਆ ਕੇ ਉਹਦੇ ਵਿੱਚੋਂ ਮਤਲਬ ਕਿ ਜੇ 20 ਫੁਲਕੇ, ਇਹਦੇ ਵਿੱਚ 20 ਵਾਲੇ ਫੁਲਕੇ ਬਣਦੇ ਹੈਗੇ ਨੇ, ਅਤੇ ਜੇ 10 ਫੁਲਕੇ ਅਸੀਂ ਵੇਚ ਦਿੰਦੇ ਸੀ ਤਾਂ ਸਾਡਾ 10 ਰੁਪਏ ਦਾ ਆਟਾ ਆ ਜਾਂਦਾ ਸੀਗਾ, ਅਤੇ ਸਾਡੀ ਰੋਟੀ ਵਧੀਆ ਚੱਲਦੀ ਸੀਗੀ। ਮਤਲਬ ਵਧੀਆ, ਅਸੀਂ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ ਲੱਗੇ ਸੀਗੇ ਵੀ ਰੋਟੀ ਦਾ ਖਰਚਾ ਸਾਡਾ ਵਧੀਆ ਨਿਕਲਣ ਲੱਗ ਗਿਆ ਹੈਗਾ। ਅਤੇ ਇੱਦਾਂ ਹੀ ਹਫ਼ਤੇ 10 ਦਿਨ ਨਿਕਲੇ ਤਾਂ ਜਿੰਨਾ ਸਿਕਿਉਰਟੀ ਗਾਰਡਾਂ ਸਾਨੂੰ ਚਾਹ ਦਾ ਕੰਮ ਕਿਹਾ ਸੀ, ਉਹਨਾਂ ਨੇ ਸਾਨੂੰ ਆਰਡਰ ਦੇ ਦਿੱਤਾ ਵੀ ਸਾਡੇ 10-15 ਬੰਦਿਆਂ ਦੀ ਰੋਟੀ ਰੋਜ਼ ਦੀ ਲੱਗਿਆ ਕਰੂਗੀ, 7 ਰੁਪਏ ਦੀ ਪਲੇਟ। ਉਹਨਾਂ ਨੇ ਸਾਡੇ ਮਹੀਨਾ ਕੁ ਅਸੀਂ ਉਹਨਾਂ ਦਾ ਕੰਮ ਕੀਤਾ, ਪਰ ਸਾਨੂੰ ਉਹਨਾਂ ਥੋੜ੍ਹਾ ਜਿਹਾ ਸਵੇਰੇ ਜਲਦੀ ਸਾਜਰੇ ਉੱਠਣਾ ਸੀਗਾ, ਰਾਤ ਨੂੰ 12 ਵੱਜ ਜਾਂਦੇ ਸੀਗੇ, ਅਤੇ ਬੜਾ ਮੁਸ਼ਕਿਲ ਲੱਗਿਆ ਕਿਉਂਕਿ ਕੰਮ ਕੀਤਾ ਨਹੀਂ ਸੀਗਾ। ਅਤੇ ਮੈਂ ਫਿਰ ਜਦੋਂ ਇਕੱਲੀ ਉਹ ਮਾਤਾ ਮੇਰੇ ਨਾਲ ਸੀਗੀ, ਮੈਂ ਆਪਣੀ ਭਾਬੀ ਨੂੰ ਬੁਲਾਇਆ, ਅਤੇ ਮੇਰੇ ਜਿਹੜਾ ਕਿ ਬ੍ਰਦਰ ਸਰਕਾਰੀ ਸਰਵਿਸ ਕਰਦਾ ਹੈਗਾ, ਮੈਂ ਆਪਣੀ ਭਾਬੀ ਨੂੰ ਬੁਲਾਇਆ ਵੀ ਮੇਰੇ ਨਾਲ ਹੈਲਪ ਕਰਾਉਂਗੇ। ਅਤੇ ਮੇਰੀ ਭਾਬੀ ਬਿਨਾਂ ਕਿਸੇ ਤੋਂ ਗੱਲ ਕਹਿ ਤੋਂ ਮੇਰੀ ਮੰਮੀ ਨੇ ਉਹਨਾਂ ਨੂੰ ਭੇਜਿਆ ਵੀ ਤੁਸੀਂ ਇਹਦੀ ਹੈਲਪ ਕਰਾਓ, ਇਹਦੇ ਕੰਮ ਕਰ ਚੱਲਣਾ ਚਾਹੀਦਾ। ਮੇਰੇ ਭਾਬੀ ਆ ਕੇ ਮੇਰੇ ਨਾਲ ਕੰਮ ਕਰਾਉਣ ਲੱਗੇ ਪਹਿਲਾਂ, ਸਭ ਤੋਂ ਪਹਿਲਾਂ। ਅਤੇ ਜਦੋਂ ਮੇਰੇ ਭਾਬੀ ਕੰਮ ਕਰਾਉਣ ਲੱਗੇ, ਸਾਡਾ ਵਧੀਆ ਕੰਮ ਚੱਲ ਗਿਆ। ਬੇਟੇ ਦੀ ਡੈਥ ਕਦੋਂ ਹੁੰਦੀ ਤੁਹਾਡੇ? 4 ਮਈ ਨੂੰ 2 ਸਾਲ ਹੋ ਗਏ ਨੇ ਜੀ। ਹਾਂਜੀ, ਬੇਟੇ ਨੂੰ ਜੀ ਠੀਕ ਠਾਕ ਸੀ, ਕੁਛ ਨਹੀਂ ਹੋਇਆ ਸੀਗਾ, ਮਾੜੀ ਮੋਟੀ ਖਾਂਸੀ ਸੀਗੀ ਜੀ ਉਹਨੂੰ। ਅਤੇ ਪਹਿਲਾਂ ਉਹਨੇ ਦਿਨੇ ਦਵਾਈ ਦੂਈ ਲੈ ਕੇ ਆਇਆ, ਜਾ ਕੇ ਪੈ ਗਿਆ, ਉਹ ਆਰਾਮ ਨਾਲ ਉਹ ਕੀਤਾ। ਉਹ ਸ਼ਾਮ ਨੂੰ ਮਾੜਾ ਨਾ ਇੱਥੇ ਤੁਰਦਾ ਫਿਰਦਾ ਰਿਹਾ, ਅਤੇ ਆ ਕੇ ਮੈਨੂੰ 5 ਵਜੇ ਕਹਿੰਦਾ ਮੰਮੀ ਵੀ ਮੈਂ ਗਰੇਵਾਲ ਦੇ ਦਿਖਾਇਆ ਵਾ ਜਾ ਕੇ। ਮੈਂ ਕਿਹਾ ਵੀ ਦਿਖਾਇਆ ਉਹ, ਕਹਿੰਦਾ ਠੀਕ ਹੈ। ਮੈਂ ਕਿਹਾ ਇੱਦਾਂ ਕਰ, ਆਪਣੇ ਮਾਮਾ ਜੀ ਨਾਲ ਉੱਧਰ ਜਾ ਕੇ ਆਪਣੇ ਮਾਮਾ ਜੀ ਨਾਲ ਚਲੇ ਜਾ, ਮੇਰੇ ਪੇਕੇ ਨਜ਼ਦੀਕ ਹੀ ਨੇ। ਅਤੇ ਉਹ ਇੱਥੇ ਤੋਂ ਮਤਲਬ ਕਿ ਸ਼ਾਮ ਨੂੰ 6 ਵਜੇ ਦੁਕਾਨ ਤੋਂ ਗਿਆ ਹੈਗਾ। ਮੈਂ ਉਹਨੂੰ 2000 ਰੁਪਏ ਦਿੱਤਾ, ਮੈਂ ਕਿਹਾ ਲੈ ਬੇਟੇ 2000 ਰੁਪਏ ਲੈ ਜਾ, ਵੀ ਜਿਹੜੀ ਦਵਾਈ ਆਊਗੀ ਲਓ ਅਤੇ ਲੈ ਕੇ ਆ ਜਾਏ। ਉਹ ਤਕਰੀਬਨ ਜਦੋਂ ਗਏ ਉੱਥੇ 6-6:30-7 ਵਜੇ ਗਏ ਨੇ, ਜਾ ਕੇ ਉਹਨਾਂ ਨੇ ਡਾਕਟਰ ਕੋਲ ਦਵਾਈ ਲਈ, ਅਤੇ ਡਾਕਟਰ ਕਹਿੰਦਾ ਵੀ ਖਾਂਸੀ ਖੁੰਸੀ ਹੈਗੀ, ਵੀ 2-4 ਦਿਨ ਨਾ ਇਹਨਾਂ ਨੂੰ ਐਡਮਿਟ ਕਰਨਾ ਪਊਗਾ, ਵੀ ਠੀਕ ਹੋ ਜਾਣਗੇ, ਵੀ ਤੁਸੀਂ ਇਹਨਾਂ ਨੂੰ ਐਡਮਿਟ ਕਰਾ ਦਿਓ। ਮੈਨੂੰ ਫੋਨ ਆਇਆ, ਕਹਿੰਦਾ ਮੰਮੀ ਡਾਕਟਰ ਕਹਿੰਦਾ 2-4 ਦਿਨ ਐਡਮਿਟ ਹੋ ਜਾਓ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਹੋ ਜਾਏ ਬੇਟੇ, ਵੀ ਤਾਂ ਵੀ ਕੋਈ ਗੱਲ ਨਹੀਂ ਹੈਗੀ। ਅਤੇ ਉਹ ਜਦੋਂ ਐਡਮਿਟ ਹੋ ਗਏ, ਅਸੀਂ ਰਾਤ ਨੂੰ ਆਪਣਾ ਕੰਮ ਕੁੰਮ ਨਿਬੇੜ ਕੇ 10 ਵਜੇ 10-10:30 ਵਜੇ ਅਸੀਂ ਪੈਸੇ ਪੂਸੇ ਲੈ ਕੇ ਅਸੀਂ ਚਲੇ ਗਏ ਹਾਂ। ਰੋਟੀ ਪਾਣੀ ਉਹਨਾਂ ਨੇ
ਵਧੀਆ ਗੱਲਬਾਤ ਕਰ ਰਹੇ ਸੀਗੇ। ਸਾਨੂੰ ਉਹਨਾਂ ਨੇ 12 ਕੁ ਵਜੇ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਇਹਨਾਂ ਦੇ ਨਾ ਪਲਸ ਘਟਦੀ ਪਈ ਹੈਗੀ ਹੈ ਤੇ ਪਲਸ ਘਟਦੀ ਪਈ ਨਾਲੇ ਇਹਨਾਂ ਦੀ ਆਕਸੀਜਨ ਦਾ ਮਤਲਬ ਹੋ ਰਿਹਾ ਹੈਗਾ। ਮੈਂ ਕਿਹਾ ਵੀ ਚਲੋ ਆਕਸੀਜਨ ਲਗਾ ਦਿਓ ਅਗਰ ਜੇ ਤੁਸੀਂ ਆਕਸੀਜਨ ਦਾ ਹੋ ਰਿਹਾ ਹੈਗਾ ਵੀ ਕੋਈ ਗੱਲ ਨਹੀਂ ਹੈਗੀ। ਤੇ ਉਹਨਾਂ ਨੇ ਕਹਿੰਦੇ ਠੀਕ ਹੈ, ਉਹਨਾਂ ਨੇ ਆਕਸੀਜਨ ਵਾਲਾ ਟੀਕਾ ਕਹਿੰਦੇ ਅਸੀਂ ਟੀਕਾ ਲਗਾਇਆ ਇਹਨਾਂ ਨੂੰ ਨਾ ਬੈਠਣ ਨਾ ਦਿਓ, ਠੀਕ ਆ। ਪਰ ਫੋਨ ਚਲਾਉਂਦਾ ਸੀਗਾ, ਵਧੀਆ ਗੱਲਾਂ ਬਾਤਾਂ ਕਰਦਾ ਸੀਗਾ, ਸਗੋਂ ਮਜ਼ਾਕ ਕਰ ਰਿਹਾ ਸੀਗਾ। ਕਹਿੰਦਾ ਦੱਸ ਵੀ ਐਵੇਂ ਕਹਿੰਦਾ ਹੋਰ ਕਿਤੇ ਮੈਨੂੰ ਕਰੋਨਾ ਤਾਂ ਨਹੀਂ ਹੋ ਗਿਆ ਹੈਗਾ। ਤੇ ਮੈਂ ਕਿਹਾ ਵੀ ਨਹੀਂ ਕਰੋਨਾ ਦਾ ਕੋਈ ਗੱਲ ਨਹੀਂ ਹੈਗਾ, ਜੇ ਕਰੋਨਾ ਵੀ ਹੋ ਗਿਆ ਤਾਂ ਇਲਾਜ ਹੈਗਾ ਕਰੋਨਾ ਦਾ, ਕੋਈ ਐਸੀ ਗੱਲ ਨਹੀਂ ਹੈਗੀ। ਤੇ ਦਵਾਈ ਦੂਈ ਲਈ ਉਹਨਾਂ ਨੇ। ਰਾਤ ਨੂੰ ਸਾਨੂੰ 2 ਵਜੇ ਡਾਕਟਰ ਨੇ ਜਵਾਬ ਦਿੱਤਾ। ਕਹਿੰਦੇ ਵੀ ਤੁਸੀਂ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਵੀ ਤੁਸੀਂ ਲੈ ਜਾਓ। ਉਦੋਂ ਕਰੋਨਾ ਦਾ ਬਹੁਤ ਜ਼ਿਆਦਾ ਜ਼ੋਰ ਸੀਗਾ। ਤੇ 2 ਵਜੇ ਜਦੋਂ ਉਹਨਾਂ ਨੇ ਕਿਹਾ ਤਾਂ ਅਸੀਂ ਮਤਲਬ ਮੈਂ ਬ੍ਰਦਰ ਹੋਣਾ ਸਾਰਿਆਂ ਨੂੰ ਬੁਲਾਇਆ ਉੱਥੇ। ਇਹ ਸਾਡੇ ਭਤੀਜੇ ਮੇਰੇ ਸਾਰੇ ਜਾਣੇ ਜਿੰਨੇ ਵੀ ਸਾਡੇ ਮੁੰਡੇ ਸੀਗੇ ਸਾਰੇ ਜਾਣੇ, ਜਮਾਈ ਮੇਰਾ ਕੁੜੀ ਸਾਰੇ ਜਾਣੇ ਆ ਗਏ। ਤੇ ਸਾਰੇ ਜਾਣੇ ਲੈ ਕੇ ਉਹਨਾਂ ਨੂੰ ਨਾ ਮਤਲਬ ਅਸੀਂ ਲੈ ਕੇ ਤਾਂ ਨਹੀਂ ਗਏ ਹੈਗੇ ਹਸਪੀਟਲ ਦੇ ਵਿੱਚ, ਆਕਸੀਜਨ ਲੱਗੀ ਹੋਈ ਸੀਗੀ। ਗੁਰੂ ਤੇਗ ਬਹਾਦਰ ਹਸਪਤਾਲ ਗਏ, ਕ੍ਰਿਸ਼ਨਾ 'ਚ ਗਏ, ਸਾਰੀ ਜਗ੍ਹਾ 'ਤੇ ਜਾਂਦੇ ਰਹੇ ਜੀ। ਉਹ ਮੈਂ ਪੈਸੇ ਦੇ ਕੇ 40 ਹਸਪੀਟਲ ਦੇ ਅਪੋਲੋ ਦੇ ਵਿੱਚ ਸਵੇਰੇ ਇੱਦਾਂ ਹੀ ਕਰਦੇ ਕਰਾਉਂਦੇ ਨੇ ਜੀ। ਸਾਨੂੰ 10 ਵੱਜ ਗਏ ਵੀ ਕੋਈ ਵੀ ਸਾਨੂੰ ਹਸਪੀਟਲ ਨਹੀਂ ਮਿਲ ਰਿਹਾ ਸੀਗਾ। 10 ਵੱਜਦੇ ਸਾਨੂੰ ਉਦੋਂ ਵੀ ਬੋਲਦਾ ਚੱਲਦਾ ਸੀਗਾ, ਕੋਈ ਇੱਦਾਂ ਨਹੀਂ ਸੀ, ਕੁਛ ਨਹੀਂ ਸੀਗਾ। ਜਦੋਂ ਨਾ ਉਹਨੂੰ ਲੈ ਕੇ ਗਏ ਤਾਂ ਅਸੀਂ ਇੱਦਾਂ ਹੀ ਕਰਦੇ ਫਿਰ ਸਾਨੂੰ ਇੱਧਰ ਹਸਪੀਟਲ ਹੈਗਾ ਦੁੱਗਰੇ, ਪਤਾ ਨਹੀਂ ਕਿਹੜਾ ਹਸਪੀਟਲ, ਪੰਚਮ ਮੇਰੇ ਕੋਲ ਸ਼ਾਇਦ, ਪਤਾ ਨਹੀਂ ਕਿਹੜਾ ਹਸਪੀਟਲ ਹੈਗਾ, ਪੰਚਮ ਹਸਪੀਟਲ ਹੈ ਸ਼ਾਇਦ। ਉੱਥੇ ਫਿਰ ਸਾਨੂੰ ਮਤਲਬ ਕਿ ਉਹਨਾਂ ਨੇ ਕਿਹਾ ਵੀ ਪੈਸੇ ਜਮ੍ਹਾਂ ਕਰਾਵੋ ਅਤੇ ਤੁਸੀਂ ਵੀ ਲੈ ਆਵੋ। ਅਸੀਂ ਰਿਪੋਰਟਾਂ ਪਹਿਲਾਂ ਭੇਜੀਆਂ ਵੀ ਜੋ ਵੀ ਚਾਹੇ ਕਰੋਨਾ ਹੈਗਾ ਚਾਹੇ ਨਹੀਂ ਹੈਗਾ ਵੀ ਅਸੀਂ ਪਹਿਲਾਂ ਟੈਸਟ ਬਾਅਦ 'ਚ ਕਰਾਂਗੇ, ਅਸੀਂ ਪਹਿਲਾਂ ਠੀਕ ਕਰਾਂਗੇ, ਪਹਿਲਾਂ ਅਸੀਂ ਮਰੀਜ਼ ਨੂੰ ਦੇਖਾਂਗੇ। ਅਸੀਂ ਉੱਥੇ ਲੈ ਕੇ ਗਏ, ਅਸੀਂ 12:30 ਵੱਜ ਗਏ ਸਾਨੂੰ ਜੀ ਉੱਥੇ ਪਹੁੰਚਦਿਆਂ ਨੂੰ। ਉਹਨਾਂ ਨੇ ਐਡਮਿਟ ਕੀਤਾ। ਐਡਮਿਟ ਤੋਂ ਬਾਅਦ ਸਾਨੂੰ ਇਹ ਹੋ ਗਿਆ ਵੀ ਸ਼ਾਇਦ ਕੁਛ ਨਾ ਕੁਛ ਵੀ ਫਰਕ ਪੈ ਜਾਵੇ, ਠੀਕ ਹੋ ਜਾਵੇ। ਅਤੇ ਪਰ ਉਹਦੀ 2:15 ਵਜੇ ਨੂੰ ਡੈਥ ਹੋ ਗਈ ਸੀਗੀ। ਮੇਰਾ ਇੱਕੋ ਇੱਕ ਬੇਟਾ ਸੀਗਾ ਅਤੇ ਇੱਕ ਬੇਟੀ ਹੈ ਮੇਰੀ, ਜਿਹਦੇ ਵਿੱਚ ਮੇਰਾ ਕੋਈ ਪੋਤਾ ਪੋਤੀ ਵੀ ਹੈ ਨਹੀਂ। ਅਸੀਂ ਦੋਨੇ ਜਾਣੀਆਂ, ਮੈਂ ਅਤੇ ਮੇਰੀ ਨੂੰਹ ਹੈਗੇ ਆ। ਹਾਂਜੀ। ਅਤੇ ਅਸੀਂ ਦੋਨੇ ਹੀ ਇੱਧਰ ਆਪਣੇ ਘਰ ਦੇ ਵਿੱਚ ਇਕੱਲੇ ਰਹਿੰਦੇ ਹੈਗੇ ਆ। ਉਹ ਇੱਕ ਮਕਾਨ ਮੇਰਾ ਹੋਰ ਵੀ ਹੈਗਾ। ਸਭ ਕੁਛ ਦਿੱਤਾ ਹੋਇਆ ਪਰਮਾਤਮਾ ਨੇ, ਸਾਰਾ ਕੁਛ ਹੈਗਾ। ਪਰ ਮੇਰਾ ਬੇਟਾ ਦੀ ਕਮੀ ਮੈਨੂੰ ਜ਼ਿੰਦਗੀ 'ਚ ਨਹੀਂ ਪੂਰੀ ਹੋ ਸਕਦੀ ਹੈਗੀ। ਤੁਹਾਡਾ ਬੇਟਾ ਤੁਹਾਡੇ ਨਾਲ ਕੰਮ ਕਰਾਉਂਦਾ ਸੀ, ਜ਼ਿੰਦਗੀ 'ਚ ਬੜਾ ਸੰਘਰਸ਼ ਦੇਖਿਆ ਹੈ ਨਾ। ਪਹਿਲਾਂ ਪਤੀ ਛੱਡ ਕੇ ਚਲ ਗਿਆ, ਉਦੋਂ ਵੀ ਬਹੁਤ ਕੁਛ ਦੇਖਿਆ ਹੈ ਨਾ। ਕਹਿੰਦੇ ਜਦੋਂ ਪੁੱਤ ਚਲ ਜਾਂਦਾ ਤਾਂ ਮਾਂ ਦਾ ਲੱਕ ਟੁੱਟ ਜਾਂਦਾ। ਕਮੀ ਮਹਿਸੂਸ ਹੁੰਦੀ ਹੁਣ ਉਹਨਾਂ ਦੀ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਅਗਰ ਮੈਂ ਅੱਜ ਕੰਮ ਕਰ ਰਹੀ ਹਾਂ ਤਾਂ ਮੈਂ ਸਿਰਫ ਉਹਦੀ ਯਾਦ ਵਿੱਚ ਹੀ ਕੰਮ ਕਰਦੀ ਪਈ ਹਾਂ। ਮੇਰੇ ਨਾਲ ਜਿਹੜੇ ਵੀ ਜਿੰਨੀਆਂ ਵੀ ਭੈਣਾਂ ਕੰਮ ਕਰਾਉਂਦੀਆਂ ਨੇ, ਸਿਰਫ ਮੈਂ ਇਸ ਕਰਕੇ ਕੰਮ ਕਰਦੀ ਪਈ ਹਾਂ। ਇਹ ਮੇਰੇ ਕੋਲ ਸਵੇਰੇ ਤੋਂ ਸ਼ਾਮ ਤੱਕ 10 ਵਜੇ ਤੱਕ ਮੇਰੇ ਕੋਲ ਰਹਿੰਦੀਆਂ, 9:30 ਵਜੇ ਤੱਕ 9:30 ਵਜੇ ਜਾਂਦੀਆਂ ਨੇ ਇਹ। ਉਸ ਤੋਂ ਬਾਅਦ ਅਸੀਂ ਆਪ ਕੰਮ ਕਰਦੇ ਹੈਗੇ ਆ। ਮੈਨੂੰ ਕੁਛ ਨਾ ਕੁਛ ਮੇਰੇ ਕੋਲ ਬੋਲੀ ਚੱਲੀ ਜਾਂਦੀਆਂ ਨੇ, ਮੈਨੂੰ ਬੁਲਾਉਂਦੀਆਂ ਨੇ, ਮੈਨੂੰ ਰੋਟੀ ਪਾਣੀ ਦਿੰਦੀਆਂ ਨੇ, ਮੈਨੂੰ ਪੁੱਛਦੀਆਂ ਨੇ ਆ ਕੇ। ਮੈਨੂੰ ਬੈਠੀ ਨੂੰ ਕਹਿੰਦੀਆਂ ਤੁਸੀਂ ਬੈਠੋ, ਅਸੀਂ ਆਪੇ ਕੰਮ ਕਰਦੇ ਹਾਂ। ਮੈਨੂੰ ਕੋਈ ਜ਼ਬਰਦਸਤੀ ਕਿਸੇ ਨਾਲ ਨਹੀਂ ਹੈਗੀ। ਨਾ ਮੈਨੂੰ ਮੇਰੀ ਨੂੰਹ ਕਹਿੰਦੀ ਆ, ਨਾ ਮੈਨੂੰ ਮੇਰੀ ਦੋਹਤੀ ਕਹਿੰਦੀ ਆ, ਨਾ ਮੈਨੂੰ ਇਹ ਕੁੜੀਆਂ ਕਹਿੰਦੀਆਂ ਨੇ ਵੀ ਤੁਸੀਂ ਕੰਮ ਕਰੋ। ਅੱਛਾ, ਪੁੱਤ ਚਲਾ ਜਾਂਦਾ ਹੈ ਨਾ, ਤਾਂ ਫਿਰ ਇਹ ਹੁੰਦਾ ਮਾਂ ਨੂੰ ਕਿ ਜੇ ਕੋਈ ਪੋਤਾ ਪੋਤੀ ਹੁੰਦਾ ਤਾਂ ਉਹਦੇ ਵਿੱਚੋਂ ਪੁੱਤ ਦੇਖਣ ਲੱਗ ਪੈਂਦੇ ਹੈ ਨਾ। ਅਤੇ ਬੱਚਿਆਂ ਨਾਲ ਇਹ ਵੀ ਹੁੰਦਾ ਵੀ ਦੁੱਖ ਵੀ ਘੱਟ ਜਾਂਦਾ। ਪਰ ਹੁਣ ਤੁਸੀਂ ਇਕੱਲੇ ਹੋ, ਕੋਈ ਪੋਤਾ ਨਹੀਂ, ਕੋਈ ਪੋਤੀ ਨਹੀਂ ਹੈ ਨਾ। ਅਤੇ ਉਹ ਉਸ ਚੀਜ਼ ਨਾਲ ਸ਼ਿਕਵਾ ਹੁੰਦਾ ਪਰਮਾਤਮਾ ਨੂੰ ਕਿ ਕੋਈ ਜੀ ਦੇ ਦਿੰਦਾ ਜਿਹਦੇ ਨਾਲ ਤੁਹਾਡਾ ਦੁੱਖ ਘੱਟ ਜਾਂਦਾ। ਦੇਖੋ ਇਹ ਤਾਂ ਜ਼ਿੰਦਗੀ ਭਰ ਰਹਿਣਾ। ਇਹ ਤਾਂ ਜਿਹੜਾ ਇਹ ਮੇਰਾ ਉਹ ਹੈ ਨਾ, ਇਹ ਤਾਂ ਮੇਰਾ ਪਰਮਾਤਮਾ ਦੇ ਨਾਲ ਜ਼ਿੰਦਗੀ ਭਰ ਦਾ ਰੋਸ ਰਹਿਣਾ। ਅਗਰ ਵੀ ਕੁਛ ਵੀ ਮੇਰੇ ਕੋਲ ਮੈਨੂੰ ਨਾ ਬੱਚਾ ਹੁੰਦਾ ਨਾ ਹੁੰਦਾ, ਬੇਸ਼ੱਕ ਦੀ ਮੇਰਾ ਪੋਤਾ ਹੀ ਮੇਰੇ ਕੋਲ ਰਹਿ ਜਾਂਦਾ। ਮੇਰੇ ਨਹੀਂ ਦੋਤਾ ਪੋਤਾ ਨਹੀਂ ਪੋਤਾ ਪੋਤੀ ਹੁੰਦੇ ਕੋਈ ਗੱਲ ਨਹੀਂ, ਅਸੀਂ ਇਸ ਗੱਲ ਦੇ ਵਿੱਚ ਉਹ ਕਰ ਲੈਂਦੇ, ਅਸੀਂ ਗੋਦ ਲੈ ਲੈਂਦੇ, ਬੱਚਾ ਗੋਦ ਲੈ ਲੈਂਦੇ। ਪਰ ਜਿਹੜਾ ਇਹ ਸਭ ਤੋਂ ਬਾਅਦ ਮੈਨੂੰ ਬੱਚੇ ਦਾ ਆਪਣੇ ਦਾ
ਧੋਖਾ ਮਿਲਿਆ, ਬਹੁਤ ਜ਼ਿਆਦਾ ਮਿਲਿਆ ਹੈਗਾ। ਠੀਕ ਆ, ਮੈਂ ਉਹ ਵੀ ਬੇਟੀ ਹੁਣ ਕਿੱਡੀ ਕੁ ਉਮਰ ਹੈਗੀ ਆ ਉਹਦੀ, 35 ਕੁ ਸਾਲ ਦੀ ਉਮਰ ਹੈਗੀ ਆ ਸਾਰੀ ਉਹਦੀ ਬੱਚੇ ਦੀ। ਉਹਦੇ ਕਿੰਨੀ ਵੀ ਦੇਖ ਦੇਖ ਕੇ ਮੈਨੂੰ ਮੁਸ਼ਕਿਲ ਹੋ ਰਿਹਾ ਹੈਗਾ ਵੀ ਮੈਂ ਹੁਣ ਇਹਦਾ ਕਿਸ ਤਰ੍ਹਾਂ ਕਰਾਂ, ਵੀ ਮੈਂ ਇਹਦੀ ਮੈਰਿਜ ਕਰਾਂ। ਮੈਂ ਇਹਨੂੰ ਬਾਰ-ਬਾਰ ਮੈਂ ਇਹਨੂੰ ਕੰਪੈਲ ਕਰ ਰਹੀ ਹੈਗੀ ਵੀ ਤੂੰ ਮੈਰਿਜ ਕਰਾ ਬੇਟੇ, ਦੇਖ ਅਗਰ ਤੈਨੂੰ ਕੋਈ। ਉਹ ਵੈਸੇ ਹਜੇ ਮੰਨ ਨਹੀਂ ਰਹੀ ਹੈਗੀ। ਮੈਂ ਬਹੁਤ ਸਮਝਾ ਰਹੀ ਹੈਗੀ ਆ ਵੀ ਇਕੱਲਿਆਂ ਦੀ ਲਾਈਫ ਬੜੀ ਔਖੀ ਹੈਗੀ ਆ। ਠੀਕ ਆ, ਉਹ ਮੈਨੂੰ ਕਹਿੰਦੀ ਮੰਮੀ ਮੇਰੇ ਕੋਲ ਕੰਮ ਹੈਗਾ, ਆਪਾਂ ਕੰਮ ਕਰਾਂਗੇ, ਮਾਮਾ ਧੀਆਂ ਦੋਨੇ ਜਣੇ ਕੰਮ ਕਰਕੇ ਜ਼ਿੰਦਗੀ। ਮੈਂ ਕਿਹਾ ਬੇਟੇ ਮੇਰੇ ਤੋਂ ਬਾਅਦ ਫਿਰ ਕੀ ਹੋਏਗਾ, ਵੀ ਲਾਈਫ ਪਾਰਟਨਰ ਤਾਂ ਜ਼ਰੂਰੀ ਚਾਹੀਦਾ ਹੈਗਾ। ਇਸ ਕਰਕੇ ਮੈਰਿਜ ਉਹਦੀ ਮੈਂ ਕਰਾਂਗੀ ਜਿੰਨੀ ਛੇਤੀ ਹੋ ਸਕਿਆ, ਉਨੀ ਛੇਤੀ ਮੈਂ ਮੈਰਿਜ ਜ਼ਰੂਰ ਕਰਾਂਗੀ। ਪਰ ਉਹ ਫਿਰ ਵੀ ਕਹਿੰਦੀ ਵੀ ਮੰਮੀ ਮੈਂ ਆ ਕੇ ਤੁਹਾਡੇ ਨਾਲ ਕੰਮ ਕਰਾਵਾਂਗੀ। ਠੀਕ ਆ, ਮੈਂ ਮੇਰੀ ਮੈਰਿਜ ਲਾਈਫ ਆਪਣੀ ਜਗ੍ਹਾ 'ਤੇ ਰਹੂਗੀ ਅਤੇ ਮੈਂ ਤੁਹਾਡੇ ਨਾਲ ਆ ਕੇ ਕੰਮ ਕਰਾਂ। ਪਰ ਹਜੇ ਤਾਂ ਫਿਲਹਾਲ ਉਹਦਾ ਕੋਈ ਡਿਸੀਜਨ ਹੀ ਨਹੀਂ ਹੋ ਰਿਹਾ ਮੈਰਿਜ ਦਾ। ਹਾਂਜੀ, ਮੈਰਿਜ ਕਰਾਂਗੀ ਪਰ ਮੈਂ ਮੈਰਿਜ ਉਹਦੀ। ਇਹਨਾਂ 2007 ਵਿੱਚ ਵਿਆਹ ਹੋਇਆ ਹੈਗਾ, 2007 ਦੇ ਵਿੱਚ ਬੇਟੇ ਦਾ ਵਿਆਹ ਹੋਇਆ ਹੈਗਾ। ਅਤੇ ਬੇਟਾ ਹੁਣ 2 ਸਾਲ ਪਹਿਲਾਂ ਡੈਥ ਹੋਈ ਹੈਗੀ ਬੇਟੇ ਦੀ। ਹਾਂ, 14-15 ਸਾਲ ਬਾਅਦ 15 ਸਾਲ ਕੋਈ ਬੱਚਾ ਨਹੀਂ ਹੋਇਆ? ਨਹੀਂ ਜੀ, ਨਹੀਂ ਹੋਇਆ ਹੈਗਾ। ਹਾਂਜੀ, ਜਿੱਦਾਂ ਨੋਰਮਲੀ ਵਿਆਹ ਤੋਂ ਬਾਅਦ ਕਹਿੰਦੇ ਵੀ ਹੁਣ ਇੱਥੇ ਘਰ 'ਚ ਕੌਣ ਹੈ ਨਾ, ਚਲੇ ਜਾਂਦੇ। ਤੁਹਾਡੀ ਨੂੰਹ ਨੇ ਤੁਹਾਡਾ ਸਾਥ ਦਿੱਤਾ ਹਮੇਸ਼ਾ, ਤੇ ਉਹਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋ ਕਿ ਨੂੰਹ ਤੁਹਾਨੂੰ ਧੀਆਂ ਵਰਗੀ ਦਿੱਤੀ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਪਰਮਾਤਮਾ ਦਾ ਮੈਂ ਤਾਂ ਬਹੁਤ ਸ਼ੁਕਰ ਕਰਦੀ ਹਾਂ ਵੀ ਇਹੋ ਜਿਹੀਆਂ ਨੂੰਹਾਂ ਧੀਆਂ ਸਭ ਨੂੰ ਦੇਵੇ ਪਰਮਾਤਮਾ, ਵੀ ਜਿਹੜਾ ਇੱਕ ਦੂਜੇ ਦਾ ਉਹ ਕਰਨ। ਮੇਰੀ ਗੁੜੀਆ ਵੀ ਬਹੁਤ ਉਹ ਹੈਗੇ ਲਾਈਕ, ਕੋਈ ਇਹੋ ਜਿਹੀ ਗੱਲ ਨਹੀਂ। ਹਾਂਜੀ ਹਾਂਜੀ, ਹਾਂ, ਉਹ ਵੀ ਬਹੁਤ ਸਾਥ ਦੇ। ਉਹ ਇੱਥੇ ਹੀ ਆ ਗਏ ਨੇ ਨਾ, ਜਦੋਂ ਦਾ ਬੇਟਾ ਪੂਰਾ ਹੋਇਆ ਹੈਗਾ ਉਹ ਵੀ ਸਾਡੇ ਕੋਲ ਹੀ ਆ ਗਏ ਨੇ। ਮਤਲਬ ਕਿ ਉਹ ਦੂਜੇ ਮਕਾਨ 'ਚ ਰਹਿ ਰਹੇ ਨੇ। ਪਹਿਲਾਂ ਕਿਤੇ ਹੋਰ ਰਹਿੰਦੇ ਸੀ? ਪਹਿਲਾਂ ਹਾਂਜੀ, ਉਹ ਘੰਟਾ ਘਰ ਰਹਿੰਦੇ ਸੀਗੇ। ਹਾਂਜੀ, ਹੁਣ ਦੋਤਾ ਦੋਤੀ ਮੇਰੇ ਕੋਲ ਹੀ ਰਹਿੰਦੇ ਨੇ। ਹਾਂਜੀ। ਅੱਛਾ, ਵੀ ਤੁਹਾਨੂੰ ਕਮੀ ਮਹਿਸੂਸ ਨਾ ਹੋਵੇ ਤਾਂ ਤੁਹਾਨੂੰ ਰੋਣ ਨਹੀਂ ਦਿੰਦੇ? ਹਾਂਜੀ, ਮੇਰੇ ਕੋਲ ਹੀ ਆ ਗਏ ਨੇ ਉਹ। ਹਾਂਜੀ ਹਾਂਜੀ, ਕੋਲ ਹੀ ਆ ਗਏ ਨੇ ਉਹ ਮੇਰੇ। 17 ਸਾਲ ਹੋ ਗਏ ਤੁਹਾਨੂੰ ਢਾਬਾ ਚਲਾਉਂਦਿਆਂ ਨੂੰ, ਹੈ ਨਾ? ਅਤੇ ਇੰਨਾ 17 ਸਾਲਾਂ ਦੇ ਵਿੱਚ ਬਹੁਤ ਕੁਝ ਹੋਇਆ ਹੋਊਗਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ, ਕਿਉਂਕਿ ਲੇਡੀਜ਼ ਦੇਖ ਕੇ ਲੋਕ ਹੈ ਨਾ ਬਦਤਮੀਜ਼ੀ ਵੀ ਕਰਦੇ। ਤੁਸੀਂ ਮੈਨੂੰ ਬਾਹਲੇ ਦਲੇਰ ਲੱਗਦੇ ਹੋ। ਕਦੀ ਹੋਇਆ ਇੱਦਾਂ ਦਾ ਇੰਸੀਡੈਂਟ? ਹਾਂਜੀ ਹਾਂਜੀ, ਬਹੁਤ ਵਾਰੀ ਹੁੰਦੀ ਐ ਐਸੀ ਗੱਲਾਂ, ਬਹੁਤ ਵਾਰੀ ਹੋਇਆ। ਇੱਕ ਵਾਰੀ ਇੱਕ ਜੈਂਟਸ ਆਇਆ, ਗੱਡੀ 'ਚ ਉਤਰਿਆ ਕੇ ਕਹਿੰਦਾ ਪਾਣੀ ਦਿਓ। ਅਤੇ ਮੈਂ ਕਿਹਾ ਵੀ ਤੁਸੀਂ ਕਿਹਨੂੰ ਕਿਹਾ ਹੈਗਾ? ਕਹਿੰਦਾ ਤੁਹਾਨੂੰ। ਮੈਂ ਕਿਉਂ, ਤੂੰ ਕਿਸ ਬੇਸ 'ਤੇ ਪਾਣੀ ਮੰਗ ਰਿਹਾ ਸਾਡੇ ਕੋਲੋਂ? ਕਹਿੰਦਾ ਪਾਣੀ ਮੰਗਿਆ। ਮੈਂ ਕਿਉਂ? ਜਦ ਜੇ ਤੂੰ ਪਾਣੀ ਮੰਗਣਾ ਤੂੰ ਕਹਿ ਭੈਣ ਜੀ ਪਾਣੀ ਦੇ ਦਿਓ। ਹਾਂਜੀ ਮੈਡਮ ਜੀ ਪਾਣੀ ਦਿਓ, ਜਾਂ ਮੈਨੂੰ ਪਿਆਸ। ਸਾਨੂੰ ਕੀ ਪਤਾ ਤੂੰ ਕਾਹਦੇ ਲਈ ਪਾਣੀ ਪੀਣਾ ਹੈਗਾ, ਦਾਰੂ ਲਈ ਪੀਣਾ ਕਾਹਦੇ ਲਈ? ਤੁਸੀਂ ਹਾਂ ਵੈਸੇ ਆ ਕੇ ਕਹੋ ਵੀ ਹਾਂਜੀ ਭੈਣ ਜੀ ਇਹ ਪਾਣੀ ਦਿਓ ਕਿ ਨਾ ਅਸੀਂ ਪਾਣੀ ਪੀਣਾ ਹੈਗਾ। ਮੈਂ ਉਹ ਗੱਲ ਹੁੰਦੀ ਹੈਗੀ ਆ। ਕਹਿੰਦਾ ਅੱਜ ਤੱਕ ਕਹਿੰਦਾ ਮੈਨੂੰ ਕਿਸੇ ਨੇ ਇੰਨੀ ਉਹ ਨਹੀਂ, ਮੈਂ ਇੰਨੀ ਸਾਲ ਦੀ ਮੇਰੀ ਉਮਰ ਹੋ ਗਿਆ, ਮੈਨੂੰ ਕਿਸੇ ਨੇ ਇੱਦਾਂ ਨਹੀਂ ਬੋਲਿਆ, ਤੁਸੀਂ ਮੈਨੂੰ ਇੱਦਾਂ ਬੋਲੇ ਹੈਗੇ ਹੋ। ਮੈਂ ਕਿਹਾ ਕਾਕੇ ਮੇਰੀ ਗੱਲ ਸੁਣ ਲਓ, ਅਸੀਂ ਤਾਂ ਇੱਦਾਂ ਹੀ ਬੋਲਦੇ ਹਾਂ। ਤੁਸੀਂ ਸਾਨੂੰ ਕਹੋ ਹਾਂਜੀ ਭੈਣ ਜੀ ਪਾਣੀ ਦਿਓ, ਜਾਂ ਮੈਡਮ ਜੀ ਪਾਣੀ ਦਿਓ, ਜਾਂ ਆਂਟੀ ਜੀ ਪਾਣੀ ਦਿਓ, ਅਸੀਂ ਪਾਣੀ ਗੱਲ ਨੂੰ ਦਿੰਦੇ ਹਾਂ, ਹੱਸ ਕੇ ਦਿੰਦੇ ਹੈਗੇ ਹਾਂ। ਪਾਣੀ ਦਾ ਕੋਈ ਮੁੱਲ ਨਹੀਂ ਹੈਗਾ। ਪਰ ਅਗਰ ਕੋਈ ਰੋਹਬ ਨਾ ਕਹਿੰਦਾ ਤਾਂ ਅਸੀਂ ਰੋਹਬ ਨਾਲ ਨਹੀਂ ਪਾਣੀ ਦਿੰਦੇ ਹੈਗੇ। ਜਿਸ ਤਰ੍ਹਾਂ ਨਾ ਸਾਡੇ ਕੋਲ ਕਈ ਗਾਹਕ ਇੱਦਾਂ ਦੇ ਆਉਂਦੇ ਨੇ, ਕਿਉਂਕਿ ਸਾਡੇ ਕੋਲ ਨਾਲ ਸ਼ਰਾਬ ਦਾ ਠੇਕਾ ਹੈਗਾ। ਠੇਕੇ ਵਾਲੇ ਮਾੜੇ ਨਹੀਂ ਹੈਗੇ, ਜਿਹੜੇ ਠੇਕੇ ਵਾਲੇ ਬੰਦੇ ਸ਼ਰਾਬ ਵੇਚਦੇ ਨੇ ਉਹ ਨਹੀਂ ਮਾੜੇ, ਪਰ ਜਿਹੜੇ ਠੇਕੇ ਤੋਂ ਦਾਰੂ ਲੈਂਦੇ ਨੇ ਜਾਂ ਪੀਂਦੇ ਨੇ, ਆ ਕੇ ਕਈ ਵਾਰ ਕੋਈ ਆ ਕੇ ਕਹੂਗਾ ਸਾਨੂੰ ਖਾਰਾ ਦੇ ਦਿਓ। ਅਸੀਂ ਕਹਿੰਦੇ ਨਹੀਂ ਅਸੀਂ ਖਾਰਾ ਵੇਚਦੇ। ਕੋਈ ਕਹੂਗਾ ਸਾਨੂੰ ਗਲਾਸ ਦੇਵੋਗੇ ਸਾਨੂੰ ਦਾਰੂ ਪੀਣ ਲਈ, ਅਤੇ ਅਸੀਂ ਕਿਹਾ ਵੀ ਦਾਰੂ ਪੀਣ ਲਈ ਗਲਾਸ ਦਾ ਕੋਈ ਮਤਲਬ ਹੀ ਨਹੀਂ ਹੈਗਾ। ਅਤੇ ਕਈ ਵਾਰ ਲੋਕ ਦਾਰੂ ਅੰਦਰ ਲੈ ਕੇ ਆ ਜਾਂਦੇ ਨੇ। ਹਾਂਜੀ, ਉਹ ਲਿਆ ਕੇ ਕਈ ਵਾਰ ਤਾਂ ਸਾਨੂੰ ਪਤਾ ਨਹੀਂ ਲੱਗਦਾ, ਲਿਆ ਕੇ ਨਾ ਕਈ ਵਾਰ ਤਾਂ ਨੀਚੇ ਰੱਖ ਲੈਂਦੇ ਨੇ ਮੇਜ਼ 'ਤੇ ਆਪਣੇ ਪੈਰਾਂ ਪੂਰਾਂ ਕੋਲੇ। ਅਤੇ ਉਹ ਜਦੋਂ ਲੱਗਦਾ ਨਾ ਵੀ ਇੱਧਰ ਉੱਧਰ ਅਸੀਂ ਹੋ ਰਹੇ ਹੈਗੇ ਆ, ਅਤੇ ਉਦੋਂ ਪਾਣਗੇ ਅਤੇ ਪਾ ਕੇ ਪੀ ਲੈਣਗੇ। ਕਈ ਵਾਰ ਤਾਂ ਇੱਕ ਦੋ ਜਣੇ ਨੇ ਇੱਦਾਂ ਕੀਤਾ ਵੀ ਆ, ਅਤੇ ਫਿਰ ਮੈਂ ਜੁੱਤੀਆਂ ਵੀ ਲਾ ਲੈਂਦੀ ਹੁੰਦੀ ਆ ਵੀ ਆ ਜਾ ਕੇ ਹੁਣ ਮੈਂ ਤੈਨੂੰ ਦੱਸਾਂ ਪਤਾ। ਇੱਕ ਵਾਰੀ ਪਾਈ ਆਇਆ ਆ ਕੇ ਕੋਕ ਵਾਲੀ ਬੋਤਲ ਦੇ ਵਿੱਚ ਨਾ ਕੋਕ 'ਚ ਮਿਲਾ ਕੇ ਦਾਰੂ ਲੈ ਆਇਆ। ਲਿਆ ਕੇ ਉਹਨੇ ਬੈਠਾ ਇੱਥੇ ਬੈਠ ਕੇ, ਸਾਨੂੰ ਵੀ ਚਲੋ ਇਹ ਹੋ ਗਿਆ ਵੀ ਕੋਕ ਹੈਗੀ ਆ, ਪਰ ਸ਼ੱਕ ਪੈ ਗਿਆ ਮੈਨੂੰ ਠੀਕ ਹੈ ਇੱਦਾਂ ਦੀ ਬਾਬੇ ਦੀ ਕਿਰਪਾ ਹੈਗੀ ਆ ਪੂਰੀ, ਵੀ ਪੂਰੀ ਨੌਲੇਜ ਹੈਗੀ ਆ, ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿੱਦਾਂ ਦਾ ਬੰਦਾ ਕੋਈ ਗਲਤ ਆਉਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਜਦੋਂ ਪਾਉਣ ਲੱਗਿਆ ਤਾਂ ਮੈਂ ਕੀ ਕੀਤਾ, ਉਹਨੇ ਨਾ ਕੀਤਾ, ਮੈਨੂੰ ਸਮੈਲ ਆਈ। ਮੈਂ ਉਹਨੂੰ ਕਿਹਾ ਕਾਕੇ ਵੀ ਜਦੋਂ ਨੇ ਖੋਲੀ ਨਾ ਬੋਤਲ ਮੈਨੂੰ ਉਹਦੀ ਸਮੈਲ ਆ ਗਈ। ਮੈਂ ਕਾਕੇ ਜਿਹੜੀ ਤੇਰੀ ਜਾਂ ਕੋਕ ਦੀ ਬੋਤਲ ਹੈ ਜਾਂ, ਕਹਿੰਦਾ ਆਂਟੀ ਕੋਕ ਹੈ। ਮੈਂ ਕਿਹਾ ਹੁਣ ਇਹਨੂੰ ਬੰਦਾ ਬਣ ਕੇ ਜਾਂ ਤਾਂ ਇਹਨੂੰ ਕਰ ਲਾ ਬੰਦ, ਜੇ ਤਾਂ ਰੋਟੀ ਖਾਣੀ ਆ, ਅਤੇ ਜੇ ਤੂੰ ਨਹੀਂ ਖਾਣੀ ਹੈਗੀ ਰੋਟੀ ਤਾਂ ਚੁੱਪ ਕਰਕੇ ਉੱਠ ਕੇ ਤੁਰ ਜਾ, ਜੇ ਇੱਜ਼ਤ ਨਾਲ ਤੁਰਨਾ ਹੈਗਾ, ਨਹੀਂ ਤਾਂ ਫਿਰ ਸਾਨੂੰ ਤੈਨੂੰ ਪਤਾ ਤੁਰਨਾ ਆਉਂਦਾ ਹੈਗਾ। ਉਹ ਕਈ ਵਾਰ ਆਉਣਗੇ ਗਾਹਕ ਆ ਕੇ ਰੋਟੀ ਲੈਣਗੇ, ਕਿਉਂ ਰਸ਼ ਹੁੰਦਾ ਸ਼ਾਮ ਨੂੰ, ਸਾਡੀ ਸਕੂਟਰੀ ਦੇ ਅੰਦਰ ਦੇ ਵਿੱਚ ਘੁਸ ਕੇ ਆ ਜਾਣਗੇ। ਕੋਈ ਗੱਲ ਪਿੱਛੇ ਜਿਹੇ ਆਉਣਗੇ ਆ ਕੇ, ਇੱਥੇ ਪਿੱਛੇ ਆ ਕੇ ਕੀ ਬਣਾਇਆ ਹੈਗਾ। ਬਹੁਤ ਤਰ੍ਹਾਂ ਦੇ ਗਾਹਕ ਆਉਂਦੇ ਨੇ। ਕਈ ਵਾਰ ਆ ਕੇ ਬੋਲਦੇ ਬੜਾ ਕੱਬਾ ਜਿਹਾ ਨੇ, ਹਾਂ ਕੀ ਹੈ ਕਿਵੇਂ ਆ, ਆਏ ਨਾ ਇੱਕ ਦੂਜੇ ਨੂੰ ਇਸ਼ਾਰੇ ਨਾਲ ਸਮਝਾਉਣਗੇ।
ਵੀ ਇੱਕ ਦੋ ਜਣੇ ਆ ਕੇ ਕਹਿੰਦੇ ਹਾਂ ਤੂੰ ਪੁੱਛ, ਮੈਂ ਜਾਣਦਾ ਇਹਨਾਂ ਨੂੰ, ਪੁੱਛ। ਬੜੇ ਜ਼ਿਆਦਾ। ਮੈਂ ਕਿਹਾ ਹੁਣ ਮੇਰੇ ਕੋਲ ਗਰਮ ਗਰਮ ਤਵਾ ਜਾਂ ਕੁੱਕਰ ਹੈਗਾ, ਮੈਂ ਇਹੀ ਤੇਰੇ ਬੂਥੇ ਤੇ ਮਾਰੂ, ਨਹੀਂ ਤਾਂ ਬੰਦਿਆਂ ਵਾਂਗੂ ਤੁਰਨਾ ਤਾਂ ਤੁਰ ਜਾ, ਨਹੀਂ ਤਾਂ ਮੈਂ ਕੁਟਾਪਾ ਵੀ ਚੜ ਰਿਹਾ ਹੈਗਾ ਇੱਕ ਦੋ ਜਾਣੇ ਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਹਾਂਜੀ ਹਾਂਜੀ, ਬਸ ਇੱਦਾਂ ਹੀ ਜਿਵੇਂ ਇੱਕ ਵਾਰੀ ਦਾਰੂ ਪੀਤੀ ਹੋਈ ਬੰਦੇ ਦੀ ਬਹੁਤ ਜ਼ਿਆਦਾ, ਉਹਨੇ ਦਾਰੂ ਪੀਤੀ ਹੋਈ, ਰੋਟੀ ਨਾਲ ਉਹਦੇ ਬੱਚਾ ਸੀਗਾ, ਰੋਟੀ ਖਾ ਰਿਹਾ, ਖਾ ਲਈ ਰੋਟੀ, ਖਾ ਲਈ, ਚਲੋ ਸੀਗਾ ਖਾ ਲਈ ਹੈ, ਭਰਾਵਾ ਜਾ ਵੀਰੇ ਜਾ, ਜਾਵੇ ਹੀ ਨਾ ਜਾਵੇ ਹੀ ਨਾ। ਫਿਰ ਉਹਦੇ ਜੱਗ ਮੇਰੇ ਕੋਲੇ ਹੱਥ 'ਚ ਆ ਗਿਆ, ਮੈਂ ਜੱਗ ਨਾਲ ਲਾਈਆਂ ਉਹਦੇ, ਜੱਗ ਚੰਗੇ 5-7 ਸਿੱਟੇ। ਉਹ ਫਿਰ ਮੈਨੂੰ ਫਿਰ ਦੂਜੇ ਫਿਰ ਸਾਡੇ ਵਿਚਾਰੇ ਮੁੰਡੇ ਨਾਲ ਹੈਗੇ ਨੇ, ਵਧੀਆ ਹੈਗੇ ਨੇ, ਕੰਮ ਕੁਮ ਕਰਦੇ ਜਿਹੜੇ ਕੋਲੇ ਰਹਿੰਦੇ ਨੇ, ਉਹ ਆਏ ਕਹਿੰਦੇ ਆਂਟੀ ਕੀ ਹੋਇਆ ਹੈਗਾ। ਮੈਂ ਇੱਦਾਂ ਕਰਕੇ ਉੱਠਦਾ ਹੀ ਨਹੀਂ ਹੈਗਾ। ਉਹਨੂੰ ਮੈਂ ਫੜ ਕੇ ਬਾਹਰ ਛੱਡ ਕੇ ਆਈ ਜਾ ਕੇ, ਕਈ ਵਾਰ ਤਾਂ ਫੜ ਕੇ ਛੱਡ ਕੇ ਆਉਣੇ ਪੈਂਦੇ ਹੈਗੇ ਨੇ। ਤੇ ਉਹ ਫਿਰ ਵਿਚਾਰੇ ਮੁੰਡੇ ਮਾਂਡੇ ਹੈਗੇ ਨੇ ਕਈ ਵਾਰ, ਪਰ ਮੈਂ ਵੈਸੇ ਤਕਰੀਬਨ ਹੁਣ ਤਾਂ ਮੈਂ ਬਹੁਤ ਜ਼ਿਆਦਾ ਮੈਂ ਹਾਰ ਕੇ ਕੈਮਰਾ ਲਵਾਇਆ ਵੀ ਅਗਰ ਕੋਈ ਗਲਤੀ ਕਰਦਾ ਉਹ ਕਰਦਾ ਤਾਂ ਅਗਲੇ ਕਮ ਸੇ ਕਮ ਕੈਮਰੇ ਦੇ ਵਿੱਚ ਜਦ ਹੀ ਬੰਦਾ ਉਹ ਹੋ ਜਾਂਦਾ, ਕੈਦ ਹੋ ਜਾਂਦਾ ਹੈਗਾ, ਤੇ ਬੰਦਾ ਦਿਖਾ ਸਕਦਾ। ਬਾਅਦ 'ਚ ਅਗਲਾ ਕਹਿੰਦਾ ਹੈਗਾ ਜਨਾਨੀ ਨੂੰ ਤੁਸੀਂ ਕੀ ਕੀਤਾ ਹੈਗਾ, ਕੀ ਕਰਦੇ ਹੋ। ਕਈ ਵਾਰ ਮਾਰਨਾ ਮੁਰਨਾ ਵੀ ਪੈ ਜਾਂਦਾ, ਫਿਰ ਅਗਲਾ ਆਪਣਾ ਰੋਬ ਵੀ ਦਿਖਾਉਂਦਾ ਵੀ ਅਸੀਂ ਕੀ ਕੀਤਾ ਹੈਗਾ। ਕਈ ਵਾਰ ਇੱਕ ਵਾਰ ਸਿਆਣਾ ਮੇਰਾ ਬੰਦਾ ਆਇਆ ਆ ਕੇ, ਅਸੀਂ ਨਾ ਇੱਥੇ ਉਦੋਂ ਪਾਰਟੀਸ਼ਨ ਕੀਤੀ ਹੋਈ ਸੀ, ਪਰਦਾ ਲਗਾਇਆ ਹੋਇਆ ਸੀਗਾ, ਮਗਰ ਮਤਲਬ ਆਪ ਆਰਾਮ ਰੂਮ ਕਰ ਲੈਂਦੇ ਸੀਗੇ ਪੈ ਕੇ। ਉਹ ਆ ਕੇ ਕਹਿੰਦਾ ਤੁਸੀਂ ਇਹ ਪਰਦਾ ਕਿਉਂ ਲਗਾਇਆ ਹੈਗਾ। ਮੈਂ ਕਿਹਾ ਤੂੰ ਕੌਣ ਹੁੰਦਾ ਹੈਗਾ। ਕਹਿੰਦਾ ਦੱਸੋ ਤੁਸੀਂ ਪਰਦਾ ਕਾਹਤੇ ਲਗਾਇਆ ਹੈਗਾ, ਤੁਸੀਂ ਇੱਥੇ ਬੈਠ ਕੇ ਕੀ ਕਰਦੇ ਹੋ। ਮੈਂ ਕਿਹਾ ਤੈਨੂੰ ਦੱਸਾਂ ਪਤਾ। ਫਿਰ ਉਹਦਾ ਮੈਂ ਘਟਾਪਾ ਚਾੜਿਆ ਇੱਕ ਦਿਨ। ਮੈਂ ਕਿਹਾ ਤੈਨੂੰ ਦੱਸਾਂ ਪਤਾ ਵੀ ਤੈਨੂੰ ਮੈਂ ਹੁਣ ਸਾਡੇ ਕੋਲ ਤਕਰੀਬਨ ਤਾਂ ਇਹਦੀ ਬਹੁਤ ਵਧੀਆ ਗਾਹਕ ਆਉਂਦੇ ਸਾਡੇ ਕੋਲੇ। ਕੋਈ ਹੋਇਆ ਕੋਈ 5-4% ਕੋਈ ਇਹੋ ਜਿਹਾ ਆ ਗਿਆ, 95% ਗਾਹਕ ਬਹੁਤ ਵਧੀਆ ਆਉਂਦੇ ਨੇ, ਬਹੁਤ ਵਧੀਆ ਲਾਇਕ ਮੁੰਡੇ ਵੀ ਇੰਨਾ ਵਧੀਆ ਆਉਂਦੇ ਨੇ, ਆ ਕੇ ਪੈਰੀ ਹੱਥ ਲਾਉਣਗੇ, ਆਂਟੀ ਤੁਸੀਂ ਠੀਕ ਠਾਕ ਹੋ, ਮਾਤਾ ਠੀਕ ਹੋ। ਕਈ ਤਾਂ ਆ ਕੇ ਮੈਨੂੰ ਮਾਤਾ ਹੀ ਕਹਿਣਗੇ, ਹੋਰ ਮਾਤਾ ਹੀ ਠੀਕ ਹੋ, ਕਿਵੇਂ ਹੋ ਮਾਤਾ, ਠੀਕ ਹੋ, ਰੋਟੀ ਕੀ ਬਣਾਇਆ ਮਾਤਾ, ਕੀ ਕਰਦੇ ਹੋ, ਵਧੀਆ ਮਤਲਬ ਢੰਗ ਨਾਲ ਉਹ ਕਰਨਗੇ। ਕਈ ਜਾਣੇ ਇਹੋ ਜਿਹੇ ਆਉਣਗੇ, ਅਗਲਾ ਕਹੂਗਾ ਤੇ ਸਾਡੇ ਤੇ ਰੋਬ ਦਊਗਾ, ਫਿਰ ਉਹਨੂੰ ਚੁੱਪ ਕਰਾਈਦਾ ਵੀ ਬੰਦਿਆਂ ਵਾਂਗੂ ਅਸੀਂ ਰੋਟੀ ਦਿੰਦੇ ਹਾਂ ਤੇ ਰੋਟੀ ਖਾ ਲੈ। ਤੇ ਜੇ ਆਪਣੀ ਰੋਬ ਜੇ ਕਰ ਝਾੜਨਾ ਰੋਟੀ ਦੇਈ ਕਰਾਂ, ਅਸੀਂ ਇਨਸਾਨ ਹਾਂ। ਤੁਸੀਂ ਕਹਾਂ ਹਾਂਜੀ ਭੈਣ ਜੀ ਰੋਟੀ ਦੇ ਦਿਓ, ਆਂਟੀ ਰੋਟੀ ਦੇ ਦਿਓ, ਹੈਂ। ਤੇ ਜੇ ਪਿਆਰ ਨਾਲ ਬੋਲੋਗੇ ਤਾਂ ਬੁਲਾ ਲਓਗੇ। ਜੇ ਕੋਈ ਸਾਨੂੰ ਕਹਿੰਦਾ ਹਾਂ ਰੋਟੀ ਲਿਆ ਦਿਓ, ਅਸੀਂ ਕਹਿੰਦੇ ਚੱਕ ਕਰਾਂ, ਉਹਨੂੰ ਨਾਲੋਂ ਦੂਜੀ ਵਾਰ ਅਗਲੇ ਨੂੰ ਆਪਣੇ ਆਪ ਸਮਝ ਆ ਜਾਂਦੀ ਹੈ ਵੀ ਅਸੀਂ ਉਹਨਾਂ ਨੂੰ ਉੱਚਾ ਬੋਲਦੇ ਪਏ ਅਤੇ ਸਾਨੂੰ ਇਹ ਤਾਂ ਬੋਲੇ ਹੈਗੇ ਨੇ। ਹਾਂਜੀ, ਬਹੁਤ ਵਧੀਆ ਵੀ ਗਾਹਕ ਆਉਂਦੇ ਨੇ ਅਤੇ ਬਹੁਤ ਮਾੜੇ ਵੀ ਆਉਂਦੇ ਹੈਗੇ ਨੇ। ਅੱਛਾ, ਇਹ ਵੀ ਦੱਸਦੇ ਸੀਗੇ ਕਿ ਜਦੋਂ ਬਿੱਲ ਦੇਣਾ ਹੁੰਦਾ ਉਹਦੇ ਪਿੱਛੇ ਵੀ ਲੜਾਈ ਕਰ ਲੈਂਦੇ ਕਈ, ਹੋ ਜਾਂਦੀ ਜੀ ਕਈ ਵਾਰ। ਪਰ ਪਹਿਲਾਂ ਤਾਂ ਮੈਂ ਬਹੁਤ ਗੁੱਸਾ ਕਰਦੀ ਸੀਗੀ, ਅਤੇ ਪਰ ਹੁਣ ਮੈਂ ਆਪਣੇ ਮਨ ਨੂੰ ਸਮਝਾਇਆ ਹੋਇਆ ਵੀ ਅਗਰ ਕੋਈ ਬਹਿਸਬਾਜ਼ੀ ਕਰਦਾ ਜਾਂ ਪੈਸਿਆਂ ਪਿੱਛੇ ਜਾਂ ਕੋਈ ਉਹਦੇ ਪਿੱਛੇ ਕਰਦਾ ਤਾਂ ਮੈਂ ਅਗਲੇ ਨੂੰ ਕਹਿ ਦੇਣੀ ਵੀ ਕੋਈ ਗੱਲ ਨਹੀਂ ਹੈਗੀ। ਕਿੱਦਾਂ ਦੀ ਹੁੰਦੀ ਪੈਸੇ ਪਿੱਛੇ, ਮਤਲਬ ਪੈਸੇ ਬਿੱਲ ਦੇਣ ਤੋਂ ਮਨਾ ਕਰ ਦਿੰਦੇ। ਕਈ ਵਾਰ ਅਗਲਾ ਕਹਿੰਦਾ ਹੈਗਾ ਅਸੀਂ ਤਾਂ ਦੇਤੇ ਤੁਹਾਨੂੰ ਪੈਸੇ, ਮਾੜੀ ਘੁੱਟਕ ਪੀਤੀ ਹੁੰਦੀ ਹੈ, ਸਾਨੂੰ ਪੈਸੇ ਵਾਪਸ ਦਿਓ ਬਾਕੀ ਸਾਡੇ। ਕਈ ਵਾਰ ਇੱਦਾਂ ਦੇ ਵੀ ਗਾਹਕ ਆਉਂਦੇ ਹੈਗੇ ਨੇ। ਹਾਂਜੀ, ਫਿਰ ਵੀ ਕਹਿ ਦਿੰਦੇ ਨੇ ਦਿਓ ਸਾਨੂੰ ਪੈਸੇ ਦਿਓ ਵਾਪਸ। ਫਿਰ ਉਹਨਾਂ ਨੂੰ ਹੁਣ ਤਾਂ ਪਿਆਰ ਨਾਲ, ਮੈਂ ਬਹੁਤ ਜ਼ਿਆਦਾ ਪਿਆਰ ਨਾਲ, ਕਾਫੀ ਜ਼ਿਆਦਾ ਮੇਰੇ 'ਚ ਮਤਲਬ ਕਿ ਉਹ ਕਰਦੀ ਆ, ਪਿਆਰ ਨਾਲ ਮੈਂ ਡੀਲ ਕਰਦੀ ਹਾਂ। ਹਾਂ, ਪਹਿਲਾਂ ਮੈਂ ਬਹੁਤ ਗੁੱਸੇ 'ਚ ਸੀਗੀ, ਹੁਣ ਤਾਂ ਮੈਂ ਬੇਟੇ ਤੋਂ ਬਾਅਦ ਤਾਂ ਮੈਂ ਬਿਲਕੁਲ ਗੁੱਸਾ ਨਹੀਂ ਕਰਦੀ। ਅਗਰ ਕੋਈ ਮੇਰੇ ਕੋਲ ਦਾਲ ਸਬਜ਼ੀ ਰੋਟੀ ਲੈਣ ਵਾਸਤੇ ਆਉਂਦਾ ਹੈਗਾ ਤਾਂ ਮੈਂ, ਅਗਰ ਕੋਈ ਕਹੂਗਾ 500 ਦਾ ਨੋਟ ਆ ਜਾਂ 200 ਦਾ ਨੋਟ ਆ ਸਾਨੂੰ ਖੁੱਲ੍ਹੇ ਦੇ ਦਿਓ, ਮੈਂ ਕਹੂੰਗੀ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ। ਅਗਲਾ ਕਹੂਗਾ ਅਸੀਂ ਆਹ ਰੱਖ ਲਓ ਦਾਲ ਸਬਜ਼ੀ, ਮੈਂ ਕਹੂੰਗੀ ਕੋਈ ਨਾ ਲੈ ਜਾਓ ਅਤੇ ਤੁਸੀਂ ਸਾਨੂੰ ਫਿਰ ਦੇ ਜਿਓ। ਕੋਈ ਦੇ ਗਿਆ ਠੀਕ ਹੈ, ਨਹੀਂ ਦੇ ਕੇ ਗਿਆ ਅਤੇ ਤਾਂ ਵੀ ਕੋਈ ਗੱਲ ਨਹੀਂ ਹੈਗੀ। ਅਗਰ ਕੋਈ ਰੋਟੀ ਖਾ ਕੇ ਵੀ ਕਹੂਗਾ ਸਾਡੇ ਕੋਲ ਪੈਸੇ ਨਹੀਂ ਹੈਗੇ, ਘੱਟ ਨੇ, ਤਾਂ ਮੈਂ ਫਿਰ ਵੀ ਕਹੂੰਗੀ ਕੋਈ ਗੱਲ ਨਹੀਂ ਹੈਗੀ, ਵੀ ਸਿਰਫ ਰੋਟੀ ਹੀ ਖਾ ਕੇ ਗਿਆ ਨਾ, ਆਪਣਾ ਪੇਟ ਭਰ ਕੇ ਗਿਆ ਹੈਗਾ, ਕੁਛ ਲੈ ਕੇ ਤਾਂ ਗਿਆ ਨਹੀਂ, ਕੋਈ ਸਿੱਟ ਕੇ ਨਹੀਂ ਗਿਆ ਹੈਗਾ। ਇਸ ਕਰਕੇ ਮੈਂ ਮਤਲਬ ਕਿ ਕਹਿੰਦੀ ਵੀ ਅਗਰ ਕੋਈ ਸਾਨੂੰ ਸਿਆਣਾ ਬਜ਼ੁਰਗ ਆਉਂਦਾ ਹੈਗਾ, ਕੋਈ ਮਤਲਬ ਕਿ ਸਾਧੂ ਸੰਤ ਆਉਂਦਾ ਹੈਗਾ, ਕੋਈ ਮਤਲਬ ਕਿ ਹੈਂਡੀਕੈਪ ਆਉਂਦਾ ਹੈਗਾ, ਮੈਂ ਉਹਨਾਂ ਤੋਂ ਨਹੀਂ ਪੈਸੇ ਲੈਂਦੀ ਹੈਗੀ। ਜਦੋਂ ਕੰਮ ਅਸੀਂ ਸ਼ੁਰੂ ਕਰਦੇ ਹਾਂ, ਫਿਰ ਜਦੋਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ, ਕਈ ਵਾਰ ਦਿਲ 'ਚ ਆਉਂਦਾ ਨਾ ਵੀ ਇਹ ਕੰਮ ਕਿੱਦਾਂ ਦਾ ਆਪਾਂ ਛੱਡ ਦਈਏ, ਕਦੀ ਆਇਆ ਦਿਲ 'ਚ? ਬਹੁਤ ਜ਼ਿਆਦਾ ਜੀ, ਬਹੁਤ ਵਾਰੀ ਆਉਂਦਾ ਹੈਗਾ, ਬਹੁਤ ਵਾਰੀ ਮਨ 'ਚ ਆਉਂਦਾ ਹੈਗਾ ਵੀ ਮੈਂ ਛੱਡ ਦੇਵਾਂ। ਜਦੋਂ ਕਿਸੇ ਗੱਲ ਦੀ ਬੇਇੱਜ਼ਤੀ ਹੁੰਦੀ ਹੈ ਜਾਂ ਕਈ ਵਾਰ ਲੜਾਈ ਲੜੂਈਏ ਲੋਕੀ ਕੀ ਕਰਦੇ ਨੇ ਨਾ, ਫਿਰ ਉਦੋਂ ਮਨ 'ਚ ਹੁੰਦਾ ਵੀ ਛੱਡ ਦੋ ਕਿਰਾਂ, ਵੀ ਬੇਇੱਜ਼ਤੀ ਹੋ ਰਹੀ ਹੈਗੀ ਹੈ, ਮੇਰੀ ਬੇਇੱਜ਼ਤੀ ਹੁੰਦੀ ਪਈ ਹੈਗੀ ਆ। ਉਹ ਕਈ ਆ ਵੀ ਆ ਕੇ ਲੱਗ ਜਾਂਦੇ ਨੇ, ਅਗਲਾ ਰੋਬ ਦੇਣ ਤੁਸੀਂ ਜ਼ਿਆਦਾ ਕੰਮ ਕਰਦੇ ਹੋ, ਤਾਂ ਤੁਸੀਂ ਇੰਨਾ ਦੇਰ ਸਾਨੂੰ ਖੜਾ ਕੇ ਰੱਖਿਆ ਹੋਇਆ, ਸਾਡੀ ਰੋਟੀ ਨਹੀਂ ਪਾਈ ਹੈਗੀ, ਸਾਡੇ ਪੈਸੇ ਵਾਪਸ ਦੇ ਦਿਓ। ਮੋੜ ਦੀ ਨੇ ਕਈਆਂ ਨੂੰ ਤਾਂ ਕਿਸੇ ਵੀ ਲੈ ਜਾਓ ਭਾਈ, ਕਿਉਂਕਿ ਰਾਤ ਨੂੰ ਸਾਡੇ ਬਹੁਤ ਰਸ਼ ਹੁੰਦਾ ਹੈਗਾ ਕੰਮ ਦਾ। ਹਾਂਜੀ, ਰਾਤ ਨੂੰ ਤਾਂ ਕਈ ਵਾਰ 4 ਫੁਲਕੇ ਵਾਲੇ ਨੂੰ ਵੀ 15-15 20-20 ਮਿੰਟ ਖੜਨਾ ਪੈਂਦਾ ਹੈਗਾ। ਰਾਤ ਨੂੰ ਬਹੁਤ ਕੰਮ ਹੁੰਦਾ ਹੈਗਾ। ਬਾਬਾ ਜੀ ਦੀ ਕਿਰਪਾ ਹੈਗੀ ਆ, ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਬਹੁਤ ਬਹੁਤ ਵੱਡੀ ਕਿਰਪਾ। ਪਰ ਮੇਰਾ ਜਿੱਥੇ ਬੱਚਾ ਗਿਆ ਹੈਗਾ, ਮੇਰੇ ਬੱਚੇ ਨੂੰ ਬਸ ਉਸ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੇ,
ਵੀ ਉਹਦੀ ਜਿਹੜੀ ਕਮੀ ਆ ਮੈਨੂੰ ਮਹਿਸੂਸ ਜ਼ਿੰਦਗੀ ਭਰ ਲਈ ਮੈਂ ਉਹਦੀ ਕਮੀ ਨੂੰ ਮਹਿਸੂਸ ਹੋਏ ਤਾਂ ਹੁੰਦੀ ਰਹਿਣੀ ਆ ਮੈਨੂੰ। ਰੋਣਾ ਨਹੀਂ, ਬਹੁਤ ਸਾਰੇ ਬੱਚੇ ਤੁਹਾਡੇ ਕੋਲ ਆਉਂਦੇ ਆ, ਪਰਮਾਤਮਾ ਨੇ ਤੁਹਾਨੂੰ ਬੇਟੇ ਦੇ ਰੂਪ 'ਚ ਹੀ ਭੇਜਦਾ ਉਹਨਾਂ ਨੂੰ। ਹਾਂਜੀ ਹਾਂਜੀ, ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਇਸ ਗੱਲ ਦਾ। ਮੈਂ ਤੁਹਾਨੂੰ ਦੱਸਿਆ ਨਹੀਂ ਵੀ ਮੇਰੇ ਕੋਲ ਬਹੁਤ ਜਾਣੇ ਇੱਦਾਂ ਦੇ ਆਉਂਦੇ ਜਿਹੜਾ ਕਿ ਮਾਤਾ ਤੋਂ ਬਿਨਾਂ ਗੱਲ ਨਹੀਂ ਕਰਦੇ ਹੈਗੇ। ਉਹ ਕਹਿਣਗੇ ਮਾਤਾ ਤੂੰ ਫਿਕਰ ਨਾ ਕਰ, ਤੂੰ ਬੈਠੇ ਹੋ ਤਾਂ ਬੈਠੋ, ਪਰ ਸਿਰਫ ਕੰਮ ਮੈਂ ਸਿਰਫ ਇਸ ਕਰਕੇ ਕਰਦੀ ਆ ਵੀ ਮੇਰੇ ਬੱਚੇ ਦੀ ਯਾਦਗਿਰੀ ਰਹੇ। ਔਰ ਜਿੰਨੀ ਦੇਰ ਮੇਰੇ ਸਾਹ ਚੱਲਦੇ ਨੇ ਉਨੀ ਦੇਰ ਮੈਂ ਦੁਕਾਨ ਚੱਲਦੀ ਰਹਿਣਾ। ਮੇਰੇ ਬੇਟੇ ਦੀ ਫੋਟੋ ਲੱਗੀ ਹੋਈ ਪਿੱਛੇ, ਮੈਂ ਉਹਦੀ ਯਾਦ ਵਿੱਚ ਕੰਮ ਕਰਨਾ। ਮੇਰਾ ਜਿੱਥੇ ਤੱਕ ਮਤਲਬ ਕਿ ਮੇਰਾ ਜਿਹੜਾ ਅਸਲੀ ਜਿਹੜਾ ਮੇਰਾ ਮਕਸਦ ਹੈ ਨਾ, ਮੇਨ ਮਕਸਦ ਹੈ ਵੀ ਮੈਂ ਥੋੜ੍ਹਾ ਜਿਹਾ ਹੋਰ ਦਾਨ ਪੁੰਨ ਕਰਨਾ, ਜਿਵੇਂ ਮਤਲਬ ਕਿ ਮੇਰੇ ਮਨ ਨੂੰ ਸਕੂਨ ਮਿਲੇ ਜਿਸ ਕੰਮ ਦੇ ਵਿੱਚ ਮੈਂ ਉਹ ਕੰਮ ਕਰਨਾ ਚਾਹੁੰਦੀ ਹਾਂ। ਅਤੇ ਮੈਂ ਹੁਣ ਕਦੋਂ ਤੱਕ ਕਰਦੀ ਅਤੇ ਕਿਵੇਂ ਕਰਦੀ ਹਾਂ, ਮੈਂ ਉਹ ਸੋਚ ਰਹੀ ਹੈਗੀ ਹਾਂ। ਮੈਂ ਆਪਣੇ ਮਨ ਨੂੰ ਸੋਚ ਰਹੀ ਹਾਂ ਵੀ ਮੈਂ ਇਸ ਹਿਸਾਬ ਨਾਲ ਕਰਾਂ ਵੀ ਜੋ ਕਿ ਮੇਰੇ ਰੋਟੀ ਦਾ ਵੀ ਖਰਚਾ ਚੱਲ ਜਾਵੇ। ਔਰ ਜਿਹੜਾ ਕਿ ਮੇਰਾ ਵੈਸੇ ਤਾਂ ਹੁਣ ਵੀ ਮੇਰਾ 40 ਰੁਪਏ ਦੀ ਰੋਟੀ ਅਗਲਾ ਰੋਟੀ ਖਾ ਕੇ ਜਾਂਦਾ ਅਤੇ 50 ਰੁਪਏ ਦੀ ਰੋਟੀ ਖਾ ਕੇ ਜਾਂਦਾ ਹੈਗਾ। 50 ਰੁਪਏ ਦੀ ਸਬਜ਼ੀ ਨਾਲ 40 ਰੁਪਏ ਦੀ ਦਾਲ ਨਾਲ, ਮਤਲਬ ਦਾਲ ਸਬਜ਼ੀ ਦੋਨੋਂ ਦੇ ਦੇਵਾਂ ਅਤੇ ਨਾ ਮੈਂ 50 ਰੁਪਏ ਹੀ ਲੈਂਦੀ। ਅੱਛਾ, ਹਾਂਜੀ, 50 ਰੁਪਏ ਰੋਟੀ ਦੇ ਲਈ ਦੀ ਹੈ। ਤੁਹਾਡੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ, ਜਿੱਦਾਂ ਤੁਹਾਡੀ ਨੂੰਹ ਤੁਹਾਡਾ ਸਹਾਰਾ ਬਣੇ ਹੈ ਨਾ, ਤੁਹਾਡੇ ਕੋਲ ਸਹਾਰਾ ਤੁਹਾਡੇ ਨਾਲ 24 ਘੰਟੇ ਰਹਿੰਦੇ ਹੈ ਨਾ। ਤੁਸੀਂ ਕਹਿੰਦੇ ਮੈਂ ਉਹਦਾ ਵਿਆਹ ਕਰ ਦੇਣਾ, ਉਹਦੀ ਜ਼ਿੰਦਗੀ ਵੀ ਦੇਖਣੀ ਹੈ ਨਾ। ਬੰਦਾ ਕਿਤੇ ਨਾ ਕਿਤੇ ਸੈਲਫਿਸ਼ ਹੋ ਜਾਂਦਾ, ਆਪਣੇ ਬਾਰੇ ਸੋਚਦਾ ਵੀ ਮੇਰਾ ਨਾਲ ਕੋਈ ਹੈ ਨਹੀਂ ਗੇ। ਪਰ ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ, ਤੁਸੀਂ ਕਹਿੰਦੇ ਵੀ ਮੈਂ ਉਹਦਾ ਵਿਆਹ ਕਰ ਦੇਣਾ, ਮਤਲਬ ਤੁਸੀਂ ਉਹਨਾਂ ਨੂੰ ਧੀ ਸਮਝਿਆ ਕਿ ਮੈਂ ਅੱਗੇ ਤੋਰਾਂ ਉਹਨੂੰ, ਉਹਦੀ ਵੀ ਜ਼ਿੰਦਗੀ ਪਈ ਹੈ। ਹਾਂਜੀ ਹਾਂ, ਵਿਆਹ ਤਾਂ ਦੇਖੋ ਜੀ ਜ਼ਰੂਰੀ ਹੈ। ਦੇਖ ਠੀਕ ਹੈ, ਮੈਨੂੰ ਸ਼ਾਇਦ ਖਬਰ ਆ ਪੁੱਤ ਇਸ ਤੋਂ ਵਧੀਆ ਮਿਲ ਜਾਵੇ, ਮੇਰਾ ਪੁੱਤ ਆ ਜਾਵੇ। ਅਗਰ ਮੈਂ ਧੀ ਤੋਰਾਂਗੀ ਸ਼ਾਇਦ ਮੇਰਾ ਪੁੱਤ ਹੋਰ ਆ ਜਾਵੇ। ਠੀਕ ਹੈ, ਮੇਰਾ ਜਮਾਈ ਵੀ ਦਿਮਾਗ ਵੀ ਮੇਰਾ ਬਹੁਤ ਵਧੀਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਦਿਮਾਗ ਵੀ ਮੇਰਾ ਪੁੱਤਾਂ ਨਾਲੋਂ ਵੱਧ ਹੈਗਾ। ਪਰ ਠੀਕ ਹੈ, ਉਸ ਦੀ ਪੁੱਤ ਦੀ ਤਾਂ ਜ਼ਿੰਦਗੀ ਦੇ ਵਿੱਚ ਕਮੀ ਪੂਰੀ ਨਹੀਂ ਹੋ ਸਕਦੀ, ਪਰ ਇਹਨੂੰ ਮੈਂ ਤੋਰਾਂਗੀ ਤਾਂ ਸ਼ਾਇਦ ਕੋਈ ਹੋਰ ਮੇਰੀ ਲਾਈਫ ਦੇ ਵਿੱਚ ਵਧੀਆ ਕੋਈ ਹੋਰ ਵੀ ਹਾਂਜੀ ਹਾਂਜੀ ਹੋਰ ਪੁੱਤ ਮਿਲ ਜਾਵੇ। ਫਿਰ ਸਾਡੇ ਇੱਕ ਮਾਤਾ ਜੀ ਸੀਗੇ ਇੱਧਰ ਰਹਿੰਦੇ, ਉਹਨਾਂ ਦੇ ਨਾ ਇਕੱਲੇ ਬੇਟਾ ਸੀਗਾ। ਅਤੇ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਤੁਹਾਨੂੰ ਕੰਮ ਦੀ ਲੋੜ, ਤੁਸੀਂ ਉਹ ਮਾਤਾ ਜੀ ਨੂੰ ਬੁਲਾਓ ਵੀ ਉਹਨਾਂ ਦੀ ਰੋਟੀ ਦਾ ਔਖਾ ਹੈਗਾ, ਵੀ ਉਹ ਆਪਣੀ ਬੇਟੀ ਘਰੇ ਜਾ ਕੇ ਕੰਮ ਕਰਦੇ ਨੇ ਅਤੇ ਫਿਰ ਰੋਟੀ ਖਾਂਦੇ ਨੇ, ਵੀ ਤੁਸੀਂ ਉਹਨਾਂ ਨੂੰ ਬੁਲਾਓ, ਤੁਹਾਨੂੰ ਭਲਾ ਹੈਗਾ ਤੁਹਾਡਾ, ਵੀ ਜੇ ਤੁਸੀਂ ਨਾਲ ਤੁਹਾਡਾ ਰੋਟੀ ਪਾਣੀ ਚਲੇ ਜਾਓ। ਮੈਂ ਫਿਰ ਮਾਤਾ ਕੋਲੇ ਗਈ, ਮੈਂ ਮਾਤਾ ਜੀ ਵੀ ਤੁਸੀਂ ਕੰਮ ਕਰੋਗੇ ਸਾਡੇ ਕੋਲੇ? ਕਹਿੰਦੀ ਹਾਂਜੀ ਕਰੂੰਗੀ, ਪਰ ਮੇਰੇ ਬੇਟੇ ਦੀ ਰੋਟੀ ਦਾ ਔਖਾ ਹੈਗਾ, ਵੀ ਤੁਸੀਂ ਮੇਰੇ ਬੇਟੇ ਦੀ ਰੋਟੀ ਦੇ ਦਿਆ ਕਰੋਗੇ? ਮੈਂ ਕਿਹਾ ਜ਼ਰੂਰ ਦੇਵਾਂਗੇ। ਅਤੇ ਫਿਰ ਉਹਨਾਂ ਨੇ ਉਹ ਮੇਰੇ ਕੋਲੇ ਆ ਗਏ। ਮਤਲਬ ਸ਼ੁਰੂ ਤੋਂ ਜਿਹੜਾ ਹੋਇਆ ਲੇਡੀਜ਼ ਤੋਂ ਹੀ ਕੰਮ ਸਾਡਾ ਸ਼ੁਰੂ ਹੋਇਆ, ਅਤੇ ਹੁਣ ਤੱਕ ਸਾਡਾ ਲੇਡੀਜ਼ ਹੀ ਕੰਮ ਕਰਦੀਆਂ ਨੇ। ਅਤੇ ਉਹ ਮਾਤਾ ਜੀ ਆ ਗਏ, ਭਾਬੀ ਜੀ ਹੋ ਗਏ, ਮੈਂ ਹੋ ਗਈ, ਬੇਟਾ ਵੀ ਫਿਰ ਚਲੋ ਫਿਰ ਕਰਾਉਣ ਲੱਗ ਗਿਆ। ਬੇਟਾ ਦੀ ਵੀ ਕੁਛ ਮਾੜੀ ਮੋਟੀ ਜੱਗ ਖੁੱਲ੍ਹ ਗਈ ਕੰਮ ਦੀ। ਅਤੇ ਉਸ ਤੋਂ ਫਿਰ 2 ਸਾਲ ਬਾਅਦ ਮੈਂ ਬੇਟੇ ਦਾ ਵਿਆਹ ਕੀਤਾ। ਹਾਂਜੀ, ਬੇਟੇ ਦਾ ਵਿਆਹ ਕੀਤਾ। ਬੇਟੀ ਵਧੀਆ ਆਈ ਹੈ, ਮੇਰੀ ਨੂੰਹ ਰਾਣੀ ਵਧੀਆ, ਬਹੁਤ ਵਧੀਆ ਹੈਗੀ, ਕੋਈ ਇਹੋ ਜਿਹੀ ਗੱਲ ਨਹੀਂ। ਅਤੇ ਚਲੋ ਸਾਲ 2 ਸਾਲ ਤਾਂ ਬੱਚੇ ਨੂੰ ਲੱਗਦਾ ਹੀ ਹੈ ਐਡਜਸਟਮੈਂਟ ਹੋਣ ਨੂੰ। ਫਿਰ 2 ਸਾਲ ਬਾਅਦ ਮੇਰੇ ਨਾਲ ਤਕਰੀਬਨ ਉਹ ਵੀ ਕੰਮ ਕਰਾਉਣ ਲੱਗ ਗਈ। ਹਾਂਜੀ, ਨੂੰਹ ਵੀ ਕੰਮ ਕਰਾਉਣ ਲੱਗ ਗਈ। ਮੇਰੇ ਭਾਬੀ ਜੀ ਹੋ ਗਏ, ਉਹ ਮਾਤਾ ਹੋ ਗਈ, ਮੇਰੀ ਨੂੰਹ ਹੋ ਗਈ, ਮੈਂ ਹੋ ਗਈ, ਅਸੀਂ 4 ਜਾਣੇ ਹੋ ਗਏ, 4 ਲੇਡੀਜ਼ ਹੋ ਗਈਆਂ। ਅਤੇ ਇਸੇ ਤਰ੍ਹਾਂ ਫਿਰ ਇੱਕ 60-65 ਸਾਲ ਦੇ ਹੈਗੇ ਸੀਗੇ, 60 ਸਾਲ ਦੇ ਸੀਗੇ ਲੇਡੀਜ਼ ਇੱਕ, ਉਹ ਮੇਰੇ ਕੋਲ ਆਏ, ਕਹਿੰਦੇ ਮੈਂ ਕੰਮ 'ਤੇ ਲੱਗਣਾ ਹੈਗਾ, ਇੱਦਾਂ ਕਰੇ ਮੈਨੂੰ ਮੁਸ਼ਕਿਲ ਹੋ ਰਹੀ ਹੈਗੀ ਹੈ ਵੀ ਮੈਂ ਪਹਿਲਾਂ ਅਸੀਂ ਸਿਰਫ 30 ਰੁਪਏ ਦੀ ਦਿਹਾੜੀ ਦਿੰਦੇ ਹੁੰਦੇ ਸੀਗੇ। ਮਤਲਬ ਕਿ ਕੰਮ ਵਾਲੇ 900 ਰੁਪਏ ਉਦੋਂ ਤਨਖਾਹ ਦਿੰਦੇ ਸੀਗੇ, ਜੇ ਤੁਸੀਂ ਨਾ ਰੋਟੀ ਪਾਣੀ ਤਿੰਨੇ ਟਾਈਮ ਦੇ ਦਿੰਦੇ ਹੁੰਦੇ ਸੀਗੇ। ਫਿਰ ਉਹ ਵੀ ਸਾਡੇ ਕੋਲ ਲੱਗ ਗਈ, ਅਸੀਂ 4 ਲੇਡੀਜ਼ 5 ਲੇਡੀਜ਼ ਹੋ ਗਈਆਂ ਸੀ। ਅਤੇ ਕਰਦੇ ਕਰਾਉਂਦੇ ਜੀ ਸਾਡਾ ਵਧੀਆ ਕੰਮ ਚੱਲ ਪਿਆ, ਬਹੁ ਕੰਮ ਕਰਾਉਣ ਲੱਗੀ। ਫਿਰ ਉਸ ਤੋਂ ਬਾਅਦ ਹੁਣ ਇਹ ਕੁੜੀਆਂ ਜਿਹੜੀਆਂ ਹੁਣ ਸਾਡੇ ਕੋਲ ਲੱਗੀਆਂ ਹੋਈਆਂ ਤਕਰੀਬਨ ਇਹ ਵੀ ਸਾਰੀਆਂ 35 ਸਾਲ ਦੀਆਂ ਨੇ, ਜਿਹੜੀਆਂ ਸਾਡੇ ਕੋਲ ਹੁਣ ਅੱਜ ਕੱਲ੍ਹ ਕੰਮ ਕਰ ਰਹੀਆਂ ਨੇ ਕੁੜੀਆਂ, ਕਿਉਂਕਿ ਨਹੀਂ ਲੇਡੀਜ਼ ਤਕਰੀਬਨ ਆਉਂਦੀ ਨਹੀਂ ਹੈਗੀ ਕੰਮ ਕਰਨ ਲਈ। ਇੰਨੀ ਕੁ ਉਮਰ ਦੇ ਕੁੜੀਆਂ ਅਗਲੇ ਕਹਿੰਦੇ 35-40 ਸਾਲ ਦੀਆਂ ਕੁੜੀਆਂ ਹਰ ਕੋਈ ਵਧੀਆ ਕੰਮ ਕਰਦੀ ਹੈਗੀਆਂ ਨੇ, ਪਰ ਇੱਥੇ ਸਾਡੇ ਲੇਡੀਜ਼ ਹੀ ਕੰਮ ਕਰਦੀਆਂ ਨੇ। ਅਤੇ ਸ਼ੁਰੂ ਤੋਂ ਅੱਜ ਤੱਕ ਮੇਰੀ ਦੋਹਤੀ ਵੀ ਮੇਰੇ ਨਾਲ ਕੰਮ ਕਰਾਉਂਦੀ ਹੈ। ਉਹ ਹੁਣ 10th ਦੀ ਪਾਸ ਕੀਤੀ ਹੈ, 10th 'ਚ ਪਾਸ +1 'ਚ ਹੋਈ ਹੈਗੀ ਹੈ। ਉਹ ਜਦੋਂ ਆਉਂਦੀ ਹੈ ਸਕੂਲੋਂ ਉਹਨੇ ਆ ਕੇ ਮੇਰੀ ਹੈਲਪ ਕਰਾਉਂਦੀ ਹੈਗੀ ਆ ਸ਼ਾਮ ਤੱਕ, ਉਹਨੇ ਰਾਤ ਤੱਕ। ਸ਼ਾਮ ਨੂੰ ਉਹਦੇ ਪਾਪਾ ਵੀ ਜਵਾਈ ਮੇਰੇ ਆਉਂਦੇ ਹੈਗੇ ਨੇ, ਅਤੇ ਜਵਾਈ ਵੀ ਮੇਰੇ ਨਾਲ ਮੇਰੇ ਕੰਮ ਕਰਾਉਂਦੇ ਨੇ। ਬੇਟੀ ਵੀ ਆ ਜਾਂਦੀ ਹੈ, ਬੇਟੀ ਵੈਸੇ ਪਾਰਲਰ ਦਾ ਕੰਮ ਕਰਦੀ ਹੈ। ਅਤੇ ਜਦੋਂ ਸ਼ਾਮ ਦੇ ਟਾਈਮ ਉਹ ਵੀ ਸ਼ਾਮ ਦੇ ਕੰਮ ਟਾਈਮ ਸਾਡਾ ਕੰਮ ਜ਼ਿਆਦਾ ਹੁੰਦਾ ਹੈਗਾ। ਸਵੇਰ ਨੂੰ ਅਸੀਂ ਆਲੂ ਵਾਲੇ ਪਰੌਂਠੇ ਬਣਾਉਂਦੇ ਹੈਗੇ ਹਾਂ, ਅਤੇ ਦੁਪਹਿਰ ਨੂੰ ਸਾਡੇ ਦਾਲ ਸਬਜ਼ੀ
2 ਸਬਜ਼ੀਆਂ ਤੇ 1 ਦਾਲ ਦੁਪਹਿਰੇ ਹੁੰਦੀ ਹੈਗੀ ਆ, ਤੇ ਸ਼ਾਮ ਨੂੰ ਸਾਡੇ 4 ਸਬਜ਼ੀਆਂ 1 ਦਾਲ ਹੁੰਦੀ ਹੈਗੀ ਆ। ਸ਼ਾਮ ਦਾ ਕੰਮ ਸਾਡੇ ਜ਼ਿਆਦਾ ਹੁੰਦਾ ਹੈਗਾ। ਹੁਣ ਅਸੀਂ 5 ਰੁਪਏ ਦਾ ਫੁਲਕਾ ਦਿੰਦੇ ਹੈਗੇ ਆ, ਦਾਲ ਅਸੀਂ 20 ਰੁਪਏ ਦੀ ਹਾਫ 40 ਰੁਪਏ ਦੀ ਫੁੱਲ ਦਿੰਦੇ ਆ, ਤੇ ਸਬਜ਼ੀ ਅਸੀਂ 30 ਰੁਪਏ ਦੀ ਹਾਫ ਤੇ 60 ਰੁਪਏ ਦੀ ਫੁੱਲ ਦਿੰਦੇ ਹੈਗੇ ਆ। ਕੋਈ ਵੀ ਸਬਜ਼ੀ ਬਣਾਈਏ ਅਸੀਂ ਤਕਰੀਬਨ। ਤੇ ਜੇ ਸ਼ਾਹੀ ਪਨੀਰ ਬਣਾਉਂਦੇ ਸੰਡੇ ਅਸੀਂ ਸ਼ਾਹੀ ਪਨੀਰ ਪਾਲਕ ਪਨੀਰ ਬਣਾਈਏ ਅਸੀਂ, ਜਾਣੀ ਪਨੀਰ ਦੀ ਆਈਟਮ ਜਿਹੜੀ ਅਸੀਂ ਬਣਾਉਂਦੇ ਆ ਉਹ ਅਸੀਂ ਸੰਡੇ ਬਣਾਉਂਦੇ ਹੈਗੇ ਆ। ਤੇ ਕੰਮ ਹੁਣ ਬਾਬਾ ਜੀ ਦੀ ਕਿਰਪਾ ਨਾਲ ਤਾਂ ਬਹੁਤ ਵਧੀਆ ਚੱਲਦਾ ਹੈਗਾ। ਸਿਰਫ ਮੈਂ ਇਹ ਵੀ ਬਾਹਰ ਦਾ ਕੰਮ, ਜਿਸ ਤਰ੍ਹਾਂ ਕੋਈ ਇਹਨਾਂ ਨੂੰ ਸਮਾਨ ਲਿਆ ਕੇ ਦੇਣਾ, ਸਬਜ਼ੀ ਲਿਆ ਕੇ ਦੇਣੀ ਹੈਗੀ ਆ, ਮੈਂ ਕੁਛ ਵੀ ਲੈ ਕੇ ਆਉਣਾ ਹੈਗਾ, ਮੈਂ ਬਾਹਰੋਂ ਇਹਨਾਂ ਨੂੰ ਸਮਾਨ ਲਿਆ ਕੇ ਦੇ ਦੇਣੀ ਹੈਗੀ ਆ। ਅਗਰ ਮੇਰੇ ਕੋਲ ਕੰਮ ਹੁੰਦਾ ਮੈਂ ਕਰਦੀ ਹਾਂ, ਅਗਰ ਨਹੀਂ ਮੇਰੇ ਕੋਲ ਹੁੰਦਾ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਮੈਨੂੰ ਕੋਈ ਕੰਮ ਨੂੰ ਕਹਿੰਦਾ ਹੈਗਾ। ਮੈਨੂੰ ਸਿਰਫ ਇਹ ਹੈ ਵੀ ਮੇਰੇ ਕੋਲ ਜਿਹੜਾ ਖਾਣਾ ਖਾਣ ਲਈ ਇੰਨੇ ਆਉਂਦੇ ਨੇ ਲੋਕੀ, ਸਾਰੇ ਆਉਣਗੇ, ਆਂਟੀ ਜੀ ਠੀਕ ਹੋ, ਆਂਟੀ ਕਿਵੇਂ ਹੋ, ਆਂਟੀ ਤੁਸੀਂ ਦੇਖ ਲਓ, ਹੌਸਲਾ ਰੱਖਿਓ, ਅਸੀਂ ਤੁਹਾਡੇ ਬੱਚੇ ਆ ਵੀ। ਬੜੇ ਬੱਚੇ ਆਉਂਦੇ ਨੇ, ਬੜੇ ਲਾਈਕ ਬਿਜਲੀ ਦਫ਼ਤਰੋਂ ਮੁੰਡੇ ਆਉਂਦੇ ਹੈਗੇ ਨੇ, ਟੈਕਸੀਆਂ ਵਾਲੇ ਮੁੰਡੇ ਬਹੁਤ ਆਉਂਦੇ ਹੈਗੇ ਨੇ, ਆਂਟੀ ਠੀਕ ਹੋ ਤੁਸੀਂ, ਆਂਟੀ ਫਿਕਰ ਨਾ ਕਰੋ, ਆਂਟੀ ਅਸੀਂ ਤੁਹਾਡੇ ਨਾਲ ਹੈਗੇ ਆ, ਅਸੀਂ ਤੁਹਾਡੇ ਬੱਚੇ ਹੀ ਆ, ਬੇਫਿਕਰ ਰਹੋ ਤੁਸੀਂ, ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਫਿਰ ਵੀ ਚਲੋ ਜਿਹੜੀ ਹੁਣ ਉਹ ਘਾਟ ਹੈ ਉਹ ਤਾਂ ਨਹੀਂ ਪੂਰੀ ਹੋ ਸਕਦੀ ਹੈਗੀ। ਪਰ ਮੈਨੂੰ ਇਹ ਹੈਗਾ ਵੀ ਮੈਂ ਇਹਨਾਂ ਦੇ ਨਾਲ ਕੰਮ, ਮੇਰੇ ਨਾਲ ਕਈ ਘਰ ਰੋਟੀ ਖਾ ਰਹੇ ਨੇ, ਜਿੱਦਾਂ ਤੁਸੀਂ 6 ਘਰ ਰੋਟੀ ਖਾ ਰਹੇ ਨੇ ਮੇਰੇ ਨਾਲ। 6 ਪਰਿਵਾਰ ਨੇ ਅਸੀਂ, ਜਿਹੜੇ 6-7 ਪਰਿਵਾਰ ਹੈਗੇ ਆ ਜਿਹੜੇ ਅਸੀਂ ਰੋਟੀ ਖਾ ਰਹੇ ਹੈਗੇ, ਸਾਰੇ ਜਾਣੇ ਭੈਣ ਭਾਈ ਰਲ ਕੇ। ਇੱਕ ਬੇਟਾ ਹੈਗਾ ਸਾਡੇ ਕੋਲੇ, ਉਹ ਬਿਲਕੁਲ ਮੈਂਟਲੀ ਐਪਸੈਟ ਸੀਗੇ ਜਦੋਂ ਸਾਡੇ ਕੋਲ ਕੰਮ 'ਤੇ ਲਿਆ, ਬਿਲਕੁਲ ਡਾਕਟਰ ਨੇ ਉਹਨੂੰ ਮੈਂਟਲੀ ਐਪਸੈਟ ਦਾ ਮਤਲਬ ਕਿ ਸਰਟੀਫਿਕੇਟ ਲਿਖ ਕੇ ਦਿੱਤਾ ਹੋਇਆ ਹੈਗਾ। ਹਾਂਜੀ, ਤੇ ਜਦ ਕਿ ਉਹ ਸਾਡੇ ਕੋਲੇ ਆ ਕੇ ਹੁਣ ਬਿਲਕੁਲ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈਗਾ, ਵਧੀਆ ਢੰਗ ਨਾਲ ਰੋਟੀ ਪਾਣੀ ਖਾ ਰਿਹਾ। ਅੱਗੇ ਉਹਨੂੰ ਕਹਿਣਾ ਰੋਟੀ ਖਾਣੀ ਹੈ, ਕਿੰਨੇ ਫੁਲਕੇ ਖਾਏਗਾ, ਉਹਨੂੰ ਕਹਿਣਾ 30 ਖਾਊਂਗਾ। ਤੇ ਜਦੋਂ ਉਹਨੂੰ ਪੁੱਛਣ ਰੋਟੀ, ਉਹਨੇ ਪਲੇਟਾਂ ਚੱਟਣ ਲੱਗ ਜਾਣੀ, ਉਹ ਕਰਨ ਲੱਗ ਗਈਆਂ। ਤੇ ਹੁਣ ਬਹੁਤ ਵਧੀਆ ਮਤਲਬ ਕਿ ਵਧੀਆ ਢੰਗ ਨਾਲ ਕੰਮ ਕਰ ਰਿਹਾ ਸਾਡੇ ਕੋਲੇ, ਤੇ ਵਧੀਆ ਢੰਗ ਨਾਲ ਰਹਿ ਰਿਹਾ ਹੈਗਾ। ਹਾਂਜੀ, ਬਹੁਤ ਜ਼ਿਆਦਾ ਫਰਕ ਹੈ ਜੀ। ਗਾਹਕਾਂ ਨਾਲ ਵੀ ਗੱਲ ਕਰ, ਹੱਸਦਾ ਹੈ, ਹੱਸਣੋਂ ਨਹੀਂ ਹਟਿਆ ਜੀ, ਹੱਸੀ ਉੱਦਾਂ ਹੀ ਜਾਂਦਾ ਹੈ ਜਿਵੇਂ ਪਹਿਲਾਂ ਹੱਸਦਾ ਸੀਗਾ। ਤੇ ਬਾਕੀ ਕਾਫੀ ਜ਼ਿਆਦਾ ਫਰਕ ਹੈਗਾ। ਮੇਰੀ ਦੋਹਤੀ ਹੈ ਜਿਹੜੀ 10th ਵਿੱਚ ਪੜ੍ਹਦੀ ਸੀਗੀ, ਮੇਰੇ ਨਾਲ ਕੰਮ ਕਰਾਉਂਦੀ ਹੈਗੀ ਆ। ਜਵਾਈ ਵੀ ਆ ਕੇ ਮੇਰਾ ਸ਼ਾਮ ਨੂੰ ਮੇਰੇ ਨਾਲ ਕੰਮ ਕਰਾਉਂਦਾ ਹੈਗਾ। ਸਾਡਾ ਮਤਲਬ ਕਿ ਜਿਹੜੇ ਇਹ ਦੁਕਾਨ ਹੈਗੀ ਆ, ਇਹ ਗਿੱਲਾਂ ਵਾਲੀ ਨਹਿਰ ਤੋਂ ਆ ਕੇ ਬਰੋਟਾ ਰੋਡ ਹੈ, ਮੇਨ ਬਰੋਟਾ ਰੋਡ ਤੋਂ ਉਤਰਦੇ ਸਾਰ ਪਹਿਲੀ ਹੀ ਦੁਕਾਨ ਹੈ ਸਾਡੀ। ਤੇ ਜਿਹੜੇ ਵੀ ਮੇਰੇ ਭੈਣ ਭਾਈ ਜ਼ਰੂਰ ਦੇਖਦੇ ਨੇ, ਤੇ ਜਿਨ੍ਹਾਂ ਦੇ ਉਹ ਇਹ ਵੀਡੀਓ ਸਾਡੀ ਬਹੁਤ ਵਧੀਆ ਲੱਗੀ ਦੀ ਹੋਵੇ, ਤੇ ਉਹ ਜ਼ਰੂਰ ਸਾਨੂੰ ਇੱਕ ਵਾਰ ਦਰਸ਼ਨ ਦੇ ਕੇ ਜਾਣ। ਸਾਡਾ ਜਿੰਨੀਆਂ ਵੀ ਮੇਰੀਆਂ ਭੈਣਾਂ ਕੰਮ ਕਰਦੀਆਂ ਸਾਰੀਆਂ ਦਾ ਹੌਸਲਾ ਵਧਾ ਕੇ ਜਾਣ, ਤੇ ਅਸੀਂ ਵੀ ਅੱਗੇ ਵਾਸਤੇ ਅਸੀਂ ਕੰਮ ਕਰਦੇ ਰਹੀਏ। ਸਾਡੀ ਸਿਹਤਾਂ ਕਾਇਮ ਰਹਿਣ ਤੇ ਅਸੀਂ ਕੰਮ ਕਰਦੇ ਰਹੀਏ ਬਸ। ਤਾਂ ਬਿਲਕੁਲ ਸਾਡੀ ਵੀ ਇਹੀ ਦੁਆ ਹੈ ਕਿ ਸਿਹਤਾਂ ਕਾਇਮ ਰਹਿਣ ਤੇ ਲੋਕ ਤੁਹਾਨੂੰ ਇੱਦਾਂ ਪਿਆਰ ਦਿੰਦੇ ਰਹਿਣ। ਬਹੁਤ ਬਹੁਤ ਸ਼ੁਕਰੀਆ। ਓਕੇ, ਬਸ ਜਿੰਨੀ ਦੇਰ ਸਾਡਾ ਕੰਮ ਕਰਨਾ ਹੈਗਾ, ਪਰਮਾਤਮਾ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਤੇ ਸਾਨੂੰ ਕੰਮ ਕਰਨ ਦੀ ਹਿੰਮਤ ਦੇਵੇ, ਤੇ ਜਦੋਂ ਮਾਲਕ ਨੇ ਲੈ ਕੇ ਜਾਣਾ ਸਾਨੂੰ ਤੁਰਦੇ ਫਿਰਦਿਆਂ ਨੂੰ ਇੱਦਾਂ ਹੀ ਲੈ ਕੇ ਜਾਵੇ। ਤੇ ਕਿਉਂਕਿ ਮੇਰਾ ਕੋਈ ਨਹੀਂ ਹੈਗਾ ਸੇਵਾ ਕਰਨ ਲਈ, ਮੈਂ ਇੱਕੋ ਹੀ ਅਰਦਾਸ ਕਰਦੀ ਹਾਂ ਪਰਮਾਤਮਾ ਕਿ ਮੈਂ ਜਦੋਂ ਜਾਵਾਂ ਤੇ ਮੈਂ ਚੱਲਦੀ ਫਿਰਦੀ ਹੀ ਕੰਮ ਕਰਦੀ ਹੀ ਜਾਵਾਂ ਬਸ। ਭਾਵੁਕ ਨਹੀਂ ਹੋਣੇ, ਅਸੀਂ ਚਾਹੁੰਦੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਬੇਟੇ ਤੁਹਾਡਾ, ਥੈਂਕ ਯੂ। ਆਂਟੀ ਹੁਣਾਂ ਦੇ ਨੋ ਵੀ ਸਾਡੇ ਨਾਲ ਮੌਜੂਦ ਹੈ, ਜਿਹੜੇ ਕਿ ਉਹਨਾਂ ਦੇ ਨਾਲ ਕੰਮ ਕਰਾਉਂਦੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ। ਭੈਣੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਰਬਜੀਤ ਕੌਰ। ਤੁਸੀਂ ਇਕੱਠੇ ਕੰਮ ਕਰਦੇ ਹੋ ਹੈ ਨਾ? ਬਹੁਤ ਘੱਟ ਜੋੜੀਆਂ ਦੇਖਣ ਨੂੰ ਮਿਲਦੀਆਂ ਸੱਸ ਨੂੰਹ ਦੀਆਂ, ਕਿ ਜਿਨ੍ਹਾਂ ਦੇ ਵਿੱਚ ਪਿਆਰ ਬਹੁਤ ਹੁੰਦਾ ਹੈ ਨਾ? ਤੁਹਾਡਾ ਪਿਆਰ ਹੈਗਾ ਬਖੂਬੀ ਬਣਦੀ? ਬਹੁਤ ਜ਼ਿਆਦਾ। ਮੈਨੂੰ ਇਹਨਾਂ ਦਾ ਇੰਨਾ ਕੁ ਸਪੋਰਟ ਹੈਗਾ ਨਾ ਕਿ ਮੈਨੂੰ ਇਹਨਾਂ ਦੇ ਹੁੰਦੇ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਆ। ਚਲੋ ਮੇਰੇ ਹਸਬੈਂਡ ਦੀ ਕਮੀ ਤਾਂ ਉਹ ਸਾਰੀ ਉਮਰ ਰਹਿਣੀ ਆ, ਉਹ ਕਦੇ ਪੂਰੀ ਨਹੀਂ ਹੋ ਸਕਦੀ ਹੈਗੀ, ਪਰ ਮੈਨੂੰ ਫਾਈਨੈਂਸ਼ਲੀ ਕਹਿ ਲਓ, ਇੱਕ ਹਰ ਇੱਕ ਪਾਸਿਓਂ ਮੈਨੂੰ ਇਹਨਾਂ ਦਾ ਇੰਨਾ ਸਪੋਰਟ ਆ ਨਾ ਕਿ ਮੈਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਇਹਨਾਂ ਦੇ ਹੁੰਦੇ ਹੋਏ। ਕਿ ਕਹਿ ਲਓ ਮੇਰੇ ਮਾਂ ਪਿਓ ਭੈਣ ਭਰਾ ਮੇਰੇ ਸਭ ਹੈਗੇ ਆ, ਪਰ ਉਹਨਾਂ ਤੋਂ ਜ਼ਿਆਦਾ ਮੈਨੂੰ ਇਹਨਾਂ ਦਾ ਸਪੋਰਟ ਹੈ। ਇਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮਹਿਸੂਸ ਹੋਈ। ਠੀਕ ਆ, ਮੈਂ ਇਹਨਾਂ ਨਾਲ ਬਰਾਬਰ ਖੜ ਕੇ ਕੰਮ ਕਰਵਾ ਰਹੀ ਹਾਂ, ਔਰ ਇਹ ਵੀ ਮੇਰਾ ਸਾਥ ਪੂਰਾ ਦੇ ਰਹੇ ਆ। ਅਸੀਂ ਕਹਿ ਲਓ ਕਿ 2 ਮਹੀਨੇ ਕੰਮ ਕਰਕੇ ਅਸੀਂ ਹਰ ਤੀਜੇ ਮਹੀਨੇ ਅਸੀਂ ਘੁੰਮਣ ਜਾਣਾ, ਅਸੀਂ ਇਕੱਠਿਆਂ ਨੇ। ਠੀਕ ਹੈ, ਹੁਣ ਫਿਰ ਅਸੀਂ ਜਾ ਰਹੇ ਹਾਂ 7 ਤਰੀਕ ਨੂੰ ਅਸੀਂ ਹੇਮਕੁੰਟ ਸਾਹਿਬ ਜਾ ਰਹੇ ਹਾਂ। ਹਾਂਜੀ, ਪੂਰੀ ਫੈਮਿਲੀ ਅਸੀਂ ਸਾਰੇ ਜਾ ਰਹੇ ਹਾਂ। ਅਸੀਂ ਕੰਮ ਵੀ ਕਰਦੇ ਹਾਂ, ਘੁੰਮਦੇ ਫਿਰਦੇ ਹਾਂ, ਲਾਈਫ ਇੰਜੋਏ ਵੀ ਕਰਦੇ ਹਾਂ। ਚਲੋ ਦੁੱਖ ਤਾਂ ਜਿਹੜਾ ਹੈਗਾ ਆ ਉਹ ਸਾਰੀ ਉਮਰ ਰਹਿਣਾ ਵਾ। ਠੀਕ ਆ, ਉਹ ਦੁੱਖ ਕਦੇ ਦੂਰ ਨਹੀਂ ਹੋ ਸਕਦਾ ਹੈਗਾ, ਨਾ ਹੀ ਉਹ ਕਮੀ ਕੋਈ ਉਹਨਾਂ ਦੀ ਪੂਰੀ ਕਰ ਸਕਦਾ ਵਾ। ਪਰ ਮੈਂ ਇਹਨਾਂ ਦੇ ਨਾਲ ਆਪਣੇ ਆਪ ਨੂੰ ਇੰਨਾ ਕੁ
ਅੱਛਾ ਇਹਨਾਂ ਦੇ ਨਾਲ ਮੈਨੂੰ ਫੀਲ ਹੁੰਦਾ ਹੈ ਕਿ ਮੈਂ ਕਿਤੇ ਹੋਰ ਜਾਣਾ ਨਹੀਂ ਚਾਹੁੰਦੀ। ਮੈਨੂੰ ਇਹਨਾਂ ਦਾ ਹੁਣ ਪੂਰਾ ਜ਼ੋਰ ਹੈ ਕਿ ਅਸੀਂ ਤੇਰੀ ਮੈਰਿਜ ਕਰ ਦਿੰਨੇ ਆ, ਪਰ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦੀ। ਮੈਨੂੰ ਇਹ ਹੈ ਕਿ ਮੈਨੂੰ ਬਾਬਾ ਜੀ ਨੇ ਕੰਮ ਦਿੱਤਾ ਹੋਇਆ, ਮੈਂ ਕੰਮ ਕਰ ਰਹੀ ਹਾਂ, ਮਿਹਨਤ ਕਰ ਰਹੀ ਹਾਂ ਅਤੇ ਕਮਾ ਰਹੀ ਹਾਂ, ਖਾ ਰਹੀ ਹਾਂ। ਮੈਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ, ਠੀਕ ਹੈ। ਬਾਕੀ ਮੰਮੀ ਮੇਰੇ ਨਾਲ ਹੈਗੇ ਨੇ, ਮੈਨੂੰ ਇਹਨਾਂ ਦੀ ਪੂਰੀ ਸਪੋਰਟ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਹਾਂ ਹਮੇਸ਼ਾ। ਬਸ ਫਿਰ ਬੁਰਾ ਲੱਗਦਾ ਜਦੋਂ ਇਹ ਤੁਹਾਨੂੰ ਕਹਿੰਦੇ ਵੀ ਤੁਹਾਡਾ ਵਿਆਹ ਕਰ ਦੇਣਾ? ਲੱਗਦਾ ਆ, ਮੈਂ ਨਹੀਂ ਛੱਡ ਕੇ ਜਾਣਾ ਚਾਹੁੰਦੀ ਇਹਨਾਂ ਨੂੰ, ਕਿਉਂਕਿ ਨਾ ਇਹ ਮੇਰੇ ਬਿਨਾਂ ਰਹਿ ਸਕਦੇ ਆ ਅਤੇ ਨਾ ਹੀ ਮੈਂ ਰਹਿ ਸਕਦੀ ਹਾਂ। ਪਿੱਛੇ ਜੇ ਮੈਂ ਲਾਸਟ ਈਅਰ ਮੈਂ 2 ਜੂਨ ਨੂੰ ਦੁਬਈ ਚਲੀ ਗਈ ਸੀਗੀ 3 ਮਹੀਨੇ ਲਈ, ਅਤੇ ਮੈਂ ਗਈ ਤਾਂ ਸੀਗੀ ਕਿ ਨਹੀਂ ਮੈਂ ਉੱਥੇ ਸੈਟਲ ਹੋਣਾ ਆ, ਪਰ ਮੇਰਾ ਨਹੀਂ ਮਨ ਲੱਗਿਆ। ਮੇਰਾ 3 ਮਹੀਨੇ ਦਾ ਵੀਜ਼ਾ ਸੀਗਾ, ਮੈਂ 3 ਮਹੀਨੇ ਦਾ ਵੀਜ਼ਾ ਕੰਪਲੀਟ ਕਰਕੇ ਆਪਣਾ ਵਾਪਸ ਆ ਗਈ ਹਾਂ। ਮੇਰਾ ਨਹੀਂ ਮਨ ਲੱਗਿਆ ਉੱਥੇ ਤੱਕ ਇਹਨਾਂ ਬਿਨਾਂ, ਨਾ ਇਹਨਾਂ ਦਾ ਮੇਰੇ ਬਿਨਾਂ ਲੱਗਿਆ। ਜਦੋਂ ਮੈਂ ਚਲੀ ਗਈ ਸੀ ਪਿੱਛੋਂ ਇੰਨੇ ਜ਼ਿਆਦਾ ਬਿਮਾਰ ਹੋ ਗਏ ਸੀ, BP ਡੇਲੀ ਇਹਨਾਂ ਦਾ ਵੱਧਦਾ ਸੀਗਾ, ਪਰ ਜਿਸ ਦਿਨ ਦੇ ਮੈਂ ਆਈ ਹਾਂ ਹੁਣ ਠੀਕ ਨੇ ਬਿਲਕੁਲ। ਕੋਈ ਮੈਡੀਸਿਨ ਨਹੀਂ ਲੈ ਰਹੇ, ਕੋਈ ਕੁਛ ਨਹੀਂ ਲੈ ਰਹੇ। ਪਿੱਛੋਂ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਗਈ ਸੀ ਇਹਨਾਂ ਦੀ, ਅਤੇ ਮੈਨੂੰ ਇਹ ਲੱਗਦਾ ਹੈ ਕਿ ਨਾ ਇਹ ਰਹਿ ਸਕਦੇ ਆ ਮੇਰੇ ਬਿਨਾਂ ਤਾਂ ਨਾ ਮੈਂ ਰਹਿ ਸਕਦੀ ਹਾਂ। ਇੱਕ ਅੰਦਰੋਂ ਮਾਂ ਧੀ ਦੀ ਜਿਹੜੀ ਜੋੜੀ ਹੁੰਦੀ ਹੈ ਨਾ, ਕਿ ਮਾਂ ਨਾਲ ਅਟੈਚਮੈਂਟ ਹੁੰਦੀ ਆ, ਕਹਿੰਦੇ ਹੁੰਦੇ ਨਾ ਕਿ ਸੱਸ ਨਾਲ ਨਹੀਂ ਹੁੰਦੀ, ਪਰ ਮੇਰੀ ਇਹਨਾਂ ਨਾਲ ਜ਼ਿਆਦਾ ਅਟੈਚਮੈਂਟ ਆ। ਆਪਣੀ ਮਦਰ ਨਾਲ, ਮਦਰ ਚਲੋ ਹੈਗੇ ਨੇ ਉਹ ਆਪਣੀ ਜਗ੍ਹਾ ਨੇ, ਬਟ ਪਤਾ ਨਹੀਂ ਕਿਉਂ ਇਹਨਾਂ ਨਾਲ ਇੱਕ ਅੰਦਰੋਂ ਇੱਕ ਤਾਰ ਜੁੜੀ ਹੋਈ ਆ। ਨਾ ਉਹ ਰਹਿ ਸਕਦੇ ਆ ਨਾ ਮੈਂ ਰਹਿ ਸਕਦੀ ਹਾਂ ਬਿਲਕੁਲ ਵੀ। ਜਿੱਦਾਂ ਜਦੋਂ ਇੱਦਾਂ ਦੀ ਕੋਈ ਟ੍ਰੈਜੇਡੀ ਹੋ ਜਾਂਦੀ, ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋ ਗਈ, ਤਾਂ ਲੋਕ ਕਹਿਣ ਲੱਗ ਜਾਂਦੇ ਆ ਹੈ ਨਾ ਵੀ ਤੂੰ ਜਵਾਨ ਹੈ, ਜਾਂ ਤੇਰੀ ਅੱਗੇ ਲਾਈਫ ਬਹੁਤ ਪਈ ਹੈ, ਹੈ ਨਾ, ਤੇਰੀ ਕਿਹੜਾ ਲਾਈਫ ਲੰਘ ਗਈ ਹੈ, ਅਤੇ ਤੂੰ ਵਿਆਹ ਕਰਵਾ ਲੈ। ਇੱਦਾਂ ਫਿਰ ਲੋਕ ਕਹਿੰਦੇ ਨੇ, ਫਿਰ ਜਦੋਂ ਇੱਦਾਂ ਕਹਿੰਦੇ ਫਿਰ ਦੁੱਖ ਲੱਗਦਾ? ਬਹੁਤ ਜਣਿਆਂ ਨੇ ਕਿਹਾ, ਬਹੁਤ ਸਵਾਲ ਉੱਠੇ ਹੈਗੇ ਆ, ਪਰ ਮੈਨੂੰ ਆਪਣੇ ਆਪ 'ਤੇ ਯਕੀਨ ਹੈ, ਇਹਨਾਂ 'ਤੇ ਯਕੀਨ ਹੈ, ਅਤੇ ਮੈਂ ਕਿਸੇ ਤੀਸਰੇ ਥਰਡ ਪਰਸਨ ਨੂੰ ਮੈਂ ਕੁਛ ਨਹੀਂ ਸਮਝਦੀ ਹੈਗੀ। ਮੈਨੂੰ ਆਪਣੇ ਆਪ 'ਤੇ ਭਰੋਸਾ ਹੈਗਾ ਕਿ ਹਾਂ ਮੈਂ ਕੰਮ ਕਰ ਰਹੀ ਹਾਂ। ਇੱਕ ਕਹਿ ਲਓ ਕਿ ਇੱਕ ਮੁੰਡਿਆਂ ਵਾਂਗੂ ਕੰਮ ਕਰ ਰਹੀ ਹਾਂ ਮੈਂ। ਪਹਿਲਾਂ ਜਿਹੜੀ ਮੈਂ ਕੰਮ ਕਰਦੀ ਸੀ, ਮੈਂ ਉਹ ਕਾਊਂਟਰ ਤੋਂ ਇੱਧਰ ਕੰਮ ਕਰਦੀ ਸੀਗੀ। ਇਹਨਾਂ ਦੀ ਜਾਣ ਤੋਂ ਬਾਅਦ ਮੈਂ ਹੁਣ ਉਸ ਪਰਲੇ ਪਾਸੇ ਜਾ ਕੇ ਕੈਸ਼ ਕਾਊਂਟਰ 'ਤੇ ਖੜ੍ਹਦੀ ਹਾਂ, ਰੋਟੀ ਪੈਕ ਕਰਦੀ ਹਾਂ, ਪੈਸੇ ਕੱਟਦੀ ਹਾਂ। ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਸੈਲਫ ਡਿਪੈਂਡ ਹਾਂ, ਮੈਂ ਕਿਸੇ 'ਤੇ ਡਿਪੈਂਡ ਨਹੀਂ ਹੈਗੀ। ਮੈਂ ਆਪਣਾ ਖਰਚਾ ਕਮਾ ਕੇ ਖੁਦ ਚਲਾ ਕਰ ਰਹੀ ਹਾਂ, ਔਰ ਮੰਮੀ ਦਾ ਸਪੋਰਟ ਹੈਗਾ। ਬਸ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਆ, ਆਪਣੇ ਆਪ 'ਤੇ ਭਰੋਸਾ ਰੱਖੋ, ਆਪਣੇ ਵਾਹਿਗੁਰੂ 'ਤੇ ਭਰੋਸਾ ਰੱਖੋ, ਬਸ। ਉਸ ਤੋਂ ਬਾਅਦ ਮੈਂ ਕਿਸੇ ਨੂੰ ਕੁਝ ਨਹੀਂ ਮੰਨਦੀ ਹੈਗੀ। ਕਹਿੰਦੇ ਨੇ ਢਾਬਾ ਲਾਈਨ ਔਰਤਾਂ ਲਈ ਥੋੜ੍ਹੀ ਜਿਹੀ ਔਖੀ ਹੈਗੀ ਆ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਗਾਹਕ ਆਉਂਦੇ ਆ, ਹੈ ਨਾ। ਕਦੀ ਵੈਸੇ ਤਾਂ ਆਂਟੀ ਹੁਣੇ ਬਹੁਤ ਦਲੇਰ ਆ, ਤੁਹਾਡੇ ਤੱਕ ਤਾਂ ਗੱਲ ਆਉਂਦੀ ਨਹੀਂ ਹੋਣੀ, ਕਦੀ ਹੋਇਆ ਕੁਝ ਨਹੀਂ? ਸਾਡੇ ਤੱਕ ਤਾਂ ਪਹੁੰਚਦੀ ਹੀ ਨਹੀਂ, ਮੰਮੀ ਪਹੁੰਚਣ ਹੀ ਨਹੀਂ ਦਿੰਦੇ ਹੈਗੇ, ਉਹ ਖੁਦ ਪਹਿਲਾਂ ਹੀ ਸਾਂਭ ਲੈਂਦੇ ਨੇ। ਔਰ ਸਾਡੇ ਇੱਕ ਕਹਿ ਲਓ ਕਿ ਫੈਮਿਲੀ ਢਾਬਾ ਆ ਸਾਡੇ। ਜੇ ਕੋਈ ਇੱਦਾਂ ਦਾ ਕੋਈ ਪਰਸਨ ਆਉਂਦੇ ਵੀ ਹੈਗੇ ਆ, ਅਸੀਂ ਉਹਨਾਂ ਨੂੰ ਅੰਦਰ ਐਂਟਰ ਹੀ ਨਹੀਂ ਹੋਣ ਦਿੰਦੇ। ਚਲੋ ਮੰਨ ਲਓ ਕਦੇ ਆ ਵੀ ਗਏ ਤਾਂ ਉਹ ਹੈਂਡਲ ਖੁਦ ਕਰਦੇ ਆ, ਸਾਡੇ ਤੱਕ ਤਾਂ ਉਹ ਗੱਲ ਪਹੁੰਚਦੀ ਹੀ ਨਹੀਂ ਹੈਗੀ, ਕਿਉਂਕਿ ਤਕਰੀਬਨ ਸਾਡੇ ਕੋਲ ਤੁਸੀਂ ਦੇਖਿਆ ਹੀ ਹੈ ਸਾਰੇ ਲੇਡੀਜ਼ ਹੀ ਕੰਮ ਕਰ ਰਹੀਆਂ ਨੇ। ਸਾਡੇ ਬੱਚੇ ਵੀ ਨੇ ਸਾਡੇ ਨਾਲ ਕੰਮ ਕਰ ਰਹੇ, ਲੇਡੀਜ਼ ਨੇ ਸਾਰੀਆਂ, ਹੈ ਨਾ। ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ ਹੈਗੀ। ਹਾਂਜੀ, ਜਿੱਦਾਂ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਹਸਬੈਂਡ ਹੀ ਸੀਗੇ, ਹੈ ਨਾ, ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ 2 ਲੇਡੀਜ਼ ਇਕੱਲੀਆਂ ਰਹਿ ਜਾਂਦੀਆਂ ਘਰ ਦੇ ਵਿੱਚ, ਫਿਰ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਤੁਹਾਨੂੰ? ਕਿਉਂਕਿ ਕੋਈ ਮਰਦ ਹੁੰਦਾ ਆ ਤਾਂ ਉਹਦਾ ਆਸਰਾ ਹੀ ਹੋਰ ਹੁੰਦਾ। ਜੀ ਹਾਂਜੀ, ਉਹ ਤਾਂ ਹੈਗਾ ਹੀ ਹੈ ਜੀ, ਕਮੀ ਤਾਂ ਮਹਿਸੂਸ ਹੋਣੀ ਹੈ, ਉਹ ਤਾਂ ਕੋਈ ਕਮੀ ਪੂਰੀ ਕਰ ਹੀ ਨਹੀਂ ਸਕਦਾ ਨਾ। ਪਰ ਹੁਣ ਕੀ ਕੀਤਾ ਜਾਵੇ, ਜੋ ਹੈ ਨਾ ਪਰਮਾਤਮਾ ਕਹਿੰਦੇ ਨਹੀਂ, ਜੋ ਚੀਜ਼ ਆਪਣੇ ਕੋਲ ਅੱਜ ਹੈਗਾ ਆਪਾਂ ਉਹਨੂੰ ਜੀਏ ਨਾ, ਅਤੇ ਜਿਹੜੀ ਚੀਜ਼ ਨਹੀਂ ਹੈਗੀ ਉਹਦੇ ਉਸ ਚੀਜ਼ ਬਾਰੇ ਮੇਰਾ ਮੰਨਣਾ ਇਹ ਹੈ, ਮੈਂ ਅੱਜ ਦੇ ਵਿੱਚ ਜਿੰਨੀ ਆ, ਨਾ ਮੈਨੂੰ ਪਾਸਟ ਦਾ ਨਾ ਮੈਨੂੰ ਫਿਊਚਰ ਦਾ, ਮੈਂ ਆਪਣੇ ਅੱਜ ਦੇ ਵਿੱਚ ਜਿੰਨੀ ਆ। ਜੋ ਮੇਰੇ ਕੋਲ ਅੱਜ ਹੈਗਾ, ਜਿਹੜੀਆਂ ਮੇਰੀਆਂ ਕੋਲ ਅੱਜ ਖੁਸ਼ੀਆਂ ਹੈਗੀਆਂ, ਮੈਂ ਉਹਨਾਂ ਨੂੰ ਇੰਜੋਏ ਕਰਦੀ ਹਾਂ। ਛੋਟੇ ਛੋਟੇ ਮੂਮੈਂਟਸ ਨੇ ਸਾਡੇ ਘਰ ਦੇ, ਅਸੀਂ ਕਿਤੇ ਜਾਣਾ, ਕਿਤੇ ਕੋਈ ਆ ਗਿਆ ਘਰੇ, ਛੋਟੀ ਛੋਟੀ ਹੈਗੀਆਂ ਖੁਸ਼ੀਆਂ, ਉਹਨਾਂ ਦੇ ਵਿੱਚ ਅਸੀਂ ਖੁਸ਼ ਹਾਂ। ਬਾਕੀ ਬਾਬਾ ਜੀ ਦੀ ਰਜ਼ਾ ਦੇ ਵਿੱਚ ਅਸੀਂ ਰਾਜ਼ੀ ਹਾਂ, ਜਿੱਥੇ ਉਹਨਾਂ ਨੇ ਰੱਖਣਾ ਤੇ ਅਸੀਂ ਉੱਥੇ ਹੀ ਰਹਿਣਾ ਹੈ। ਬਹੁਤ ਸੋਹਣੀ ਸੋਚ ਹੈ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ। ਹੁਣ ਤੁਹਾਡੇ ਕੰਮ ਦਾ ਵੀ ਟਾਈਮ ਆ, ਆਪਾਂ ਤੁਹਾਨੂੰ ਕਰਨ ਦੀ ਹੈ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ। ਇੱਕ ਵਾਰੀ ਤੁਸੀਂ ਐਡਰੈਸ ਦੱਸ ਦਿਓ। ਹਾਂਜੀ, ਆਪਣਾ ਹੈਗਾ ਜੀ ਮੇਨ ਬਰੋਟਾ ਰੋਡ, ਗੁਰੂ ਗੋਬਿੰਦ ਸਿੰਘ ਨਗਰ ਹੈ, ਅਤੇ ਸ਼ਿਮਲਾਪੁਰੀ। ਹਾਂਜੀ। ਸੋ ਜੀ ਇਹ ਦੋਨੋਂ ਸੱਸ ਨੂੰ ਇੱਥੇ ਢਾਬਾ ਚਲਾਉਂਦੇ ਨੇ, ਪਿਛਲੇ 17 ਸਾਲ ਤੋਂ ਇਹ ਢਾਬਾ ਚਲਾ ਰਹੇ ਨੇ। ਬਹੁਤ ਵਧੀਆ ਫੂਡ ਹੁੰਦਾ ਇਹਨਾਂ ਦਾ। ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, ਭੈਣ ਹੁਣਾਂ ਨੇ ਐਡਰੈਸ ਦਿੱਤਾ, ਵਿਜ਼ਿਟ ਜ਼ਰੂਰ ਕਰਿਓ, ਇੱਕ ਵਾਰ ਜ਼ਰੂਰ ਆਇਓ। ਦੇਖਦੇ ਰਹੋ ਸਾਡਾ ਚੈਨਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।